ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਵਰ੍ਹੇ ਦਾ ਦੂਸਰਾ ਦਿਨ, ਯਾਨੀ ਕਿ 2023 ਦਾ ਦੂਸਰਾ ਦਿਨ। ਤੁਸੀਂ ਕੈਲੰਡਰ 'ਤੇ ਝਾਤੀ ਮਾਰ ਕੇ ਦੇਖੋ ਕਿ ਬਾਕੀ ਬਚ ਰਹੇ ਨੇ ਅਜੇ ਪੂਰੇ 362 ਦਿਨ। ਔਰ ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਮਿਲਦੇ ਗੱਲਾਂ ਕਰਾਂਗੇ। ਗੱਲਾਂ ਉਹ ਨੇ ਕਿ ਜਿਹੜੀਆਂ ਪਿਛਲੇ ਵਰ੍ਹੇ ਵਿੱਚ ਵੀ ਵਾਪਰੀਆਂ ਨੇ ਅਤੇ ਹੁਣ ਆਉਣ ਵਾਲੇ ਸਾਲ ਵਿੱਚ ਵੀ ਨਵੀਆਂ ਘਟਨਾਵਾਂ, ਹਾਦਸੇ ਔਰ ਕਈ ਖੁਸ਼ਖਬਰੀਆਂ ਸਾਨੂੰ ਮਿਲ ਰਹੀਆਂ ਨੇ। ਅਤੇ ਮੇਰੇ ਨਾਲ ਨੇ ਸੰਜੀਵ ਖੰਨਾ ਜੀ। ਅਤੇ ਖੰਨਾ ਜੀ, ਅੱਜ ਪਿਆਰੇ ਦਰਸ਼ਕਾਂ ਨਾਲ ਵਰ੍ਹੇ ਦੇ ਇਸ ਦੂਸਰੇ ਦਿਨ 'ਚ ਸਾਂਝ ਪਾਉਂਦੇ ਕਿਹੜੇ ਮਸਲੇ ਨੂੰ ਲੈ ਕੇ ਉਹਨਾਂ ਨਾਲ ਸਾਂਝਾ ਕਰੋਗੇ? ਪਹਿਲਾਂ ਤਾਂ ਸਰ ਇਹੀ ਹੈ ਕਿ ਅਮਰੀਕਾ ਤੋਂ ਆਪਾਂ ਲੈਂਦੇ ਹਾਂ ਕਿ ਉੱਥੇ ਵਰਕ ਫਰੋਮ ਹੋਮ, ਕਿਉਂਕਿ ਕੋਵਿਡ ਤੋਂ ਬਾਅਦ ਇਹ ਕਾਫੀ ਪ੍ਰਚਲਨ ਰਿਹਾ, ਕਾਫੀ ਟ੍ਰੈਡੀਸ਼ਨ 'ਚ ਰਿਹਾ ਹੈ ਵਰਕ ਫਰੋਮ ਹੋਮ। ਅਤੇ ਉਹਦੇ ਨਾਲ ਕੰਪਨੀਆਂ ਨੂੰ ਕਾਫੀ ਫਾਇਦਾ ਹੋਇਆ, ਨਵਾਂ ਸਿਸਟਮ ਸ਼ੁਰੂ ਹੋਇਆ, ਪ੍ਰੋਡਕਟੀਵਿਟੀ ਵਧੀ ਹੈ ਅਤੇ ਲੋਕ ਵੀ ਖੁਸ਼ ਨੇ ਕਿਉਂਕਿ ਘਰ ਦੇ ਮਾਹੌਲ ਦੇ ਵਿੱਚ ਬਹਿ ਕੇ ਉਹ ਕੰਮ ਕਰਦੇ ਪਏ ਨੇ ਫੈਮਿਲੀ ਦੇ ਨਾਲ। ਅਤੇ ਕੋਵਿਡ ਉਹਨਾਂ ਨੂੰ ਨਿੱਘ ਮਿਲਦਾ ਪਿਆ ਆਪਣੇ ਪਰਿਵਾਰ ਦਾ, ਅਤੇ ਨਾਲ ਉਹ ਕੰਮ ਵੀ ਕਰੀ ਜਾਂਦੇ ਨੇ, ਤਾਂ ਕੰਪਨੀਆਂ ਨੂੰ ਵੀ ਫਾਇਦਾ ਹੋ ਰਿਹਾ। ਨਾਲ ਇਹ ਵੀ ਹੈ ਕਿ ਅਮਰੀਕਾ ਦੇ ਵਿੱਚ ਠੰਡ ਬਹੁਤ ਪੈ ਰਹੀ ਹੈ ਇਸ ਵਕਤ, ਔਰ ਬਾਹਰ ਨਿਕਲਣਾ ਮੁਸ਼ਕਿਲ ਹੈ, ਔਰ ਕਈ ਥਾਂ ਦੇ ਉੱਤੇ ਤੂਫਾਨ, ਕਈ ਥਾਂ 'ਤੇ ਜਾਨਾਂ ਵੀ ਗਈਆਂ ਨੇ, ਔਰ ਜੋ ਐਮਰਜੈਂਸੀ ਵਾਸਤੇ ਸਹਾਇਤਾ ਮਿਲਦੀਆਂ ਨੇ ਉਹਨਾਂ ਨੇ ਵੀ ਹੱਥ ਖੜ੍ਹੇ ਕੀਤੇ ਨੇ ਕਿ ਬਹੁਤ ਮੁਸ਼ਕਿਲ ਹੋ ਰਿਹਾ ਹੈ। ਬਿਜਲੀ ਗੁੱਲ ਰਹਿੰਦੀ ਹੈ ਔਰ ਜੋ ਰੈਗੂਲਰ ਜੀਵਨ ਰਹਿੰਦਾ ਹੈ, ਡੇਲੀ ਰੂਟੀਨਸ ਰਹਿੰਦੇ ਨੇ, ਉਹ ਵੀ ਠੱਪ ਹੋਏ ਨੇ, ਤਾਂ ਕਾਫੀ ਕੁਝ ਝੱਲਣਾ ਪੈ ਰਿਹਾ। ਤਾਂ ਵਰਕ ਫਰੋਮ ਹੋਮ ਇਜ਼ ਅ ਗੁੱਡ ਸਾਈਨ। ਹਾਂ, ਇਹ ਸਿਸਟਮ ਜਿਹੜਾ ਨਵਾਂ ਲਾਂਚ ਕੀਤਾ ਅਮਰੀਕਾ ਦੀ ਧਰਤੀ 'ਤੇ, ਅਤੇ ਉਹਦੇ ਵਿੱਚ ਸਾਡੇ ਜਿਹੜੇ ਜ਼ਿਆਦਾ ਨੌਜਵਾਨ ਨੇ, ਪ੍ਰਵਾਸੀ ਭਾਰਤੀ ਵੀ ਆ, ਮੁੰਡੇ ਕੁੜੀਆਂ ਕੰਮ ਕਰ ਰਹੇ ਆ। ਉਹਨਾਂ ਸਾਰੇ ਮੁੰਡੇ ਕੁੜੀਆਂ ਨੇ ਇਸ ਵਿੱਚ ਖੁਸ਼ੀ ਦਾ ਪ੍ਰਗਟਾਵਾ ਕੀਤਾ, ਇਸ ਕਰਕੇ ਕਿ ਸਰਦੀ ਕੜਾਕੇਦਾਰ ਉੱਥੇ, ਔਰ ਜਿਹੜਾ ਵੀ ਬਰਫ਼ਬਾਰੀ ਹੁੰਦੀ ਆ, ਅਤੇ ਉਹਦੇ ਵਿੱਚ ਆਵਾਜਾਈ ਦੇ ਸਾਧਨ ਜਿਹੜੇ ਆ ਬਿਲਕੁਲ ਰੁਕੇ ਪਏ ਆ, ਆਉਣਾ ਜਾਣਾ ਮੁਸ਼ਕਿਲ ਹੋ ਰਿਹਾ। ਅੰਦਰ ਬਹਿ ਕੇ ਨਿੱਘ ਚੀਜ਼ਾਂ ਦਾ ਤੁਸੀਂ ਕਿਹਾ, ਬਹਿ ਕੇ ਕੰਮ ਕਰਨ ਦਾ ਨਜ਼ਾਰਾ ਹੀ ਹੋਰ ਹੁੰਦਾ। ਔਰ ਜਦੋਂ ਮਰਜ਼ੀ ਕੌਫੀ ਪੀਓ, ਜਦੋਂ ਮਰਜ਼ੀ ਚਾਹ ਪੀਓ, ਜਦੋਂ ਮਰਜ਼ੀ ਖਾਓ, ਔਰ ਇਸ ਨਾਲ ਤੁਹਾਡੀ ਸਿਹਤ ਤਾਂ ਠੀਕ ਰਹਿੰਦੀ ਆ। ਪਰ ਕਿਤੇ ਕਿਤੇ ਗੜਬੜ ਇਹ ਹੁੰਦੀ ਆ, ਮੂਵਮੈਂਟ ਜਿਹੜੀ ਬਾਡੀ ਦੀ ਆ ਬਹੁਤ ਜ਼ਰੂਰੀ ਆ। ਤੁਸੀਂ ਸਿਟਿੰਗ 'ਤੇ ਟਾਈਮ ਜ਼ਿਆਦਾ ਲਾਓਗੇ, ਤੁਹਾਡਾ ਹਾਰਟ ਦਾ ਕੰਮ ਕਰਨਾ, ਕਿਡਨੀ ਦਾ, ਤੁਹਾਡੀਆਂ ਜੋੜਾਂ ਦਾ ਸਾਰਾ ਕੁਝ ਔਖਾ ਹੁੰਦਾ। ਪਰ ਉਹਨਾਂ ਲਈ ਜਿਹੜੇ ਬਜ਼ੁਰਗ ਆ, ਜਿਹੜੇ ਨੌਜਵਾਨ ਮੁੰਡੇ, ਇਹਨਾਂ ਨੂੰ ਕੋਈ ਇੱਦਾਂ ਦੀ ਗੱਲ ਪ੍ਰਭਾਵਿਤ ਨਹੀਂ ਕਰਦੀ। ਅਤੇ ਨਵੀਂ ਜਨਰੇਸ਼ਨ ਦੇ ਵਿੱਚ ਜਿਹੜੀ ਹੈ ਉਮੰਗ ਜ਼ਿਆਦਾ, ਔਰ ਉੱਥੇ ਪ੍ਰੋਬਲਮ ਇਹ ਰਹੀ ਹੈ ਕਿ ਇਹਦੇ ਨਾਲ ਜਿਹੜੀ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੇ ਇਹਨੂੰ ਜ਼ਿਆਦਾ ਬੜਾਵਾ ਦਿੱਤਾ, ਔਰ ਇਹਦੇ ਵਿੱਚ ਸੈਲਰੀ ਵੀ ਵਧਾ ਦਿੱਤੀ ਉਹਨਾਂ ਦੀ, ਤਾਂ ਕਿ ਕੰਮ ਕਰਨ। ਸਿਟਿੰਗ 'ਚ ਜਿਹੜਾ ਕੰਮ ਜ਼ਿਆਦਾ ਹੁੰਦਾ, ਉਹਦੇ 'ਚ ਬਹੁਤੇ ਆਰਡਰ ਲੈ ਰਹੇ ਆ ਕੰਪਨੀਆਂ ਦੇ, ਬਾਹਰੋਂ ਅੰਦਰੋਂ, ਜਿੱਥੋਂ ਵੀ ਉਹਨਾਂ ਨੂੰ ਚਾਹੀਦਾ। ਨੰਬਰ 2 'ਤੇ ਇਹ ਗੱਲ ਹੈਗੀ ਆ ਕਿ ਜਿਹੜਾ ਕਰੋਨਾ ਦਾ ਮਾਰ ਹੈ, ਇਹ ਵੀ ਪ੍ਰੋਬਲਮ ਕ੍ਰੀਏਟ ਕਰਦੀ ਸੀ ਲੋਕਾਂ ਦੀ ਪੀੜ ਵਿੱਚ ਜਾਣ ਦਾ। ਤੁਸੀਂ ਆਪਣੇ ਘਰ ਵਿੱਚ ਬਹਿ ਕੇ ਕੰਮ ਕਰੋਗੇ ਤਾਂ ਤੁਹਾਨੂੰ ਇਸ ਬਿਮਾਰੀ ਤੋਂ ਵੀ ਥੋੜ੍ਹਾ ਜਿਹਾ ਰਾਹਤ ਮਿਲੂਗੀ, ਔਰ ਇਹਦੇ ਵਿੱਚ ਖੁਸ਼ੀ ਹੋਊਗੀ। ਔਰ ਘਰ ਦੇ ਵਿੱਚ ਤੁਸੀਂ ਬਹਿ ਕੇ ਜਿੱਥੇ ਕੰਮ ਕਰਦੇ ਜੇ ਕੰਪਿਊਟਰ 'ਤੇ, ਉਹਦੇ ਵਿੱਚ ਤੁਸੀਂ ਘਰ ਦੇ ਕੰਮਾਂ 'ਚ ਵੀ ਕੰਮ ਕਰ ਸਕਦੇ, ਕਿਤੇ ਬ੍ਰੇਕ ਕਰਕੇ, ਕਿਤੇ ਟੀ ਬ੍ਰੇਕ ਕਰਕੇ, ਕਈ ਕੁਛ ਗੱਲਾਂ ਹੁੰਦੀਆਂ। ਬੱਚਿਆਂ ਦੀ ਪੜ੍ਹਾਈ ਦਾ ਵੀ ਕੰਮ ਹੋ ਸਕਦਾ। ਔਰ ਮੇਰਾ ਖਿਆਲ ਹੈ ਹੁਣ ਇਹ ਜੇ ਅਮਰੀਕਾ ਨੇ ਇਸ ਚੀਜ਼ ਨੂੰ ਸ਼ੁਰੂ ਕੀਤਾ ਅਤੇ ਇਹਦੀ ਰੀਸ ਲਾ ਕੇ ਬਾਹਰਲੇ ਦੇਸ਼ਾਂ ਵਿੱਚ ਵੀ ਕਰਨਗੇ। ਬਾਹਰਲੇ ਦੇਸ਼ਾਂ ਤੋਂ ਇਲਾਵਾ ਇੰਡੀਆ 'ਚ ਤਾਂ ਅੱਗੇ ਹੋ ਰਿਹਾ ਸਾਰੇ ਪਾਸੇ। ਕੰਪਿਊਟਰ ਦਾ ਯੁੱਗ ਆ, ਵੀਡੀਓ ਦਾ ਯੁੱਗ ਆ, ਉਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਆ ਜਾਂਦੀਆਂ, ਕਿਉਂਕਿ ਜਦੋਂ ਕਿ ਇਹ ਲਾਂਚ ਹੋ ਗਈਆਂ, ਜਿਹਦੇ ਵਿੱਚ ਜਦੋਂ ਕਿ ਇਹ ਪੋਰਟਲ ਆ ਗਈਆਂ, ਉਹਦੇ ਨਾਲ ਕੰਮ ਜ਼ਿਆਦਾ ਹੋ ਰਿਹਾ, ਕਿਉਂਕਿ ਇਹਦੇ 'ਚ ਲੋਕ ਔਨਲਾਈਨ ਹੀ ਆਰਡਰ ਕਰਦੇ ਆ। ਹੁਣ ਵੀ ਜਦੋਂ ਆਪਾਂ ਇੰਡੀਆ 'ਚ ਆਪਾਂ ਚੀਜ਼ਾਂ ਲੈਂਦੇ ਹਾਂ, ਔਨਲਾਈਨ ਆ ਰਿਹਾ ਸਾਰਾ ਕੁਝ, ਡੋਰ ਟੂ ਡੋਰ ਆ ਰਿਹਾ, ਖਾਣਾ ਵੀ ਆ ਰਿਹਾ, ਕੱਪੜੇ ਵੀ ਆ ਰਹੇ ਆ, ਸ਼ੂਜ਼ ਵੀ ਆ ਰਹੇ ਆ, ਬੜੀਆਂ ਚੀਜ਼ਾਂ ਆ ਰਹੀਆਂ। ਇਸ ਕਰਕੇ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਬਹੁਤ ਫਾਇਦਾ ਹੋ ਗਿਆ, ਲੋਕਾਂ ਨੂੰ ਰਾਹਤ ਮਿਲ ਗਈ ਆ। ਔਰ ਇਹਦੀ ਰੀਸ ਨਾਲ ਜਿੱਦਾਂ ਆਪਾਂ ਗੱਲ ਕਰ ਰਹੇ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹ ਸਾਰਾ ਸਿਸਟਮ ਲਾਗੂ ਹੋਣ ਦਾ ਕੰਮ ਹੋ ਰਿਹਾ। ਚਾਈਨਾ ਤਾਂ ਅੱਗੇ ਕਰ ਹੀ ਰਿਹਾ, ਔਰ ਜਿਹੜੇ ਮੋਬਾਈਲ ਦੇ ਰਾਹੀਂ ਜ਼ਿਆਦਾ ਹੋ ਰਿਹਾ। ਮੋਬਾਈਲ ਦੇ ਵਿੱਚ ਔਨਲਾਈਨ ਜਿਹੜੇ ਡਿਮਾਂਡ ਆ, ਉਹਦੇ ਵਿੱਚ ਸਾਰਾ ਲੋਕ ਚਾਹ ਰਹੇ ਆ ਕਿ ਅਸੀਂ ਇਸੇ ਗੱਲ ਨੂੰ ਅੱਗੇ ਲੈ ਕੇ ਜਾਈਏ। ਤੁਹਾਡੀਆਂ ਗੱਡੀਆਂ ਦਾ ਤੇਲ, ਹੁਣ ਇੰਡੀਆ 'ਚ ਤੇਲ ਕਿੰਨਾ ਮਹਿੰਗਾ ਹੈਗਾ, ਤੇਲ ਦਾ ਵੀ ਘਾਟ ਹੋ ਜਾਊਗੀ, ਤੇਲ ਘੱਟ ਕੰਜ਼ਿਊਮ ਹੋਊਗਾ। ਫਿਰ ਤੁਹਾਨੂੰ ਲੀੜਾ ਲੱਤਾ ਪਾਉਣ ਲਈ, ਕੱਪੜੇ ਪ੍ਰੈਸ ਕਰਾਉਣ ਲਈ ਆਉਣਾ ਜਾਣਾ ਸਾਰਾ ਕੁਝ। ਬਾਕੀ ਜਿਹੜਾ ਹੈਗਾ ਨਾ, ਕਹਿੰਦੇ ਅਰਬਾਂ ਮੀਲ ਜਿਹੜਾ ਲੋਕਾਂ ਨੇ ਪੈਂਡੇ ਤੋਂ ਰਾਹਤ ਲਈ ਆ। ਅਮਰੀਕਾ 'ਚ ਇੱਕ ਸਰਵੇਖਣ ਹੋਇਆ, ਜਦੋਂ ਅਸੀਂ ਚੱਲਦੇ ਆਉਂਦੇ ਹਾਂ, ਰੋਜ਼ ਦਿਹਾੜੀ ਆਉਂਦੇ ਹਾਂ, ਰੂਟੀਨ 'ਚ ਦਫ਼ਤਰ ਆਉਂਦੇ, ਘਰ ਆਉਂਦੇ ਹਾਂ, 4-4 ਵਾਰੀ ਗੇੜੇ ਲਾਉਂਦੇ ਹਾਂ। ਉਹ ਖਾਣਾ ਜੀ ਇਸ ਕਰਕੇ ਜਿਹੜੇ ਅਰਬਾਂ ਮੀਲ ਜਿਹੜਾ ਪੈਂਡਾ ਉਹ ਘਟ ਗਿਆ। ਨੰਬਰ 2 ਤੇਲ ਦੀ ਕੰਜੰਪਸ਼ਨ ਘਟ ਗਈ। ਨੰਬਰ 'ਤੇ ਤੁਹਾਨੂੰ ਜਿਹੜੀ ਬਾਹਰ ਦੀ ਜਿਹੜੀ ਪ੍ਰਦੂਸ਼ਣ ਉਹ ਘਟ ਗਿਆ। ਪੋਲੂਸ਼ਨ ਜਿਹੜਾ ਇਹਦੇ ਨਾਲ ਬਹੁਤ ਹੁੰਦਾ ਸੀਗਾ, ਉਹਦਾ ਵੀ ਘਾਟ ਹੋ ਗਿਆ। ਪ੍ਰੋਡਕਟਿਵਿਟੀ ਜਿਹੜੀ ਹੈ ਜਿਹੜੀ ਕੰਪਨੀਆਂ ਦੀ ਉਹ ਵੱਧ ਗਈ। ਜਿੰਨੀਆਂ ਵੀ ਪ੍ਰੋਡਕਟ ਬਣਦੀਆਂ ਸੀਗੀਆਂ ਔਨਲਾਈਨ ਵਿਕ ਰਹੀਆਂ। ਇਹ ਚੀਜ਼ਾਂ ਜਿਹੜੀਆਂ ਅੱਛੀ ਗੱਲ ਆ।
ਕਿਉਂਕਿ ਯੁੱਗ ਕੰਪਿਊਟਰ ਦਾ ਹੈਗਾ। ਅਮਰੀਕਾ ਪਹਿਲੋਂ ਅਪਣਾ ਲੈਂਦਾ, ਜਿਹੜੇ ਬਾਕੀ ਡਿਵੈਲਪਿੰਗ ਕੰਟਰੀ ਥੋੜ੍ਹਾ ਜਿਹਾ ਲੇਟ ਕੰਮ ਕਰਦੇ ਆ। ਜਦੋਂ ਇੱਕ ਯੁੱਗ ਸੀਗਾ ਜਦੋਂ ਮੋਬਾਈਲ ਆਇਆ ਸੀ, ਸਪਾਈਸ ਆਇਆ ਸੀਗਾ, ਉਹਦੇ 'ਚ ਆਨਗੋਇੰਗ ਅਤੇ ਇਨਕਮਿੰਗ ਦੋਨੇ ਜਿਹੜੀਆਂ ਸਾਨੂੰ ਉਹਨਾਂ ਦੇ ਪੈਸੇ ਪੈਂਦੇ ਸੀ। ਜਦੋਂ ਬਾਅਦ 'ਚ ਬਾਹਰਲੇ ਦੇਸ਼ਾਂ 'ਚ ਇਹ ਕੋਈ ਇੱਦਾਂ ਦਾ ਸਿਸਟਮ ਨਹੀਂ ਸੀ, ਇੰਡੀਆ 'ਚ ਹੀ ਸੀਗਾ। ਫਿਰ ਉਹ ਤੋਂ ਬਾਅਦ ਕਈ ਕੰਪਨੀਆਂ ਆ ਗਈਆਂ, ਕਈ ਲਾਂਚ ਹੋ ਗਈਆਂ, ਸਾਰੀਆਂ ਨੇ ਕੰਮ ਕੀਤਾ। ਉਹਨਾਂ ਦੇ ਵਿੱਚੋਂ ਇੰਡੀਆ ਥੋੜ੍ਹਾ ਜਿਹਾ ਪਿੱਛੇ ਰਿਹਾ, ਪਰ ਇਸ ਵੇਲੇ ਸਭ ਤੋਂ ਅੱਗੇ ਆ। ਮਹਿੰਗਾਈ 'ਚ ਵੀ ਬਚਿਆ ਪਿਆ ਹੈਗਾ। ਬਾਕੀ ਰੋਜ਼ ਦਿਹਾੜੀ ਦੀ ਜਿਹੜੀਆਂ ਚੀਜ਼ਾਂ ਖਾਣ ਪੀਣ 'ਚ ਵੀ ਇਹਨੂੰ ਥੋੜ੍ਹਾ ਜਿਹਾ ਸੁੱਖ ਹੈ ਬਾਹਰਲੇ ਦੇਸ਼ਾਂ ਦੀ ਕੰਪੈਰੇਟਿਵਲੀ। ਅਤੇ ਹੁਣ ਦੱਸੋ ਅੱਗੇ ਕੋਈ ਨਵੀਂ ਗੱਲ? ਬਿਲਕੁਲ ਨਵੀਂ ਗੱਲ, ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਨਵੇਂ ਸਾਲ ਦੀ ਆਮਦ ਤੇ ਲੋਕਾਂ ਨੇ ਸ਼੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ। ਹੁਣ ਆਪਾਂ ਪੰਜਾਬ ਦੀ ਧਰਤੀ ਤੇ ਮੁੜ ਆਉਂਦੇ ਹਾਂ ਤੇ ਸਰਬੱਤ ਦਾ ਭਲਾ ਮੰਗਿਆ ਉਹਨਾਂ ਨੇ। ਖੈਰ ਅਮਰੀਕਾ ਦੇ ਵਿੱਚ ਵੀ ਅਸੀਂ ਸਰਬੱਤ ਦੇ ਭਲੇ ਦੀ ਤੇ ਅਰਦਾਸ ਕਰਾਂਗੇ, ਕਿਉਂਕਿ ਜੋ ਉੱਥੇ ਮੌਸਮ ਦਾ ਹਾਲ ਬਣਿਆ ਹੋਇਆ ਹੈ ਔਰ ਜਿਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਮਹਿੰਗਾਈ ਵੀ ਜ਼ਿਆਦਾ ਹੋ ਗਈ ਹੈ, ਤਾਂ ਇਹ ਸਾਰੀਆਂ ਗੱਲਾਂ। ਔਰ ਦੂਸਰਾ 10 ਲੱਖ ਤੋਂ ਵੱਧ ਮੌਤਾਂ ਦੀ ਵੀ ਉੱਥੇ ਨਿਊਜ਼ ਮਿਲੀ ਸੀ ਜਦੋਂ ਕੋਵਿਡ-19 ਦਾ ਵਾਇਰਸ ਦਾ 19 ਦਾ ਇਹ ਸਾਰਾ ਮਾਮਲਾ ਹੋਇਆ ਸੀ। ਉਹ ਵੀ ਪਹਿਲਾ ਦੇਸ਼ ਬਣਿਆ ਹੈ, ਸਭ ਤੋਂ ਜ਼ਿਆਦਾ ਮੌਤਾਂ ਉੱਥੇ ਹੋਈਆਂ ਨੇ। ਸੋ ਬਹੁਤ ਸਾਰੇ ਹਾਦਸੇ ਹੋ ਰਹੇ ਨੇ। ਚਲੋ ਉੱਥੋਂ ਵੀ ਰਾਹਤ ਮਿਲੇ। ਨਵੇਂ ਸਾਲ ਦੇ ਉੱਤੇ ਸਰਬੱਤ ਦੇ ਭਲੇ ਦੀ ਅਰਦਾਸ ਹੋ ਰਹੀ ਹੈ। ਤਾਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਜਦੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤਾਂ ਉਹਦੇ ਵਿੱਚ ਅਮਰੀਕਾ ਵੀ ਆ ਗਿਆ, ਕੈਨੇਡਾ ਵੀ ਆ ਗਿਆ। ਜਿੱਥੇ ਜਿੱਥੇ ਵੀ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਨੇ, ਪੂਰੀ ਦੁਨੀਆ ਉਹਦੇ 'ਚ, ਸਮੁੱਚਾ ਦੇਸ਼, ਸਮੁੱਚੀ ਦੁਨੀਆ ਉਹਦੇ 'ਚ ਆਪਣੇ ਆਪ ਹੀ ਆ ਜਾਂਦੀ। ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਵੇਂ ਵਰ੍ਹੇ ਦੀ ਆਮਦ 'ਤੇ ਸ਼ਰਧਾਲੂਆਂ ਨੇ, ਯਾਤਰੂਆਂ ਨੇ ਬੜੀ ਦੂਰ ਦੂਰੋਂ ਆ ਕੇ ਨਤਮਸਤਕ ਹੋਏ ਆ ਦਰਬਾਰ ਸਾਹਿਬ। ਔਰ ਇੰਨੀ ਸਰਦੀ ਦੇ ਬਾਵਜੂਦ ਵੀ ਇਸ ਕਰਕੇ ਲੋਕ ਆਏ ਨੇ ਕਿ ਇਹਦੀ ਸ਼ੁਰੂਆਤ ਲੋਕਾਂ ਨੇ ਦਰਬਾਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਹੀ ਆਪਣੇ ਕੰਮ ਬਾਕੀ ਸ਼ੁਰੂ ਕੀਤੇ ਆ। ਇਸ ਕਰਕੇ ਕਿ ਵੈਸੇ ਤਾਂ ਨਾਰਮਲ ਤਾਂ ਲੋਕ ਜਾਂਦੇ ਹੀ ਆ, 1 ਲੱਖ ਦੇ ਸ਼ਰਧਾਲੂ ਤਾਂ ਡੇਲੀ ਆਉਂਦਾ ਵੀ ਆ, ਲੰਗਰ ਵੀ ਛਕਦੇ ਆ, ਮੱਥਾ ਵੀ ਟੇਕਦੇ ਆ ਔਰ ਆਪਣੇ ਸਾਰੇ ਯਾਤਰੂਆਂ ਨੂੰ ਮਿਲਦੇ ਵੀ ਆ। ਔਰ ਇਹਦੇ ਵਿੱਚ ਐਤਕੀ ਇਹ ਗੱਲ ਵਿੱਚ ਵਿਲੱਖਣਤਾ ਸੀਗੀ। ਪਹਿਲੋਂ 10ਵੇਂ ਪਾਤਸ਼ਾਹ ਦਾ ਜਦੋਂ ਗੁਰਪ੍ਰਕਾਸ਼ ਆਇਆ, ਉਹਨਾਂ ਦਾ ਜਨਮ ਦਿਨ ਆਇਆ ਸੀਗਾ, ਉਹਦੇ ਵਿੱਚ ਸਾਰੇ ਲੋਕਾਂ ਨੇ ਆ ਕੇ ਇੱਥੇ ਨਤਮਸਤਕ ਹੋਏ, ਦੀਪਮਾਲਾ ਕੀਤੀ ਔਰ ਉਹ ਤੋਂ ਬਾਅਦ ਲੋਕਾਂ ਨੇ ਸਾਰੇ ਜਗ੍ਹਾ 'ਤੇ ਦਰਸ਼ਨ ਕੀਤੇ। ਔਰ ਉਸ ਤੋਂ ਬਾਅਦ ਇਹ ਨਾਲ ਹੀ ਨਵਾਂ ਸਾਲ ਦੀ ਆਮਦ ਆ ਗਈ। ਇਹਦੇ ਵਿੱਚ ਵੀ ਲੋਕਾਂ ਨੇ ਉਸੇ ਤਰ੍ਹਾਂ ਹੀ ਇਕੱਠਾ ਹੋ ਕੇ ਦਰਸ਼ਨ ਕੀਤੇ। ਜਦੋਂ ਤੁਸੀਂ ਦਰਬਾਰ ਸਾਹਿਬ ਦੀ ਵੀਡੀਓ ਵੇਖਦੇ ਜੇ, ਬਾਕੀ ਪ੍ਰਾਈਵੇਟ ਕੁਝ ਚੈਨਲ ਦਿਖਾਉਂਦੇ ਆ, ਜਦੋਂ ਸ਼ਬਦ ਕੀਰਤਨ ਹੁੰਦਾ ਤੁਸੀਂ ਦੇਖ ਸਕਦੇ ਜੇ ਕਿ ਉਹਦੇ ਵਿੱਚ ਜਿਹੜਾ ਦਰਸ਼ਨੀ ਜੋੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਕਿੰਨੀ ਸੰਗਤ ਤੁਹਾਨੂੰ ਖੜੀ ਦਿਖਾਈ ਦੇ ਰਹੀ ਹੈ। ਔਰ ਉੱਥੇ ਕਈ ਵਾਰੀ 4-4 5-5 ਘੰਟੇ ਲਾਈਨ 'ਚ ਲੱਗ ਗਏ ਆ, ਪਰ ਉੱਥੇ ਕਿਸੇ ਨੇ ਕੋਈ ਧੱਕਾ ਨਹੀਂ, ਕੋਈ ਇਸ ਤਰ੍ਹਾਂ ਦਾ ਉਹ ਨਹੀਂ ਹੈ। ਪਰ ਲੋਕ ਬੜੇ ਪਿਆਰ ਨਾਲ, ਸ਼ਾਂਤਮਈ ਤਰੀਕੇ ਨਾਲ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਨੇ, ਪ੍ਰਸ਼ਾਦ ਕਰਾਉਂਦੇ ਆ, ਸਰੋਪੇ ਲੈਂਦੇ ਆ ਔਰ ਬੜਾ ਕੁਝ ਮਿਲਦੇ ਗਿਲਦੇ ਆ ਲੋਕਾਂ ਨੂੰ। ਜੋ ਸ਼ਾਂਤੀ ਉੱਥੇ ਮਿਲਦੀ ਹੈ ਦੁਨੀਆ ਦੇ ਕਿਸੇ ਵੀ ਪਾਸੇ ਨਹੀਂ ਮਿਲ ਸਕਦੀ, ਜੋ ਸਕੂਨ ਉੱਥੇ ਆ। ਤਦੇ ਕਰਕੇ ਲੋਕਾਂ ਨੇ ਉੱਥੇ ਆ ਕੇ ਮੱਥਾ ਟੇਕਿਆ ਔਰ ਉਸ ਤੋਂ ਬਾਅਦ ਆਪਣੇ ਵਰ੍ਹੇ ਦੀ ਜਿਹੜੀ ਅਗਲੇ ਸਾਲ ਦੀ ਜਿਹੜੀ ਸ਼ੁਰੂਆਤ ਕੀਤੀ ਬਾਕੀ ਕੰਮਾਂ ਤੋਂ। ਪਹਿਲਾਂ ਤਾਂ ਹੁੰਦਾ ਵੀ ਸਰਬੱਤ ਦਾ ਭਲਾ ਮੰਗ ਕੇ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਾਰੇ ਦੇਸ਼ਾਂ 'ਚ ਬੈਠੇ ਪ੍ਰਵਾਸੀ ਭਾਰਤੀ ਉਹਨਾਂ ਨੇ ਵੀ ਉੱਥੇ ਮੱਥਾ ਟੇਕਿਆ, ਜਿਹੜੇ ਆਏ ਨੇ ਇੱਥੇ, ਜਿਹੜੇ ਉੱਥੋਂ ਦੀ ਸਰਦੀ ਤੋਂ ਦੂਰ ਆ ਕੇ ਇੱਥੇ ਆਏ ਆ। ਅੱਗੇ ਆਪਣੇ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਇੰਨੀ ਸਰਦੀ ਨਹੀਂ, ਕੰਪੈਰੇਟਿਵਲੀ ਜੋ ਕੈਨੇਡਾ ਅਤੇ ਅਮਰੀਕਾ 'ਚ ਹੈਗੀ ਆ ਜਾਂ ਬਾਕੀ ਹੋਰ ਦੇਸ਼ਾਂ 'ਚ ਵੀ ਹੈਗੀ ਆ। ਪਰ ਉੱਥੋਂ ਕਈ ਬਜ਼ੁਰਗ ਲੋਕ ਆ ਜਾਂਦੇ ਵਿਚਾਰੇ, ਜਦੋਂ ਆ ਜਾਂਦੇ ਤਾਂ ਫਿਰ ਇੱਥੇ ਆ ਕੇ ਗੁਰਧਾਮਾਂ 'ਤੇ ਜਿੱਥੇ ਧਾਰਮਿਕ ਸਥਾਨ ਨੇ ਮੱਥਾ ਟੇਕਦੇ ਆ। ਪਰ ਐਤਕੀ ਜਿਹੜਾ ਜਦੋਂ ਕ੍ਰਿਸਮਸ ਡੇ ਤੋਂ ਬਾਅਦ ਬਾਕੀ ਜਿਹੜੇ ਧਾਰਮਿਕ ਸਥਾਨ 'ਤੇ ਆਏ ਨੇ ਲੋਕ, ਬੜੇ ਉੱਥੇ ਤਾਂਤਾ ਲੱਗਾ ਰਿਹਾ, ਬਹੁਤ ਸ਼ਰਧਾਲੂ ਆ ਗਏ। ਨਾਲ ਲੱਗਦਾ ਹੀ ਫਿਰ ਵੇਖੋ ਨਵਾਂ ਸਾਲ ਆ ਜਾਂਦਾ। ਨਵੇਂ ਸਾਲ ਦੇ ਵਿੱਚ ਲੋਕਾਂ ਦੀ ਜਿਹੜੀ ਖੁਸ਼ੀ ਪ੍ਰਗਟਾਈ ਜਾਂਦੀ ਹੈ, ਉਹ ਖਾਸ ਤੌਰ 'ਤੇ ਅਸੀਂ ਆਪਣੇ ਗੱਲਬਾਤ 'ਚ ਬਿਆਨ ਨਹੀਂ ਕਰਦੇ। ਹਰ ਥਾਂ ਲੋਕ ਨੱਚਦੇ ਆ, ਗਾਉਂਦੇ ਆ, ਖਾਂਦੇ ਆ, ਪੀਂਦੇ ਆ, ਬੋਲੀਆਂ ਪਾਉਂਦੇ ਆ। ਇੱਕ ਤਰ੍ਹਾਂ ਦਾ ਬਹੁਤ ਵੱਡਾ ਵਿਸ਼ਵ ਮੇਲਾ ਹੁੰਦਾ ਹੈ। ਔਰ ਇਹ ਤਾਂ ਆਇਆ ਉਦੋਂ ਜਦੋਂ ਅੰਗਰੇਜ਼ਾਂ ਨੇ ਬਾਕੀ ਦੇਸ਼ਾਂ 'ਤੇ ਰਾਜ ਕੀਤਾ ਅਤੇ ਇੱਕ ਸੈਰਾਮਨੀ ਨਵੀਂ ਬਣਾ ਦਿੱਤੀ ਹੈ। ਨਹੀਂ ਤਾਂ ਇੰਡੀਆ 'ਚ ਤਾਂ ਵਿਸਾਖੀ ਮਨਾਈ ਜਾਂਦੀ, ਹੋਲੀ ਮਨਾਈ ਜਾਂਦੀ ਸੀ ਔਰ ਇਸ ਤਰ੍ਹਾਂ ਦੇ ਉਤਸਵ ਮਨਾਏ ਜਾਂਦੇ ਸੀ। ਔਰ ਇਹਦੇ ਵਿੱਚ ਜਿਹੜਾ ਪੰਜਾਬ ਆ, ਪੰਜਾਬ ਵਿੱਚ ਵੀ ਜੇ ਵੇਖਿਆ ਜਾਵੇ ਤਾਂ ਚੇਤ ਦਾ ਮਹੀਨੇ ਤੋਂ ਸ਼ੁਰੂ ਹੁੰਦਾ, 12 ਮਾਹ ਜਿਹੜੇ 12 ਮਹੀਨੇ ਨੇ। ਹੁਣ ਜਿਹੜਾ ਚੱਲ ਰਿਹਾ ਪੋਹ ਦਾ ਮਹੀਨਾ ਚੱਲ ਰਿਹਾ, ਪੋਹ ਦੇ ਮਹੀਨੇ ਵਿੱਚ ਇੰਨੇ ਸਾਡੇ ਉਤਸਵ ਆਏ, ਇੰਨੀਆਂ ਸ਼ਹੀਦੀਆਂ ਦੇ ਜਿਹੜੇ ਲੋਕਾਂ ਨੇ ਮਨਾਏ ਨੇ ਦਿਨ, ਉਸੇ ਤਰ੍ਹਾਂ ਦੇ ਦਿਵਸ ਆਏ। ਔਰ ਪੋਹ ਦਾ ਮਹੀਨੇ ਦੇ ਠੰਡ ਦੇ ਵਿੱਚ ਬੜੇ ਇਸ ਤਰ੍ਹਾਂ ਦੇ ਆਉਂਦੇ, ਪਰ ਲੋਕ ਇਹਨਾਂ ਨੂੰ ਮਨਾਉਣ ਤੋਂ ਪਿੱਛੇ ਨਹੀਂ ਹਟਦੇ। ਪਰ ਜਿਹੜੇ ਅੰਗਰੇਜ਼ੀ ਮਹੀਨਿਆਂ ਦੀ ਆਮਦ ਆ ਜਾਂ ਉਹਨਾਂ ਨੂੰ ਵੇਖ ਕੇ ਅਸੀਂ ਦਿਨ ਮਨਾਉਂਦੇ ਹਾਂ, ਇਸ ਕਰਕੇ ਆ ਕਿ ਪੱਛਮੀ ਸੱਭਿਅਤਾ ਦਾ ਪ੍ਰਭਾਵ, ਅੰਗਰੇਜ਼ਾਂ ਦਾ ਇੱਥੇ ਰਾਜ ਕਰਨਾ, ਅਤੇ ਲੋਕਾਂ ਨੇ ਉਸੇ ਤਰ੍ਹਾਂ ਉਹਨੂੰ ਮੰਨਣਾ। ਹੁਣ ਜਨਵਰੀ ਫਰਵਰੀ ਹੁੰਦੀ ਆ, ਮਹੀਨਾ ਆ ਗਿਆ ਜੀ ਦਸੰਬਰ,
ਕਹਿਣਗੇ ਜੀ ਦਸੰਬਰ 'ਚ ਇੰਨੀ ਠੰਡ ਆ ਗਈ, ਫਿਰ ਜਨਵਰੀ 'ਚ ਆਉਣੀ ਆ ਠੰਡ, ਪਰ ਅਸੀਂ ਪੋਹ ਮਾਘ ਫੱਗਣ ਚੇਤ ਭੁੱਲ ਗਏ ਹਾਂ। ਉਹਨਾਂ ਗੱਲਾਂ ਦਾ ਸਾਨੂੰ ਬਹੁਤ ਇੰਨਾ ਘੱਟ ਨਹੀਂ ਹੁੰਦਾ, ਇੰਨਾ ਗਿਆਨ ਨਹੀਂ ਹੈਗਾ ਜਾਂ ਲੋਕਾਂ ਦਾ ਉਹ ਨਹੀਂ ਹੈਗਾ। ਰੰਗਾਂ ਨੂੰ ਵੀ ਅਸੀਂ ਖੰਨਾ ਜੀ ਉਸੇ ਤਰ੍ਹਾਂ ਯਾਦ ਕਰਦੇ ਹਾਂ, ਇਹ ਗ੍ਰੀਨ ਆ, ਇਹ ਮੈਰੂਨ ਆ, ਇਹ ਬਲੂ ਹੈ, ਸਕਾਈ ਬਲੂ ਆ, ਪਰ ਅਸੀਂ ਹਰਾ ਨੀਲਾ ਪੀਲਾ ਤੇ ਉਹਨਾਂ ਤੋਂ ਭੁੱਲ ਗਏ, ਕਿਉਂਕਿ ਇਸੇ ਕਰਕੇ ਭੁੱਲ ਗਏ ਕਿ ਹੁਣ ਅਸੀਂ ਪੈਂਟਾਂ ਪਾਉਂਦੇ ਹਾਂ, ਟਾਈਆਂ ਲਾਉਂਦੇ ਹਾਂ, ਅਸੀਂ ਅੰਗਰੇਜ਼ਾਂ ਵਾਲੀ ਬੋਲੀ ਬੋਲਦੇ ਹਾਂ, ਤਾਂ ਅਸੀਂ ਉਹਨਾਂ ਤੋਂ ਦੂਰ ਆ ਕੇ ਆਪਣੇ ਉਤਸਵ ਆਪਣਾ ਸਾਰਾ ਕੁਝ ਉਹ ਸਮਝ ਲਓ ਤਿਆਗ ਹੀ ਦਿੱਤਾ। ਉਹ ਇਸ ਕਰਕੇ ਹੈਗਾ ਪੁਸ਼ਾਕਾਂ ਉਹਨਾਂ ਦੀਆਂ, ਖਾਣੇ ਉਹਨਾਂ ਦੀਆਂ। ਜਦੋਂ ਆਪਾਂ ਵਾਰ-ਵਾਰ ਗੱਲ ਕਰਦੇ ਹਾਂ ਜੀ ਹੁਣ ਅਸੀਂ ਮੱਕੀ ਦੀ ਰੋਟੀ ਖਾਣੀ ਹੈ ਜੀ, ਸਾਡਾ ਹੁਣ ਸਾਗ ਬਣਨਾ ਜੀ, ਸਰਦੀਆਂ ਦੇ ਦਿਨ ਹੈਗੇ, ਪਰ ਪੀਜ਼ਾ, ਨਾਨ, ਬਰਗਰ, ਇਹ ਸਾਰੀਆਂ ਚੀਜ਼ਾਂ ਜਿਹੜੇ ਫੂਡ ਨੇ, ਜਿਹੜੇ ਆ ਰਹੇ ਫੂਡ ਪੱਛਮੀ ਸੱਭਿਅਤਾ ਦੇ, ਉਹਨਾਂ ਨੂੰ ਅਸੀਂ ਵਾਰ-ਵਾਰ ਯਾਦ ਕਰਦੇ। ਇਸ ਕਰਕੇ ਯਾਦ ਕਰਾਂਗੇ ਕਿ ਸਾਰਾ ਸਾਡੀ ਲਾਈਫ ਦਾ ਜੋ ਬਾਹਰਲਾ ਹਿੱਸਾ ਜਾਂ ਸੋਚਣ ਸ਼ਕਤੀ ਆ ਉਹ ਸਾਡੀ ਉਹਨਾਂ ਵਰਗੀ ਹੋ ਗਈ। ਇਸੇ ਕਰਕੇ ਹੋਣ ਵਾਲੀ ਜਨਰੇਸ਼ਨ ਸ਼ਾਇਦ 12 ਮਾਹ ਦੇ ਬਾਰੇ ਪਤਾ ਹੋਊਗਾ, ਸਗਰਾਨ ਬਾਰੇ ਪਤਾ ਹੋਊਗਾ, ਰਾਗ ਤੁਖਾਰੀ ਬਾਰੇ ਪਤਾ ਹੋਊਗਾ, ਨਾਨਕ ਬਾਣੀ ਬਾਰੇ ਪਤਾ ਹੋਊਗਾ। ਆਉਣ ਵਾਲੀ ਜਿਹੜੀ ਜਨਰੇਸ਼ਨ ਆ, ਕਮਿੰਗ ਜਨਰੇਸ਼ਨ ਹੈ, ਤਾਂ ਬਿਲਕੁਲ ਇਸ ਤੋਂ ਊਣੀ ਆ, ਭੁੱਲ ਗਿਆ ਸਾਰਿਆਂ ਨੂੰ। ਇਸ ਕਰਕੇ ਭੁੱਲ ਗਿਆ, ਇੱਕ ਤਾਂ ਅਸੀਂ ਚਲੇ ਗਏ ਬਾਹਰਲੇ ਦੇਸ਼ਾਂ 'ਚ ਬਹਿ ਗਏ, ਉੱਥੋਂ ਦਾ ਕਲਚਰ ਸਾਡੇ 'ਚ ਸਮਾ ਗਿਆ। ਦੂਜਾ ਅਸੀਂ ਅੰਗਰੇਜ਼ੀ ਵਾਲੇ ਪਾਸੇ ਚਲੇ ਗਏ, ਅਸੀਂ ਆਪਣੀ ਮਾਤਰ ਭਾਸ਼ਾ, ਆਪਣੇ ਦਿਨ ਦਿਹਾੜ, ਉਹ ਸਾਰਾ ਕੁਝ ਇਸ ਕਰਕੇ ਭੁੱਲ ਗਏ ਕਿ ਸਾਡੇ ਕੋਲ ਸਭਿਅਤਾ ਹੀ ਉਹ ਆ ਗਈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਦਰਸ਼ਕ ਵੀ ਜਾਣਦੇ ਇਸ ਗੱਲ ਤੋਂ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਭਾਸ਼ਾ ਨੂੰ ਵੀ ਖਤਰਾ ਹੈਗਾ, ਕਲਚਰ ਨੂੰ ਵੀ ਖਤਰਾ ਹੈਗਾ, ਰਹਿਣ ਸਹਿਣ ਨੂੰ ਵੀ ਖਤਰਾ ਹੈਗਾ, ਤੇ ਪੁਸ਼ਾਕਾਂ ਤੇ ਪਾਉਣ ਵਾਲੇ ਨੂੰ ਚੀਜ਼ਾਂ ਨੂੰ ਵੀ ਖਤਰਾ ਹੈਗਾ। ਬਿਲਕੁਲ ਠੀਕ ਕਹਿ ਰਹੇ ਹੋ ਜੀ। ਚਲੋ ਪੁਸ਼ਾਕਾਂ ਦੀ ਗੱਲ ਹੋਈ ਹੈ, ਠੰਡ ਬਹੁਤ ਹੋ ਗਈ ਹੈ, ਇਸ ਕਰਕੇ ਲੋਕਾਂ ਨੂੰ ਠੰਡ ਬਹੁਤ ਲੱਗਦੀ ਹੈ, ਪੁਸ਼ਾਕਾਂ ਤਰ੍ਹਾਂ ਤਰ੍ਹਾਂ ਦੀਆਂ ਪਾਉਂਦੀਆਂ ਨੇ। ਬੁੱਕਲਾਂ ਗਈਆਂ ਨਾ ਮਾਰਨੀਆਂ, ਕੰਬਲ ਦੀ ਬੁੱਕਣ ਮਾਰਨੀ, ਤੇ ਵਿੱਚ ਚਾਹ ਪੀਣੀ ਸੀ, ਉੱਦਾਂ ਹੀ ਬਹਿਣਾ ਸੀ ਉੱਤੇ। ਪਹਿਲਾਂ ਤਾਂ ਚਾਹ ਵੀ ਨਹੀਂ ਸੀ ਪੈਸੇ ਹੁੰਦੀ, ਚਾਹ ਨਹੀਂ ਹੁੰਦੀ, ਲੱਸੀ ਪੀਂਦੇ, ਸਿਆਲ ਹੋਵੇ ਠੰਡ ਹੋਵੇ ਜੋ ਮਰਜ਼ੀ ਆ। ਚਾਹ ਵੀ ਤਾਂ ਅੰਗਰੇਜ਼ਾਂ ਦੇ ਟਾਈਮ 'ਤੇ ਆਈ ਹੈ, ਈਸਟ ਇੰਡੀਆ ਕੰਪਨੀ ਨੇ ਇੱਥੇ ਲਾਂਚ ਕੀਤੀ ਹੈ। ਫਿਰ ਸਾਰੇ ਦੇਸ਼ 'ਚ ਆ ਗਈ ਕੌਫੀ, ਹਾਲਾਂਕਿ ਬਣਦੀ ਸਾਡੇ ਇੱਥੇ ਆ ਕੌਫੀ, ਤਾਂ ਆਪਣੇ ਮੋਗੇ ਬਣਦੀ ਹੈ, ਮੋਗੇ ਤੋਂ ਬਾਅਦ ਫਿਰ ਇਹ ਦਿੱਲੀ ਜਾਂਦੀ ਹੈ, ਉਹ ਤੋਂ ਬਾਅਦ ਸਾਰੀ ਦੁਨੀਆ 'ਚ ਜਾਂਦੀ ਹੈ। ਇਹ ਚੀਜ਼ਾਂ ਜਿਹੜੀਆਂ ਹੈ ਬਿਲਕੁਲ ਠੀਕ ਹੈ। ਔਰ ਹੁਣ ਕੜਾਕੇ ਦੀ ਸਰਦੀ ਹੈ, ਪੁਸ਼ਾਕ ਦਾ ਵੀ ਧਿਆਨ ਰੱਖਣੇ ਆ, ਖਾਣ ਪੀਣ ਦਾ ਵੀ ਧਿਆਨ ਰੱਖਦੇ ਆ। ਭਾਈ ਲੋਹੜੀ ਦੀ ਬੁੱਕਲ ਜਿਹੜੀ ਤੁਸੀਂ ਕਿਹਾ, ਬੁੱਕਲ ਵੀ ਮਾਰਦੇ ਨੇ, ਤੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਕਿਉਂਕਿ ਵੱਡੇ ਦਿਨਾਂ ਦੀਆਂ ਛੁੱਟੀਆਂ ਹੋ ਜਾਂਦੀਆਂ ਨੇ 25 ਦਸੰਬਰ ਤੋਂ। ਹੁਣ ਉਹ ਛੁੱਟੀਆਂ ਦੀ ਤਾਰੀਖ ਅੱਗੇ ਵਧਾ ਦਿੱਤੀ ਗਈ ਹੈ ਤਾਂ ਕਿ ਬੱਚਿਆਂ ਨੂੰ ਰਾਹਤ ਮਿਲੇ। ਬਹੁਤ ਜ਼ਿਆਦਾ ਸਰਦੀ ਹੈ, ਇਸ ਕਰਕੇ ਬੱਚਿਆਂ ਨੂੰ ਕਿਹਾ ਸਕੂਲ ਨਾ ਆਓ, ਘਰ ਬਹਿ ਕੇ ਪੜ੍ਹੋ, ਤੇ ਛੁੱਟੀਆਂ ਵਧਾ ਦਿੱਤੀਆਂ ਗਈਆਂ। ਹਾਂ, ਗੱਲ ਸਹੀ ਆ। ਜਿਹੜੀ ਠੰਡ ਆ ਨਾ, ਇਹਨੇ ਕਈ ਚੀਜ਼ਾਂ ਨੂੰ ਰੋਕ ਦਿੰਦੇ ਆ। ਜੇ ਤਾਂ ਆਪਾਂ ਬਾਹਰਲੇ ਦੇਸ਼ਾਂ ਦੀ ਹੁਣੇ ਗੱਲ ਕਰਕੇ ਹਟੇ ਹਾਂ ਕਿ ਉੱਥੇ ਬਹੁਤ ਸਰਦੀ ਆ, ਉੱਥੇ ਆਵਾਜਾਈ ਦੇ ਸਾਧਨ ਜਿਹੜੇ ਆ ਘੱਟ ਗਏ ਆ, ਲੋਕ ਆਉਣਾ ਜਾਣਾ, ਚੱਲਣਾ ਫਿਰਨਾ ਰੁਕ ਗਏ ਆ, ਅਤੇ ਵਰਕ ਫਰੋਮ ਹੋਮ ਹੋ ਗਿਆ ਉੱਥੇ। ਅਤੇ ਇੰਡੀਆ 'ਚ ਜਾਂ ਪੰਜਾਬ 'ਚ ਵੀ ਉਹੀ ਗੱਲ ਹੋ ਗਈ। ਹੁਣੇ ਇਹਨਾਂ ਨੇ ਵੈਸੇ 2 ਤਰੀਕ ਨੂੰ ਸਕੂਲ ਲੱਗਣੇ ਸਰਕਾਰੀ ਅਤੇ ਅਰਧ ਸਰਕਾਰੀ ਪ੍ਰਾਈਵੇਟ ਸਕੂਲਾਂ ਦਾ ਸਮਾਂ ਸੀ। ਅੱਜ ਬੱਚੇ ਸਕੂਲੇ ਹੋਣੇ ਸੀਗੇ, ਪਰ ਉਹਨਾਂ ਨੇ ਕਿਹਾ ਵੀ ਧੁੰਦ ਬਹੁਤ ਜ਼ਿਆਦਾ ਹੈ ਨਾ, ਫਿਰ ਸੰਘਣੀ ਧੁੰਦ ਆ, ਕੜਾਕੇ ਦੀ ਠੰਡ ਹੈਗੀ ਆ, ਸ਼ੀਤ ਲਹਿਰ ਚੱਲ ਰਹੀ ਆ, ਇਹਨਾਂ ਚੀਜ਼ਾਂ ਤੋਂ ਬਚਾਉਣ ਲਈ ਕਿ ਬੱਚੇ ਜਿਹੜੇ ਆ ਬਿਮਾਰ ਨਾ ਹੋ ਜਾਣ। ਇਹਦੋਂ ਪਹਿਲਾਂ ਥੋੜ੍ਹੀ ਬਹੁਤ 2 ਦਿਨ ਕਿਣਮਿਣ ਵੀ ਹੋਈ ਹੈ, ਔਰ ਬਾਰਿਸ਼ ਨਾਲ ਥੋੜ੍ਹਾ ਜਿਹੀ ਰਾਹਤ ਤਾਂ ਮਿਲੀ ਆ, ਪਰ ਫਿਰ ਵੀ ਪਾਰਾ ਥੱਲੇ ਨੂੰ ਗਿਆ, 0 ਡਿਗਰੀ ਵਾਲੇ ਪਾਸੇ ਨੂੰ ਗਿਆ ਵਾ। ਉਹਦੇ ਨਾਲ ਰਾਹਤ ਤਾਂ ਨਹੀਂ ਮਿਲੀ, ਠੰਡ ਜ਼ਿਆਦਾ ਹੋ ਗਈ, ਔਰ ਉਹਦੇ ਕਰਕੇ ਬੱਚਿਆਂ ਨੂੰ ਇਹਨਾਂ ਨੇ ਰੋਕ ਲਿਆ ਕਿ ਬੱਚਿਆਂ ਨੂੰ ਬਚਾਓ ਤਾਂ ਕਿ ਬੱਚੇ ਬਿਮਾਰੀ ਤੋਂ ਦੂਰ ਰਹਿਣ। ਔਰ ਅੱਗੇ ਵੀ ਬਿਮਾਰੀ ਦਾ ਰੌਲਾ ਪੈ ਰਿਹਾ, ਕਰੋਨਾ ਦਾ ਰੌਲਾ ਪੈ ਰਿਹਾ, ਤਾਂ ਉਹਨਾਂ ਨੇ ਕਿਹਾ ਜਿਹੜੀਆਂ ਬਾਕੀ ਬਿਮਾਰੀਆਂ ਆ ਰਹੀਆਂ, ਡੇਂਗੂ ਦਾ ਬੁਖਾਰ ਹੋ ਜਾਂਦਾ, ਉਹਦੇ 'ਚ ਕਈ ਤਰ੍ਹਾਂ ਦੇ ਬੁਖਾਰ ਫੀਵਰ ਹੁੰਦੇ ਆ, ਬੱਚਿਆਂ ਨੂੰ ਉਹਨਾਂ ਤੋਂ ਬਚਾਉਣ ਲਈ ਇਹਨਾਂ ਨੇ ਕਿਹਾ ਵੀ 8 ਤਰੀਕ ਤੱਕ ਛੁੱਟੀਆਂ ਕਰੋ। ਨਹੀਂ ਤਾਂ ਅੱਜ ਬੱਚੇ ਟੀਚਰ ਵਿਚਾਰੇ ਤਿਆਰ ਸੀਗੇ ਸਕੂਲਾਂ 'ਚ ਜਾਣ ਲਈ, ਔਰ ਉਹ 'ਚ ਆਂਗਣਵਾੜੀ ਦੇ ਜਿਹੜੇ ਆ ਉਹ ਵੀ ਇਹਨਾਂ ਨੇ ਸਕੂਲ ਬੰਦ ਕਰ ਦਿੱਤੇ ਆ। ਉਹ 'ਚ ਜਿਹੜੀਆਂ ਟੀਚਰ ਨੇ ਉਹ ਵੀ ਨਹੀਂ ਆਉਣਗੀਆਂ, ਬੱਚੇ ਨਹੀਂ ਆਉਣਗੇ, ਸਾਰਾ ਕੁਛ ਹੈਗਾ। ਜਿਹੜੇ ਖਾਸ ਤੌਰ 'ਤੇ ਛੋਟੇ ਬੱਚੇ ਸੀਗੇ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਸੀ, ਜਿਹੜੇ ਨਿੱਕੀਆਂ ਕਲਾਸਾਂ 'ਚ ਪੜ੍ਹ ਰਹੇ ਆ, ਬਾਲਵਾੜੀ ਆ, ਉਹਨਾਂ ਬੱਚਿਆਂ ਨੂੰ ਇਹਨਾਂ ਨੇ ਕਹਿ ਤਾ ਕਿ ਬੱਚਿਆਂ ਨੂੰ ਕਰ ਦਿਓ ਛੁੱਟੀਆਂ। ਇਹਦੇ ਨਾਲ ਬੱਚੇ ਅੱਗੇ ਬੱਸਾਂ 'ਤੇ ਆਉਂਦੇ ਸੀ, ਜਾਂਦੇ ਸੀ, ਸਾਰਾ ਕੁਛ ਗਰਮ ਕੱਪੜੇ ਪਾਉਂਦੇ ਆ, ਉਹਦੇ ਨਾਲ ਮਾਵਾਂ ਤੇ ਉਹਦੇ ਨਾਲ ਪੇਰੈਂਟਸ ਵੀ ਵਿਚਾਰੇ ਦੁਖੀ ਹੁੰਦੇ ਆ। ਬੱਚਿਆਂ ਨੂੰ ਤਿਆਰ ਕਰਨਾ, ਸਵੇਰੇ ਉਠਾਉਣਾ, ਫਿਰ ਉਹਨਾਂ ਨੂੰ ਬਸਤਾ ਤਿਆਰ ਕਰਨਾ ਉਹਨਾਂ ਦਾ, ਫਿਰ ਉਹਨਾਂ ਦਾ ਲੰਚ ਤਿਆਰ ਕਰਨਾ, ਨਾਲ ਉਹਨਾਂ ਨੂੰ ਪੂੜੀਆਂ ਸਵੇਰੇ ਖਵਾਉਣੀਆਂ। ਮਾਂ ਪਿਓ ਵੀ ਨਾਲ ਹੀ ਬਿਜ਼ੀ ਰਹਿੰਦਾ, ਪਰ ਇਹ ਹੈ ਬੱਚੇ ਨੂੰ ਪੜ੍ਹਾਉਣਾ ਜੇ ਟੀਚਰ ਲਈ ਔਖਾ ਹੈਗਾ ਅਤੇ ਨਾਲ ਔਖਾ ਪੇਰੈਂਟਸ ਲਈ ਵੀ ਹੈਗਾ। ਪੇਰੈਂਟਸ ਵੀ ਵਿਚਾਰੇ ਸਾਰੀ ਦਿਹਾੜੀ ਪਹਿਲਾਂ ਤਾਂ ਬੱਚੇ ਨੂੰ ਤੋਰਦੇ ਆ, ਫਿਰ ਉਹ ਉਡੀਕਦੇ ਕਦੋਂ ਬੱਸ ਤੋਂ ਆ ਰਿਹਾ, ਕਦੋਂ ਉਤਰੂਗਾ। ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ, ਪਰ ਇਹਨੂੰ ਥੋੜ੍ਹਾ ਜਿਹਾ ਰਾਹਤ ਦੇਣ ਲਈ ਪੰਜਾਬ ਸਰਕਾਰ ਨੇ, ਐਜੂਕੇਸ਼ਨ ਡਿਪਾਰਟਮੈਂਟ ਨੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਚੰਗਾ ਡਿਸੀਜਨ ਲੈ ਲਿਆ। ਹਾਂਜੀ, ਬਿਲਕੁਲ ਠੀਕ ਹੈ, ਚੰਗਾ ਡਿਸੀਜ਼ਨ ਲਿਆ ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ, ਔਰ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਖਾਸ ਤੌਰ 'ਤੇ ਠੰਡ ਤੋਂ ਬਚਾ ਕੇ ਰੱਖਣਾ ਪੈਂਦਾ ਹੈ, ਉਹ ਜ਼ਰੂਰੀ ਵੀ ਹੈ। ਸੋ SYL ਦੇ ਪਾਣੀ ਦੇ ਮਸਲੇ 'ਤੇ ਹੁਣ ਪਾਣੀ ਦੀ ਗੱਲ ਕਰਨ ਲੱਗੇ, ਠੰਡ ਲੱਗੂਗੀ, ਠੰਡ ਦੇ ਵਿੱਚ ਪਾਣੀ, ਔਰ SYL ਦੇ
ਤੁਸੀਂ ਕੋਈ ਇਸ ਤਰ੍ਹਾਂ ਕਿਉਂ ਨਹੀਂ ਕਹਤਾ ਵੀ ਕੋਈ ਕੋਲੇ ਵਾਲੀ ਅੰਗੀਠੀ ਦੀ ਗੱਲ ਕਰਨ ਤੇ ਸੋਚਦਾ ਲੋਕਾਂ ਨੂੰ ਗਰਮੈਸ਼ ਹੁੰਦੀ, ਸਾਡੇ ਦਰਸ਼ਕ ਹੋਰ ਖੁਸ਼ ਹੁੰਦੇ। ਸੋ ਕੋਲੇ ਵਾਲੀ ਅੰਗੀਠੀ ਬਾਲ ਕੇ ਆਪਾਂ ਉਹ ਅੰਗੀਠੀ ਦੇ ਕੋਲ ਬਹਿ ਕੇ SYL ਮੁੱਦੇ ਦੀ ਗੱਲ ਕਰਦੇ ਹਾਂ ਕਿ ਕੇਂਦਰ ਨੇ ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਸੱਦੇ ਨੇ, ਸ਼ਾਇਦ 3 ਤਰੀਕ ਨੂੰ ਉਹਨਾਂ ਦੀ ਮੀਟਿੰਗ ਰੱਖੀ ਹੈ ਜੀ। ਉਹ ਕਹਿੰਦੇ ਇੱਕ ਸ਼ਾਇਰ ਨੇ ਕਹਿੰਦਾ, ਸੋਟਾ ਮਾਰਿਆ ਪਾਣੀ ਨਹੀਂ ਵੱਖ ਹੋਣੇ, ਇਹ ਹਮਸਾਏ ਤੇ ਮਾਂ ਪਿਓ ਜਾਏ ਹੋਏ ਨੇ। ਹਮਸਾਏ ਮਤਲਬ ਸਾਡੇ ਗੁਆਂਢੀ ਪੜੋਸੀ। ਹਰਿਆਣੇ ਨਾਲ ਸਾਡਾ ਬੜਾ ਪੁਰਾਣਾ ਇਹ ਚੱਲ ਰਿਹਾ ਵਾਦ ਵਿਵਾਦ ਪਾਣੀ 'ਤੇ, ਔਰ ਰਾਜਸਥਾਨ ਨੂੰ ਵੀ ਪਾਣੀ ਦੇਣਾ ਚਾਹੁੰਦੇ ਸੀ ਤਾਂ ਨਹਿਰ ਕੱਢੀ ਗਈ ਸੀ SYL। ਤੇ SYL ਨਹਿਰ ਦੇ ਵਿੱਚ ਜਿਹੜਾ ਇਹ ਰੌਲਾ ਸੀਗਾ, ਸਤਲੁਜ ਦਰਿਆ ਤੋਂ ਕੱਢ ਕੇ ਇਹਨਾਂ ਅੱਗੇ ਹਰਿਆਣੇ ਨੂੰ ਪਾਣੀ ਦੇਣਾ ਸੀਗਾ, ਉਹ ਇੱਕ ਵਾਰੀ ਰੋਕ ਲਿਆ। ਉਹ 'ਚ ਕਾਂਗਰਸ ਵੀ ਪੂਰੇ ਜ਼ੋਰਾਂ ਨਾਲ ਜਦੋਜਹਿਦ ਕੀਤੀ, ਉਹਨਾਂ ਨੇ ਜੇਲ੍ਹਾਂ 'ਚ ਵੀ ਗਏ। ਉਸ ਤੋਂ ਬਾਅਦ ਅਕਾਲੀ ਦਲ ਨੇ ਵੀ ਖਾਸ ਤੌਰ 'ਤੇ ਇਹ ਯੁੱਧ ਮੋਰਚਾ ਲਾਇਆ, ਔਰ ਉਦੋਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਸਨ, ਔਰ ਉਹਨਾਂ ਦੇ ਨਾਲ ਹੋਰ ਵੀ ਨੇਤਾ ਸੀਗੇ, ਉਹਨਾਂ ਨੇ ਇਹ 'ਚ ਬਹੁਤ ਰੌਲਾ ਪਾਇਆ ਔਰ ਆਪਣਾ ਹੱਕ ਮੰਗਿਆ ਕਿ ਪੰਜਾਬ ਦਾ ਪਾਣੀ ਅਸੀਂ ਬਾਹਰ ਨਹੀਂ ਦੇਵਾਂਗੇ। ਜਦੋਂ ਕਿ ਸੁਪਰੀਮ ਕੋਰਟ ਤੱਕ ਇਹ ਚਲੇ ਗਿਆ ਅਤੇ ਇਹ ਮਸਲਾ ਜਦੋਂ ਸੁਪਰੀਮ ਕੋਰਟ ਗਿਆ, ਸੁਪਰੀਮ ਕੋਰਟ ਨੇ ਫਿਰ ਦੁਬਾਰਾ ਹੁਣ ਕਹਿ ਦਿੱਤਾ ਕਿ ਇਹਦੇ ਵਿੱਚ ਦੋਵੇਂ ਮੁੱਖ ਮੰਤਰੀ ਬਹਿ ਕੇ ਆਪਣਾ ਨਜਿੱਠ ਲੈਣਗੇ ਮਸਲਾ, ਜੇ ਨਹੀਂ ਨਜਿੱਠਣਗੇ ਤਾਂ ਫਿਰ ਕੋਰਟ 'ਚ ਵਾਪਸ ਆ ਜਾਊਗਾ। ਇਹਦੋਂ ਪਹਿਲਾਂ ਭਗਵੰਤ ਮਾਨ ਨੇ ਅਤੇ ਖੱਟਰ ਜੀ ਨੇ ਦੋਵਾਂ ਨੇ ਬਹਿ ਕੇ ਗੱਲਬਾਤ ਕਰ ਲਈ ਆ। ਉਹਦਾ ਹੋ ਸਕਦਾ ਕਿ ਉਦੋਂ ਗੱਲ ਵਿੱਚ ਕੋਈ ਨਿਬੇੜਾ ਨਹੀਂ ਹੋਇਆ। ਫਿਰ ਹੁਣ ਕੇਂਦਰ ਨੇ ਕਹਿ ਦਿੱਤਾ ਕਿ ਤੁਸੀਂ ਦੁਬਾਰਾ ਇੱਥੇ ਦੋਨੇ ਮੁੱਖ ਮੰਤਰੀ ਆਓਗੇ, ਕੇਂਦਰ ਪਲੱਸ ਦੋਨਾਂ ਦੇ ਮੁੱਖ ਮੰਤਰੀ ਇਸ ਗੱਲ ਨੂੰ ਫਿਰ ਦੁਬਾਰਾ ਗੱਲ ਕਰਨਗੇ। ਬਾਕੀ ਗੱਲ ਇਹ ਰਹੀ ਕਿ ਕੇਂਦਰ ਵਿੱਚ ਜਿਹੜੀ ਸਰਕਾਰ ਹੈ ਉਹ NDA ਆ, ਭਾਜਪਾ ਦੀ ਸਰਕਾਰ ਆ। ਹਰਿਆਣੇ ਵਿੱਚ ਵੀ ਹੂਬਹੂ ਹੀ ਸਾਰਾ ਕੁਛ ਹੈਗਾ, ਉਹ ਡਬਲ ਇੰਜਨ ਦੀ ਆਪਾਂ ਗੱਲ ਕਰਦੇ ਹਾਂ, ਉਹ ਗੱਲ ਉਸੇ ਤਰ੍ਹਾਂ ਹੀ ਹੈਗੀ ਆ। ਪਰ ਹੁਣ ਦੇਖਦੇ ਹਾਂ ਕਿ ਕਿਸ ਭਾਅ ਜਿਹੜਾ ਇਹ ਵਿਕਦੀ ਗੱਲ, ਕਿਸ ਭਾਅ ਜਾ ਕੇ ਗੱਲ ਸਿਰੇ ਲੱਗਦੀ ਆ, ਕਿਉਂਕਿ ਇਹ ਮਾਮਲਾ ਬੜਾ ਪੁਰਾਣਾ ਪੰਜਾਬ ਲਈ, ਰਾਜਸਥਾਨ ਲਈ, ਹਰਿਆਣੇ ਲਈ। ਹਿਮਾਚਲ ਕੋਲ ਤਾਂ ਪਾਣੀ ਬਹੁਤ ਹੈਗਾ, ਹਰਿਆਣਾ ਤਾਂ ਚਲੋ ਅਨਡਿਵਾਈਡਡ ਪੰਜਾਬ ਦਾ ਹਿੱਸਾ ਰਿਹਾ ਹੈਗਾ ਔਰ ਸਾਂਝੇ ਪੰਜਾਬ ਦਾ ਹੀ ਹਿੱਸਾ ਵਾ, ਪਰ ਤਰੱਕੀ ਦੇ ਲਿਹਾਜ਼ ਨਾਲ ਵੀ ਬਰਾਬਰ ਚੱਲ ਰਿਹਾ ਪੰਜਾਬ ਦੇ ਵਿੱਚ। ਹਿਮਾਚਲ ਕੋਲ ਜ਼ਮੀਨ ਥੋੜ੍ਹੀ ਜਿਹੀ ਐਗਰੀਕਲਚਰ ਲੈਂਡ ਥੋੜ੍ਹੀ ਹੋਣ ਕਰਕੇ ਪਾਣੀ ਦੀ ਤਾਂ ਉਹਨੂੰ ਘਾਟ ਨਹੀਂ, ਪਾਣੀ ਤਾਂ ਉਹਦੇ ਕੋਲ ਆਪ ਬਹੁਤ ਹੈਗਾ। ਉਹਦਾ ਪਾਣੀ ਹਿਮਾਚਲ ਤੋਂ ਪਾਣੀ ਆ ਕੇ ਦਰਿਆ ਬਣਦੇ ਆ, ਦਰਿਆਵਾਂ ਤੋਂ ਬਾਅਦ ਨਹਿਰਾਂ ਬਣਦੀਆਂ, ਨਹਿਰਾਂ ਤੋਂ ਬਾਅਦ ਸੂਏ ਆ, ਖਾਲਾਂ, ਸਾਰਾ ਕੁਛ ਨਹਿਰਾਂ, ਵਾਟਰ ਰਿਸੋਰਸਿਸ ਜਿਹੜੇ ਪੰਜਾਬ ਨੂੰ ਜਾਂਦੇ ਆ। ਪਰ ਪੰਜਾਬ ਕੋਲ ਇੰਨਾ ਖੰਨਾ ਜੀ ਪਾਣੀ ਇੰਨਾ ਨਹੀਂ ਹੈਗਾ, ਇਸ ਕਰਕੇ ਨਹੀਂ ਹੈਗਾ ਕਿ ਪਾਣੀ ਜ਼ਮੀਨ ਦਾ ਜਿਹੜਾ ਸਤਰ ਥੱਲੇ ਆ, ਪਾਣੀ ਬਹੁਤ ਥੱਲੇ ਚਲੇ ਗਿਆ। ਪਹਿਲੋਂ ਨਲਕੇ 300 ਫੁੱਟ 'ਤੇ ਲੱਗ ਜਾਂਦੇ ਸੀ, 250 'ਤੇ 200 'ਤੇ, ਹੁਣ ਜਾ ਕੇ 800 ਫੁੱਟ 'ਤੇ ਜਾ ਕੇ ਨਲਕਾ ਟਿਊਬਵੈੱਲ ਜਿਹੜੇ ਲਾਉਣੇ ਪੈਂਦੇ ਆ, ਇਹ ਵੀ ਬਹੁਤ ਦੂਰ ਤੱਕ ਡੀਪ ਪਾਣੀ ਚਲੇ ਗਿਆ। ਇਸ ਕਰਕੇ ਨਹਿਰਾਂ ਦੇ ਪਾਣੀ 'ਤੇ ਡਿਪੈਂਡ ਹੋਣਾ ਔਖਾ ਵੀ ਹੈ। ਇਸ ਕਰਕੇ ਕਿ ਨਹਿਰਾਂ 'ਚ ਵੀ ਪਾਣੀ ਇੰਨਾ ਜ਼ਿਆਦਾ ਨਹੀਂ, ਦਰਿਆਵਾਂ ਦੇ ਵਿੱਚ ਪਾਣੀ ਬਹੁਤਾ ਨਹੀਂ, ਬਾਰਿਸ਼ ਬਹੁਤ ਘੱਟ ਹੁੰਦੀ ਹੈ, ਉਸ ਕਰਕੇ ਵੀ ਹੈਗਾ। ਜੇ ਹਿਮਾਚਲ 'ਚ ਬਾਰਿਸ਼ ਹੋਊਗੀ ਤਾਂ ਹੀ ਪਾਣੀ ਆਊਗਾ। ਬਿਆਸ ਦਰਿਆ ਹਿਮਾਚਲ 'ਚੋਂ ਨਿਕਲਦਾ, ਸਤਲੁਜ ਦਾ ਪਾਣੀ ਉੱਧਰੋਂ ਆਉਂਦਾ। ਹੁਣ ਪੰਜਾਬ 'ਤੇ 5 ਦਰਿਆਵਾਂ ਦਾ ਨਹੀਂ ਰਹਿ ਗਿਆ, 2.5 ਦਰਿਆ ਵੀ ਪੂਰੇ ਨਹੀਂ ਹੈਗੇ, 2 ਦਰਿਆ ਤਾਂ ਇਹਨਾਂ ਕੋਲ ਪੂਰੇ ਸਾਲਮ ਹੈਗੇ ਆ, ਅਤੇ ਬਾਕੀ ਚਨਾਬ ਉੱਧਰ ਹੈ, ਜਿਹਲਮ ਉੱਧਰ ਹੈਗਾ, ਜਿਹਲਮ ਦਾ ਪਾਣੀ ਥੋੜ੍ਹਾ ਬਹੁਤ ਇੱਧਰ ਆਉਂਦਾ ਵਾ। ਉਹ ਪੰਜਾਬ ਨੇ 2.5 ਦਰਿਆ ਉੱਧਰ ਚਲੇ ਗਏ, 2.5 ਇੱਧਰ ਆ ਕੇ, ਅਤੇ ਪਾਣੀ ਵੰਡਿਆ ਗਿਆ। ਪਾਣੀ ਵੰਡਣ ਨਾਲ ਬਾਕੀ ਸੂਬੇ ਵੀ ਵੰਡੇ ਗਏ, ਉੱਧਰੋਂ ਤਾਂ ਹਰਿਆਣਾ ਆ ਗਿਆ, ਬਾਕੀ ਹਿਮਾਚਲ ਆ ਗਿਆ, ਰਾਜਸਥਾਨ ਤੋਂ ਪਾਣੀ ਇੰਨਾ ਹੈ ਨਹੀਂ, ਉਹ ਵੀ ਪੰਜਾਬ ਕੋਲ ਮੰਗ ਰਿਹਾ ਹੈਗਾ। ਪਰ ਹੁਣ ਮੇਰਾ ਖਿਆਲ ਕੇਂਦਰ ਜੇ ਡਿਸਾਈਡ ਕਰੂਗਾ ਤਾਂ ਅੱਛੇ ਤਰੀਕੇ ਨਾਲ ਗੱਲ ਕਰੂਗਾ, ਜੇ ਨਹੀਂ ਡਿਸਾਈਡ ਅੱਛੇ ਤਰੀਕੇ ਨਾਲ ਕਰਦਾ ਤਾਂ ਫਿਰ ਰੌਲਾ ਪਊਗਾ, ਕਿਉਂਕਿ ਪੰਜਾਬ ਸਰਕਾਰ ਤਾਂ ਮੰਨਣ ਵਾਲੀ ਨਹੀਂ, ਔਰ ਵਿਰੋਧੀ ਪਾਰਟੀਆਂ ਤਾਂ ਅੱਗੇ ਵੀ ਇਸ ਗੱਲ 'ਤੇ ਵਿਰੋਧਤਾ ਕਰ ਰਹੀਆਂ ਕਿ ਪੰਜਾਬ ਦਾ ਇੱਕ ਵੀ ਬੂੰਦ ਪਾਣੀ ਹਰਿਆਣੇ ਨੂੰ ਨਹੀਂ ਦਿੱਤਾ ਜਾਊਗਾ। ਬਾਕੀ ਸਾਂਝ ਦਿਹਾੜੀ ਸਾਡੀ ਹੈਗੀ ਹੈ, ਜੋ ਕੁਛ ਹੈਗਾ ਔਰ ਉਹਦੇ ਵਿੱਚ ਹੈਗਾ। ਇਹ ਪ੍ਰੋਬਲਮ ਜਿਹੜੀ ਹੈਗੀ ਸਮੱਸਿਆ ਦਾ ਹੱਲ ਅਜੇ ਮੇਰਾ ਖਿਆਲ ਆ ਕਿ ਇਸ ਮੀਟਿੰਗ 'ਚ ਨਹੀਂ ਨਿਕਲੂਗਾ ਕੋਈ ਵੀ। ਮੀਟਿੰਗ ਤੇ ਦਾ ਨਿਕਲੇਗਾ ਨਾ ਜੇ ਕੋਈ ਨੀਅਤ ਹੋਏਗੀ, ਨੀਅਤ ਤਾਂ ਹੈ ਨਹੀਂ, ਉਹ ਤਾਂ ਪਤਾ ਹੀ ਹੈ। ਇਹ ਤਾਂ ਗੱਲ ਠੀਕ ਹੈ, ਜੇ ਨੀਅਤ ਚੰਗੀ ਹੋਵੇ ਤਾਂ। ਇਹ ਤਾਂ ਸੁਪਰੀਮ ਕੋਰਟ ਨੇ ਕਹਿ ਦਿੱਤਾ, ਤੇ ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਨਾ ਕਿ ਆਈ ਅੱਖ ਦੇ ਵਿੱਚ ਦਾਰੂ ਪਾਉਣ ਵਾਲੀ ਗੱਲ ਹੈ, ਆਈ ਵਾਸ਼ ਹੈ, ਹੋਰ ਤਾਂ ਕੁਛ ਨਹੀਂ, ਇਹਦੇ ਵਿੱਚੋਂ ਨਿਕਲਣਾ ਕੁਛ ਨਹੀਂ। ਪੁਰਾਣੇ ਸਮੇਂ 'ਚ ਅਸੀਂ ਪਾਣੀ ਕਿਵੇਂ ਸਾਂਭਦੇ ਸੀ, ਛੱਪੜਾਂ 'ਚ ਪਾਣੀ ਸਾਂਭਣਾ, ਸੂਏ, ਖੂਹ, ਹੁਣ ਉਹ ਸਭ ਬੰਦ, ਨਲਕੇ ਤੱਕ ਬੰਦ। ਨੈਚੁਰਲ ਰਿਸੋਰਸ ਹੈ ਨਹੀਂ ਪਾਣੀ ਦੇਖਦੇ। ਸੋ ਇਹ ਸਾਰਾ ਕੁਝ ਪਾਣੀ ਬੁਰਾ ਹਾਲ ਹੈ, ਔਰ ਇਸ ਪਾਣੀ ਜ਼ਮੀਨ ਦਾ ਵੀ ਥੱਲੇ ਚਲੇ ਗਿਆ ਬਹੁਤ ਜ਼ਿਆਦਾ, ਪੀਣ ਵਾਲਾ ਪਾਣੀ ਵੀ ਮਾੜਾ ਹਾਲ ਹੈ। 400 ਫੁੱਟ ਦੇ ਉੱਤੇ ਜਾ ਕੇ ਮੋਟਰ ਲੱਗਦੇ ਨੇ, ਸਬਮਰਸੀਬਲ ਪੰਪ ਲੱਗਦੇ ਪਏ ਨੇ। ਸੋ ਇਹ ਬਹੁਤ ਬੁਰੀ ਹਾਲਤ ਹੈ, ਪਰ ਇਹ ਨਤੀਜਾ ਲੱਗਦਾ ਨਹੀਂ ਨਿਕਲਣਾ। ਮਾਮਲਾ ਥੋੜਾ ਹੋਰ ਉਲਝਣਾ। ਜਿਹੜਾ ਵੀ ਪ੍ਰੈਡਿਕਸ਼ਨ ਦਿੰਦੇ ਜੇ ਵੀ ਕਰਦੇ ਹੋ, ਕਈ ਵਾਰੀ ਠੀਕ ਹੁੰਦਾ। ਦੇਖੋ ਨਾ, ਜੇ ਨਤੀਜਾ ਕੱਢ ਦਿੱਤਾ ਤਾਂ ਫਿਰ ਸਿਆਸਤ ਕਿੱਥੇ ਰਹਿ ਗਈ? ਬਸ ਉਹੀ ਗੱਲ। ਫਿਰ ਜੇ ਅਸੀਂ J&K ਵਾਲਾ ਮਸਲਾ ਹੱਲ ਕਰ ਦਿੱਤਾ ਤੇ ਫਿਰ ਸਿਆਸਤ ਕਿੱਥੇ ਰਹਿ ਗਈ? ਫਿਰ ਜੇ ਤੁਸੀਂ ਪੰਜਾਬ ਦੇ ਮਸਲਿਆਂ ਨੂੰ ਬਿਲਕੁਲ ਨਜਿੱਠ ਲਿਆ ਤੇ ਸਿਆਸਤ ਕਿੱਥੇ ਰਹਿ ਗਈ? ਨਾਅਰੇਬਾਜ਼ੀ ਕਿੱਥੇ ਰਹਿ ਗਈ? ਤੇ ਜਿਹੜਾ ਜਿੱਥੇ ਵੀ ਉਹ ਖੋਜ ਕਰਦੇ ਆ ਸਿਆਸਤ ਦੀ, ਉਹ ਕਿੱਥੇ ਰਹਿ ਗਈ?
ਇਹ ਸਾਰੇ ਕਾਨੂੰਨ ਇਦਾਂ ਹੀ ਬਣਦੇ। ਉਹ ਆਪਣੀਆਂ ਰੋਟੀਆਂ ਕਿਵੇਂ ਸੇਕਣੀਆਂ ਨੇ, ਜੇ ਸਿਆਸਤ ਨਹੀਂ ਹੋਏਗੀ ਤੇ ਫਿਰ ਕਿੱਦਾਂ ਚੱਲੂਗਾ ਕੰਮ। ਇਸ ਕਰਕੇ ਲੱਗਦਾ ਨਹੀਂ ਨਤੀਜਾ ਨਿਕਲੇਗਾ ਇਹਦਾ, ਇਹ ਥੋੜਾ ਹੋਰ ਮਾਮਲਾ ਲਟਕਾਇਆ ਜਾਏਗਾ। ਸੋ ਅੱਗੇ ਚੱਲਦੇ ਹਾਂ ਜੀ। ਨੋਟਬੰਦੀ ਪਟੀਸ਼ਨਾਂ ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਦੀ ਤਾਰੀਖ ਦਿੱਤੀ ਹੈ। ਹਾਂ, ਇਹ ਜਿਹੜਾ 500 ਵਾਲਾ ਨੋਟ ਤੇ 1000 ਵਾਲਾ ਨੋਟ ਜਦੋਂ ਬੰਦ ਕੀਤੇ ਸੀਗੇ, ਮੋਦੀ ਸਾਹਿਬ ਨੇ ਰਾਤ ਨੂੰ 8:30 ਵਜੇ ਪਰਦਾ ਪਰੇ ਕਰਕੇ ਬੋਲ ਦਿੱਤਾ ਸੀ ਕਿ ਆਹ ਨੋਟਬੰਦੀ ਹੋ ਗਈ ਹੈ, ਹੁਣ ਉਦੋਂ ਬਾਅਦ ਇਹ ਨੋਟ ਨਹੀਂ ਚੱਲਣਗੇ। ਬੈਂਕਾਂ ਨੂੰ 605 ਪੈ ਗਿਆ, ਲੋਕਾਂ ਨੂੰ ਵੀ ਜੋ ਰੌਲਾ ਪੈ ਗਿਆ, ਜਿਨ੍ਹਾਂ ਲੋਕਾਂ ਨੇ ਰਜਾਈਆਂ 'ਚ ਵੀ ਪੈਸੇ ਲਗਾਏ ਸੀ, ਕਿ ਖੇਸਾਂ ਦੀ ਤਹਿਆਂ ਥੱਲੇ ਲਗਾਏ ਸੀ, ਇੱਕ ਜਨਾਨੀਆਂ ਨੇ ਵਿਚਾਰੀਆਂ ਨੇ ਖੰਡ ਵਾਲੇ ਡੱਬਿਆਂ 'ਚ ਲਗਾਏ, ਉਹ ਸਾਰੇ ਖਾਲੀ ਦੇ ਖਾਲੀ ਰਹਿ ਗਏ, ਉਹਨਾਂ ਦਾ 1 ਵੀ ਰੁਪਈਆ ਮੁੱਲ ਨਹੀਂ ਪਿਆ। ਔਰ ਉਸ ਤੋਂ ਬਾਅਦ ਇਹ ਕਈਆਂ ਨੇ ਜਾਚਕਾਂ ਦਾਇਰ ਕੀਤੀਆਂ ਸੀਗੀਆਂ ਸੁਪਰੀਮ ਕੋਰਟ, ਹਾਈ ਕੋਰਟ 'ਚ। ਹੁਣ ਸੁਪਰੀਮ ਕੋਰਟ ਨੇ ਇਹ ਲਿਆ ਕਿ ਕਈ ਤਾਂ ਸੂਝਵਾਨ ਲੋਕ ਜਾਂ ਅਰਥ ਸ਼ਾਸਤਰੀ ਕਹਿੰਦੇ ਕਿ ਡਿਸੀਜਨ ਗਲਤ ਸੀਗਾ। ਹਾਂਜੀ, ਇਹਦੇ ਨਾਲ ਕੋਈ ਰਿਸ਼ਵਤ ਨਹੀਂ ਰੁਕੀ, ਕੋਈ ਕਾਲਾ ਧਨ ਨਹੀਂ ਰੁਕਿਆ। ਹੂ ਬਹੂ ਉਸੇ ਤਰ੍ਹਾਂ ਹੀ ਇੰਡੀਆ 'ਚ, ਪੰਜਾਬ 'ਚ ਨਕਲੀ ਨੋਟ ਵੀ ਚੱਲੀ ਜਾਂਦੇ ਆ, ਅਸਲੀ ਨੋਟ ਲੱਭਦੇ ਨਹੀਂ। 2000 ਵਾਲਾ ਨੋਟ ਜਿਹੜਾ ਸੀ ਚਲਾਇਆ ਇਹਨਾਂ ਨੇ, ਉਹ ਵੀ ਹੁਣ ਹੋ ਸਕਦਾ ਬੰਦ ਕਰ ਰਹੇ ਆ। ਪਰ 2000 ਦਾ ਨੋਟ ਚਲਾਉਣ ਨਾਲ ਕੋਈ ਵੀ ਕਿਤੇ ਵੀ ਇਸ ਤਰ੍ਹਾਂ ਦਾ ਰੋਕ ਨਹੀਂ ਲੱਗੀ ਕਾਲੇ ਧਨ 'ਤੇ। ਪੈਸਾ ਤਾਂ ਲੋਕਾਂ ਨੇ ਬਾਹਰਲੀਆਂ ਫੈਡਰਲ ਬੈਂਕਾਂ 'ਚ ਜਮ੍ਹਾਂ ਕਰਾਇਆ, ਵੱਡੇ ਲੋਕਾਂ ਨੇ। ਮਨੀ ਲਾਂਡਰਿੰਗ ਜਿਹੜੀ ਪੈਸਾ ਹੋ ਰਿਹਾ ਉਹ ਅਜੇ ਵੀ ਹੂ ਉਸੇ ਤਰ੍ਹਾਂ ਜਾ ਰਿਹਾ। ਸਾਡੇ ਦੇਸ਼ ਤੋਂ ਪੈਸਾ ਉੱਧਰ ਜਾ ਰਿਹਾ, ਉੱਧਰੋਂ ਸਾਡੇ ਵੱਲ ਆ ਰਿਹਾ। ਇਹ ਸਾਰਾ ਮੂਲ ਮੁੱਦਾ ਜਿਹੜਾ ਹੈਗਾ ਲੋਕਾਂ ਦੇ ਉਸੇ ਤਰ੍ਹਾਂ ਮਨ 'ਚ ਰਚਿਆ ਪਿਆ, ਪਰ ਇਹਦੇ ਨਾਲ ਲੋਕਾਂ ਨੂੰ ਨੁਕਸਾਨ ਸਗੋਂ ਜ਼ਿਆਦਾ ਹੋਇਆ। ਨੁਕਸਾਨ ਇਸ ਕਰਕੇ ਹੋਇਆ ਕਿ ਜਦੋਂ ਇਹ ਪੈਸਾ ਰਾਤ ਨੂੰ ਇਹਨਾਂ ਨੇ ਅਨਾਉਂਸ ਕੀਤਾ ਕਿ ਪੈਸਾ ਹੁਣ ਖਤਮ ਹੋ ਗਿਆ, ਇਹਦੀ ਕੋਈ ਵੈਲਿਊ ਨਹੀਂ ਗਿਆ, ਤੇ ਲੋਕਾਂ ਨੇ ਵਿਚਾਰਿਆਂ ਨੇ ਬੋਰੀਆਂ ਭਰ ਕੇ ਜਾ ਕੇ ਸੋਨਾ ਖਰੀਦਿਆ, ਕਿਸੇ ਨੇ ਕੁਝ ਖਰੀਦਿਆ, ਅੱਧੇ ਮੁੱਲ 'ਤੇ, ਅੱਧੇ ਤੋਂ ਥੱਲੇ ਪੈਸਾ ਜਿਹੜਾ ਰਾਤ ਜਦੋਂ ਤੱਕ ਉਹ ਅਨਾਉਂਸ ਹੋਇਆ। ਔਰ ਉਹਦੇ ਨਾਲ ਖਾਸ ਕਰਕੇ ਮਿਡੀਵਲ ਲੋਕ ਨੇ ਜਿਹੜੇ, ਜਾਂ ਜਿਹੜੇ ਮੱਧ ਵਰਗੀ ਲੋਕ ਨੇ, ਉਹਨਾਂ ਨੂੰ ਨੁਕਸਾਨ ਹੋਇਆ। ਹਾਂਜੀ, ਜਿਹੜੇ ਅਪਰ ਲੋਕ ਨੇ, ਜਿਹੜੇ ਧਨਾਢ ਲੋਕ ਨੇ, ਜਿਹੜੇ ਵੱਡੇ ਲੋਕ ਨੇ, ਉਹਨਾਂ ਲੋਕਾਂ ਨੂੰ ਕੋਈ ਵੀ ਇਹਦਾ ਇੱਕ ਪਾਈ ਭਰ ਵੀ ਨੁਕਸਾਨ ਨਹੀਂ ਹੋਇਆ। ਔਰ ਨੁਕਸਾਨ ਕਿਹਨਾਂ ਦਾ ਹੋਇਆ? ਗਰੀਬ ਲੋਕਾਂ ਦਾ, ਮੱਧ ਵਰਗੀ ਲੋਕਾਂ ਦਾ, ਤਾਂ ਜਿਹੜੇ ਲੋਕ ਵਿਚਾਰੇ ਲੇਬਰ ਕਰਦੇ ਉਹਨਾਂ ਦਾ, ਜਿਹਨਾਂ ਜੋੜ ਕੇ ਪੈਸੇ ਰੱਖੇ ਸੀ, ਉਹਨਾਂ ਨੂੰ 500 ਰੁਪਈਆ ਵੀ ਬਹੁਤ ਵੱਡੀ ਗੱਲ ਸੀਗਾ, ਜਿਹੜਾ ਵੀ ਸੀਗਾ। ਪਰ ਫਿਰ ਵੀ 500 ਬਾਅਦ 'ਚ ਚਲਾਉਣਾ ਪਿਆ ਇਹਨਾਂ ਨੂੰ। ਉਹ ਜਾਂ ਤਾਂ ਉਸ ਵੈਲਿਊ ਦਾ ਨੋਟ ਚਲਾਉਂਦੇ ਹੀ ਨਾ, ਨੋਟਬੰਦੀ ਕਰ ਰਹੇ ਜੇ ਤਾਂ ਉਹ ਬਿਲਕੁਲ ਸਫਾਇਆ ਕਰ ਦਿੰਦੇ। ਦੂਜੀ ਗੱਲ ਖੰਨਾ ਜੀ, ਤੁਸੀਂ ਆਪਣੇ ਨੋਟਾਂ ਦਾ ਜਿਹੜਾ ਕਾਗਜ਼ ਦੇਖੋ ਕਿੱਥੇ ਹੈਗਾ। ਜਿਹੜਾ 2000 ਹੈ, ਜੇ ਕਿ ਤੁਹਾਨੂੰ ਪਾਣੀ ਲਾ ਕੇ ਜੇ ਵੇਖੋ ਤਾਂ ਪਿੰਕ ਰੰਗ ਨਿਕਲਦਾ ਆਊਗਾ, ਰੰਗ ਹੀ ਇਹਨਾਂ ਦੇ ਕੱਚੇ ਰੰਗ ਹੋਏ, ਇੰਨਾ ਕੁਛ ਹੋਗਾ। ਅਜੇ ਜਿਹੜੇ ਬਨਾਵਟੀ ਨੋਟ ਬਣ ਰਹੇ ਉਹ ਤੁਹਾਨੂੰ ਦੇਖੋਗੇ ਉਹ ਖੜਕਦੇ ਨੋਟ ਹੈਗੇ। ਉਹ ਨੋਟ ਜਿਹੜੇ ਆ ਉਹਨਾਂ ਨੇ ਕਾਗਜ਼ ਚੰਗਾ ਲਾਇਆ। ਸਾਡੇ ਵਾਲਾ ਕਾਗਜ਼ ਵੀ ਕਿਸੇ ਪਾਸੇ ਜੋਗਾ ਨਹੀਂਗਾ। ਜਿਸ ਤਰ੍ਹਾਂ ਡਾਲਰ 'ਤੇ ਦੇਖੋ, ਡਾਲਰ ਦਾ ਕਿਸ ਤਰ੍ਹਾਂ ਦਾ ਹੈਗਾ, ਤੁਸੀਂ ਲਓਗੇ 'ਚ ਯੂਰੋ ਆ, ਉਹਨਾਂ ਦਾ ਦੇਖੋ ਕਿਆ ਕੁਛ ਹੈਗਾ ਉੱਤੇ, ਕਿਆ ਡਿਜ਼ਾਈਨ। ਸਾਡੇ ਨੋਟ ਜਿਹੜੇ ਹੈਗੇ ਆ 20 ਵਾਲਾ ਨੋਟ ਅਤੇ ਜਿਹੜਾ ਨਾਲ ਤੁਹਾਡੇ 100 ਵਾਲਾ ਨੋਟ ਜਾਂ ਦੂਜੇ ਨੋਟ ਹੈਗੇ ਆ, ਆਪਸੀ ਮਿਕਸ ਰਲੇ ਹੈਗੇ। 20 ਵਾਲਾ ਨੋਟ ਅਤੇ ਜਿਹੜਾ 200 ਵਾਲਾ ਨੋਟ, ਉਹਦਾ ਕਲਰ ਇੱਕੋ ਹੀ ਆ, ਉਹਦਾ ਸਾਈਜ਼ ਵੀ ਇੱਕੋ ਜਿਹਾ ਹੈਗਾ। ਉਹਦੇ ਵਿੱਚ ਤੁਹਾਨੂੰ ਲੱਗਦਾ ਵੀ ਕਈ ਵਾਰੀ ਤੁਹਾਨੂੰ ਗਲਤੀ ਨਾਲ ਬੰਦਾ ਵਿਚਾਰਾ ਜਿਹੜਾ ਨਹੀਂ ਨਿਗਾਹ ਹੈਗੀ, ਉਹ ਕਈ ਵਾਰੀ 20 ਦੀ ਜਗ੍ਹਾ 200 ਫੜਾ ਦਿੰਦਾ। ਔਰ ਆਪ ਮਿਲ ਰਿਹਾ ਜਿਹੜਾ ਇੱਕ 20 ਦਾ ਨੋਟ ਹੋਰ ਆ ਨਵਾਂ ਕੱਢਿਆ, ਉਹ 500 ਵਰਗਾ ਹੈਗਾ। ਉਹਨਾਂ ਹੀ ਕਾਗਜ਼ ਲਾਇਆ, ਉਹਨਾਂ ਸਾਈਜ਼ ਹੈਗਾ, ਉਹਨਾਂ ਸਾਰਾ ਕੁਝ ਸਾਈਨ, ਉਹ ਵੀ ਸਾਰਾ ਕੁਝ ਹੈਗਾ। ਭੁੱਲ ਭੁਲੇਖੇ ਵਿਚਾਰੇ ਲੋਕ ਬੜਾ ਕੁਝ ਕਰ ਜਾਂਦੇ ਆ, ਪਰ ਇਹਦੇ ਨਾਲ ਕੋਈ ਵਧੀਆ ਮੇਰਾ ਖਿਆਲ ਫਾਇਦਾ ਤਾਂ ਕਿਸੇ ਨੂੰ ਹੋਇਆ ਨਹੀਂ। ਸ਼ਾਇਦ ਇਹ ਹੋਣਾ ਹੋਏਗਾ ਕਿ ਜਿਹੜਾ ਕੰਪਨੀ ਇਸ ਨੂੰ ਪ੍ਰਿੰਟ ਕਰੇਗੀ, ਜਿਹਨੂੰ ਠੇਕਾ ਦਿੱਤਾ ਜਾਣਾ ਹੋਏਗਾ, ਉਹ ਵੀ ਸ਼ਾਇਦ ਕਿਤੋਂ ਵਿੱਚੋਂ ਨਿਕਲਿਆ ਹੋਏਗਾ। ਉਹ ਵੀ ਸ਼ਾਇਦ ਕੋਈ ਆਪਣਾ ਭਾਈ ਬੰਧੂ, ਕੋਈ ਫਰੈਂਡ ਸਰਕਲ 'ਚ ਹੋਏਗਾ, ਉਹਨੂੰ ਠੇਕਾ ਦੇਣਾ, ਉਹੀ ਛਾਪੇਗਾ। ਸ਼ਾਇਦ ਇੱਦਾਂ ਹੁੰਦਾ ਹੋਵੇ, ਪਤਾ ਨਹੀਂ। ਰਿਜ਼ਰਵ ਬੈਂਕ ਆਫ ਇੰਡੀਆ ਦਾਦਾ ਵੈਸੇ ਹੁੰਦਾ, ਕੈਲਕੂਲੇਟ ਤੋਂ ਹੀ ਕਰਦੀ ਆ। ਅਸਲ 'ਚ ਵੈਸੇ ਜਿੰਨਾ ਤੁਹਾਡੇ ਕੋਲ ਗੋਲਡ ਆ, ਜਿੰਨਾ ਸੋਨਾ, ਉਹਦੇ ਲਿਹਾਜ਼ ਨਾਲ ਤੁਹਾਡਾ ਉਹਦੀ ਵੈਲਿਊ ਬਣਦੀ ਹੈ, ਉਹਨੇ ਨੋਟ ਛਾਪੇ ਜਾਂਦੇ ਆ ਤੁਹਾਡਾ। ਇਸ ਕਰਕੇ ਕਿ ਪਾਊਂਡ ਦੇਖੋ ਦੁਨੀਆ ਭਰ 'ਚ 100 ਤੋਂ ਉੱਪਰ ਰਹੂਗਾ। ਜਦੋਂ ਹੁੰਦਾ ਮਲਟੀਪਲਾਈ ਹੁੰਦਾ, ਪਾਊਂਡ ਸਭ ਤੋਂ ਮਹਿੰਗਾ। ਰਸ਼ੀਆ ਜਿਹੜਾ ਅਮਰੀਕਾ ਦਾ ਜਿਹੜਾ ਡਾਲਰ ਹੈ, ਹਰ ਜਗ੍ਹਾ ਚੱਲੂਗਾ, ਕਿਤੇ ਚੱਲ ਜਾਓ। ਜਦੋਂ ਤੁਸੀਂ ਏਅਰਪੋਰਟ 'ਤੇ ਜਾ ਰਹੇ ਜੀ। ਵੈਸੇ ਇੱਕ ਚੀਜ਼ ਹੈ, ਇਹ ਛਪਵਾਉਂਦਾ ਕੌਣ ਹੈ ਨੋਟ? ਇਹ ਤੁਸੀਂ ਜਾਣਦੇ ਹੋ? ਤੁਸੀਂ ਮਿਲਣਾ ਚਾਹੁੰਦੇ ਹੋ? ਨਹੀਂ, ਪਤਾ ਨਹੀਂ। ਹੁਣ ਆਰਬੀਆਈ ਆਪ ਛਾਪਦੀ ਹੈ ਜਾਂ ਕੰਟਰੈਕਟ ਦੇ ਕਿਤੋਂ ਬਾਹਰੋਂ ਛਪਵਾਏ ਜਾਂਦੇ ਨੇ? ਗਵਰਨਰ ਦੇ ਸਾਈਨ ਹੁੰਦੇ ਨਾ ਜਿਹੜੇ। ਉਹ ਤਾਂ ਹੈਗੇ। ਇੱਕ ਛਾਪਦੇ ਕੌਣ ਨੇ? ਕੋਈ ਪ੍ਰਾਈਵੇਟ ਕੰਪਨੀ ਛਾਪਦੀ ਹੈ, ਕੋਈ ਕੰਟਰੈਕਟ ਮਿਲਦਾ? ਠੇਕਾ ਤਾਂ ਦਿੰਦੇ ਹੋਣਗੇ। ਰਿਜ਼ਰਵ ਬੈਂਕ ਆਫ ਇੰਡੀਆ ਦੀ ਅਥਾਰਟੀ ਆ, ਉਹੀ ਕਰਦੇ ਆ। ਰਿਜ਼ਰਵ ਬੈਂਕ ਆਫ ਇੰਡੀਆ ਜਿਹੜੀ ਆ ਆਥੋਰਾਈਜ਼ ਹੋਊਗਾ। ਉਹਦੇ ਬਾਅਦ ਕਿਸੇ ਨੂੰ ਠੇਕਾ ਦਿੰਦੇ ਜਾਂ ਕੁਝ ਦਿੰਦੇ ਆ, ਡਿਜ਼ਾਈਨ ਦੇਖਦੇ ਆ, ਉਹ ਤਾਂ ਬਾਹਰੋਂ ਹੋਊਗਾ। ਔਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਫੋਟੋ, ਪੋਲੀਟੀਕਲ ਡਿਸੀਜਨਸ ਤਾਂ ਉਹਦੇ 'ਚ ਵੀ ਜ਼ਰੂਰ ਇੰਪੈਕਟ ਕਰਨਗੇ, ਉਹ ਵੀ ਅਸਰ ਪਾਉਣਗੇ। ਕੋਈ ਨਾ ਕੋਈ ਵਿੱਚੋਂ ਜ਼ਰੂਰ ਮਿਲਦਾ ਹੋਏਗਾ। ਇਹ ਤਾਂ ਗੱਲ ਹੈ, ਕਿਉਂਕਿ ਕਦੇ ਕਰਕੇ ਕਾਗਜ਼ ਜਿਹੜਾ ਨਾ ਉਹ ਬੜਾ ਰੱਦੀ ਤਰ੍ਹਾਂ ਦਾ ਲੱਗਦਾ। ਕਿਉਂ? ਰੀਜ਼ਨ ਇਹੀ ਹੈ ਨਾ ਕਿ ਜੇ ਆਰਬੀਆਈ ਕੁਆਲਿਟੀ ਕੰਟਰੋਲ ਕਰ ਰਹੀ ਹੈ, ਗਵਰਨਮੈਂਟ ਆਫ ਇੰਡੀਆ ਕੁਆਲਿਟੀ ਕੰਟਰੋਲ ਕਰ ਰਹੀ ਹੈ, ਤਾਂ ਜਿਹਨੂੰ ਵੀ ਇਹ
ਆਰਡਰਸ ਮਿਲੇ ਨੇ ਕਰੰਸੀ ਛਾਪਣ ਦੇ, ਉਹ ਘਟੀਆ ਕਿਸਮ ਦਾ ਕਾਗਜ਼ ਕਿਉਂ ਵਰਤ ਰਿਹਾ, ਘਟੀਆ ਕਿਸਮ ਦੀ ਇੰਕ, ਉਹ ਜਿਹੜੀ ਸਿਆਹੀ ਹੈ ਕਿਉਂ ਵਰਤ ਰਿਹਾ? ਜਿਵੇਂ ਤੁਸੀਂ ਦੱਸਿਆ ਕਿ ਪਾਣੀ ਲੱਗਾ ਤੇ ਉਹ ਨਿਕਲਣ ਲੱਗ ਪੈਂਦੀ ਹੈ, ਉਹਦਾ ਸਾਰਾ ਕਲਰ ਬਾਹਰ ਆ ਜਾਂਦਾ। ਕਿਉਂ ਇਦਾਂ ਹੋ ਰਿਹਾ? ਕਿਉਂ ਇਹ ਸਟੈਂਡਰਡ ਮੇਨਟੇਨ ਕੀਤਾ ਕੰਮ ਚਲਾਓ। ਇੱਥੋਂ ਪਤਾ ਲੱਗਦਾ ਕਿ ਤੁਹਾਡਾ ਦੇਸ਼ ਅਜੇ ਤਰੱਕੀ ਵਾਲੇ ਪਾਸੇ ਨਹੀਂ ਹੈਗਾ, ਅਜੇ ਥੱਲੇ ਵਾਲੇ ਹਿੱਸੇ 'ਚ ਹੀ ਆ। ਤੁਹਾਨੂੰ ਸਿੱਕੇ ਤੋਂ ਪਤਾ ਲੱਗ ਜਾਂਦਾ। ਪਹਿਲੋਂ ਜਿਹੜੇ ਦੁੱਪੜ ਜਾਂ ਜਿਹੜੇ ਰੁਪਈਆ ਹੁੰਦਾ ਸੀ ਕਿ ਚਾਂਦੀ ਦੇ ਹੁੰਦੇ ਸੀ, ਚਾਂਦੀ ਨਾਲ ਬਣਦੇ ਰਹੇ, ਫਿਰ ਸਿਲਵਰ ਆ ਗਈ, ਫਿਰ ਤੁਹਾਡੇ ਕੋਲ ਇਹਦੇ 'ਚ ਵੀ ਬਣੇ, ਤਾਂਬੇ ਦੇ ਵੀ ਬਣੇ ਰਹੇ। ਮੋਰੀ ਵਾਲਾ ਪੈਸਾ ਹੁੰਦਾ ਹੈਗਾ, ਦੂਜਾ ਇੱਕ ਰੁਪਈਆ ਪੈਸਾ ਹੁੰਦਾ ਕਿ ਉਹਦੇ ਨਾਲ ਹੁੰਦਾ ਸੀ ਕਿ 2 ਆਨੇ ਵੀ ਹੁੰਦੇ ਸੀ ਸਿਲਵਰ ਦੇ, ਔਰ ਚਵਾਨੀ ਵੀ ਰਹੀ ਹੈ ਨਾ, ਕੋਟੀ ਚਵਾਨੀ ਕਹਿੰਦੇ ਸੀ ਉਹ। ਔਰ ਉਸ ਤੋਂ ਬਾਅਦ ਜਿੰਨੇ ਵੀ ਪੈਸੇ ਆਏ ਜਾਂ ਜੋ ਕੁਝ ਵੀ ਆਇਆ ਵਾ, ਉਹਦੀ ਤੁਹਾਡੀ ਕੁਆਲਿਟੀ ਦੇ ਲਿਹਾਜ਼ ਨਾਲ ਤੁਸੀਂ ਇਹ ਗੱਲ ਵੇਖੋਗੇ, ਸਾਡੇ ਦਰਸ਼ਕ ਵੀ ਜਾਣਦੇ ਆ ਕਿ ਇਹ ਬਿਲਕੁਲ ਕਾਗਜ਼ੀ, ਜਿਹੜਾ ਉਹ ਰੱਦੀ ਕਾਗਜ਼ ਦੇ ਵਿੱਚ ਜਿਹੜਾ ਦਿੰਦੇ ਉਹ ਲੱਗੇ, ਉਹਦੀ ਵੈਲਿਊ, ਉਹਦੀ ਦਿੱਖ, ਉਹਦਾ ਕੁਆਲਿਟੀ, ਸਾਰਾ ਕੁਝ ਜਿਹੜੀ ਉਹਦੇ ਗੁਣ ਉਹ ਰਹੇ ਹੀ ਨਹੀਂ ਉਸ ਹਿਸਾਬ ਨਾਲ। ਉਹੀ ਗੱਲ ਹੈ ਨਾ, ਹੁਣ ਇਹ ਉਹਦੇ ਉੱਤੇ ਗੱਲ ਆਉਂਦੀ ਹੈ ਕਿ ਛਾਪਿਆ ਕਿਹਨੇ, ਔਰ ਦੂਜੀ ਗੱਲ ਕੰਟਰੈਕਟ ਕਿਹਨੇ ਦਿੱਤਾ, ਬਿਲਕੁਲ, ਔਰ ਤੀਜੀ ਗੱਲ ਜਦੋਂ ਛਾਪਦੇ ਪਏ ਨੇ ਉਹ ਕੁਆਲਿਟੀ ਕੰਟਰੋਲ ਕਿਉਂ ਨਹੀਂ ਹੋਇਆ। ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ ਨੇ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਸਾਡੇ ਪੈਸੇ ਦੀ ਪਹਿਚਾਣ ਕਿੱਦਾਂ ਦੀ ਬਣਦੀ ਪਈ ਹੈ। ਜੇ ਕਹਿਣਗੇ ਆਪਾਂ ਦੇਸ਼ ਵਾਸੀਓ ਜੇ ਕਹਿੰਦੇ ਆ ਕਿ ਇਹ ਠੀਕ ਕੁਆਲਿਟੀ ਦਾ ਨਹੀਂ ਹੈ, ਤੇ ਬਾਹਰ ਦੇ ਲੋਕ ਤਾਂ ਕਹਿਣਗੇ ਤੁਸੀਂ ਡਾਲਰ ਨਾਲ ਕੰਪੈਰੀਜ਼ਨ ਕਰਦੇ ਪਏ ਹੋ, ਭਾਰਤ ਦੀ ਕਰੰਸੀ ਦੀ ਜੋ ਕੁਆਲਿਟੀ ਹੈ ਉਹਦਾ, ਤੇ ਤੁਸੀਂ ਆਪ ਹੀ ਦੱਸਦੇ ਪਏ ਹੋ ਬਹੁਤ ਡਾਊਨ ਹੈ, ਤੇ ਹੁਣ ਕਿੰਨਾ ਦੇ ਕਰਕੇ ਡਾਊਨ ਹੈ, ਇਹ ਦੇਖਣ ਵਾਲੀ ਗੱਲ ਹੈ। ਰਾਹੁਲ ਇਹਦੇ 'ਚ ਹੈ ਹੀ, ਜਦੋਂ ਪੈਸਾ ਦੇ ਰਹੇ ਆ, ਜਦੋਂ ਛਪਾਉਣ ਰਹੇ ਆ, ਜਦੋਂ ਬਣਾ ਰਹੇ ਡਿਜ਼ਾਈਨ, ਇਹ ਉਹਦੇ 'ਚ ਵੀ ਉਹ ਚੱਲਦਾ ਕੰਮ, ਉਹ ਚੱਲਦਾ। ਇਸੇ ਕਰਕੇ ਕੁਆਲਿਟੀ ਦਾ ਜਿਹੜਾ ਲੋ ਡਾਊਨ ਹੁੰਦਾ ਕੰਮ, ਉਹ ਸਾਨੂੰ ਸਮਝ ਆ ਜਾਂਦਾ, ਬਿਲਕੁਲ ਸਮਝ ਆ ਜਾਂਦਾ ਹੈ। ਹੁਣ ਅਗਲੀ ਗੱਲ ਇਹ ਹੈ ਕਿ ਜਿਹੜਾ ਕੇਂਦਰ ਵੱਲੋਂ ਗਰੀਬਾਂ ਨੂੰ ਮੁਫਤ ਅਨਾਜ ਵੰਡਣ ਲਈ ਨਵੀਂ ਸਕੀਮ ਲਾਗੂ ਕੀਤੀ ਗਈ ਹੈ। ਹਾਂ, ਪਹਿਲਾਂ ਵੀ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਸੀਗੀ ਨਾ ਚੱਲਦੀ, ਉਹਦੇ 'ਚ ਦਾਲਾਂ, ਆਟਾ, ਅਨਾਜ, ਉਹਦੇ 'ਚ ਪ੍ਰਤੀ ਜੀ ਜਿਹੜਾ 15 ਕਿਲੋ ਦਿੰਦੇ ਰਹੇ ਆ, ਔਰ ਉਹ ਦਿੰਦੇ ਰਹੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਦੇ ਲੋਕ, ਇਹਨਾਂ ਦਾ ਨੀਲਾ ਕਾਰਡ ਬਣਦਾ। ਔਰ ਮੋਸਟਲੀ ਵੇਖਣ ਵਿੱਚ ਇਹ ਹੈ ਕਿ ਪੰਜਾਬ 'ਚ ਉਹ ਲੋਕ ਬਹੁਤ ਘੱਟ, ਬਿਹਾਰ, ਯੂਪੀ, ਕਰਨਾਟਕ, ਮਦਰਾਸ, ਗੁਜਰਾਤ, ਇਹਨਾਂ ਸੂਬਿਆਂ 'ਚ ਇਹ ਜ਼ਿਆਦਾ ਲੋਕ ਪਾਏ ਜਾਂਦੇ ਆ। ਪੰਜਾਬ 'ਚ ਗਰੀਬੀ ਘੱਟ ਆ। ਲੋ ਪਾਵਰਟੀ ਦਾ ਮਤਲਬ ਉਹੀ ਆ ਕਿ ਗਰੀਬੀ ਰੇਖਾ ਤੋਂ ਦੂਰ ਵਾਲੇ ਲੋਕ, ਬੱਚੇ ਨੇ ਜਿਹੜੇ ਜਾਂ ਲੋਕ ਨੇ, ਉਹਨਾਂ ਨੂੰ ਫ੍ਰੀ ਅਨਾਜ ਦਿੱਤਾ ਜਾਂਦਾ। ਔਰ ਇਹ ਹੁਣ ਕੇਂਦਰ ਸਰਕਾਰ ਨੇ ਇਹ ਨਵੀਂ ਯੋਜਨਾ ਲਾਗੂ ਕਰ ਦਿੱਤੀ ਆ। ਪਰ ਇਸ ਤੋਂ ਪਹਿਲਾਂ ਇਹਨਾਂ ਨੇ ਇਹ ਵੀ ਕੀਤਾ ਕਿ ਜਿਹੜੇ ਵਿਕਾਸ ਫੰਡ ਆ ਉਹ ਰੋਕ ਦਿੱਤੇ। ਜਿਹੜੇ ਲੋਕਾਂ ਨੂੰ ਛੱਤਾਂ ਮਿਲਦੀਆਂ ਸੀ, ਘਰ ਮਿਲਦੇ ਸੀਗੇ, 5-5 ਮਰਲਿਆਂ ਦੇ ਪਲਾਟ ਮਿਲਦੇ ਸੀ, ਉਹਦੇ 'ਤੇ ਵੀ ਜਿਹੜੇ ਫੰਡ ਆਏ ਆ ਉਹ ਵੀ ਪੂਰੇ ਨਹੀਂ ਆਏ। ਉਹ ਤਾਂ ਵਿਚਾਰੇ, ਇਹ ਕਈ ਵਾਰੀ ਤਾਂ ਹੁੰਦਾ ਅਨਾਉਂਸ ਹੀ ਹੋ ਜਾਂਦਾ, ਅਤੇ ਵਿਵਹਾਰਕ ਤੌਰ 'ਤੇ ਪ੍ਰੈਕਟੀਕਲੀ ਉਹ ਕੰਮ ਉੱਥੋਂ ਤੱਕ ਨਹੀਂ ਪਹੁੰਚਦਾ। ਹੁਣ ਕਿਸੇ ਵੀ ਪੰਜਾਬ ਦੇ ਗਰੀਬ ਨੂੰ ਪੁੱਛ ਲਓ ਕਿ ਤੁਹਾਡਾ ਜਿਹੜਾ ਘਰ ਬਣਿਆ, ਉਹ ਵਿਚਾਰੇ ਕੱਚੇ ਕੋਠਿਆਂ 'ਚ ਪਹਿਲਾਂ ਰਹਿੰਦੇ ਸੀ, ਉਹ ਟੁੱਟ ਗਏ, ਮੁੜ ਕੇ ਹੁਣ ਨਵਾਂ ਫੰਡ ਆਇਆ, ਉਹਦੇ 'ਚ ਖਾਸ ਤੌਰ 'ਤੇ ਜ਼ੀਰਾ, ਪਰੇ ਫਰੀਦਕੋਟ, ਫਿਰ ਫਿਰੋਜ਼ਪੁਰ ਜਾਂ ਬਾਰਡਰ 'ਤੇ ਲੋਕ ਨੇ, ਉਹ ਵਿਚਾਰੇ ਕੰਧਾਂ ਕੱਢ ਕੇ ਬੈਠੇ ਰਹੇ ਆ। ਮੀਂਹ ਜਦੋਂ ਪੈਂਦਾ ਰਿਹਾ ਵਿਚਾਰੇ ਵਹਿੰਦੇ ਰਹੇ ਆ, ਛੱਤਾਂ ਤੱਕ ਗਏ ਨਹੀਂ, ਫਿਰ ਲੋਨ ਲੈ ਨਹੀਂ ਸਕਦੇ। ਲੋਨ ਵੀ ਬੈਂਕਾਂ ਉਹਨੂੰ ਦਿੰਦੀਆਂ ਜਿਹਦਾ ਕੋਈ ਆਪਣੇ ਫਾਈਨੈਂਸ਼ੀਅਲ ਸਾਰਾ ਸੈੱਟ ਹੁੰਦਾ ਬਣਿਆ, ਜਿਹਦੇ ਵਿੱਚ ਉਹਨੇ ਪਲਾਟ ਦਾ ਉਹਦੇ ਕੋਲ ਆਪਣੀ ਜੇ ਰਜਿਸਟਰੀ ਹੈ ਤਾਂ ਰਜਿਸਟਰੀ ਜਮ੍ਹਾਂ ਕਰਾਉਣੀ ਪਊਗੀ, ਜੇ ਉਹਦੇ ਕੋਲ ਕੋਈ ਹੋਰ ਪ੍ਰਾਪਰਟੀ ਹੈ ਤਾਂ ਉਹ ਲੈਣੀ ਪਊਗੀ, ਪਲੈਜ ਕਰਾਉਣੀ ਪੈਂਦੀ ਹੈ, ਫਿਰ ਦੇਣਗੇ। ਉਹ ਗਰੀਬ ਵਿਚਾਰੇ ਕਿੱਥੇ ਰਹਿਣਗੇ, ਸਰਕਾਰ ਦੇ ਮੂੰਹ ਵੱਲ ਵੇਖਦੇ ਰਹਿੰਦੇ ਆ। ਹੁਣ ਆਹ ਜਿਹੜੀ ਯੋਜਨਾ ਹੈਗੀ ਹੈ, ਤੇ ਚਲੋ ਅੱਗੇ ਵੀ ਅਨਾਜ ਮਿਲਦਾ ਰਿਹਾ ਸਾਰਿਆਂ ਨੂੰ, ਲੋਕਾਂ ਨੂੰ, ਪਿੰਡਾਂ 'ਚ। ਹੁਣ ਵੀ ਇਹਨਾਂ ਨੇ ਪਹਿਲਾਂ ਬੰਦ ਕਰਨ ਦੀ ਕਿਹਾ ਸੀਗਾ, ਦਸੰਬਰ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਸ਼ੁਰੂ ਕਰਾਂਗੇ। ਹੁਣ ਇਹਨਾਂ ਨੇ ਆ ਅਨਾਉਂਸ ਕਰ ਦਿੱਤਾ 1 ਸਾਲ ਇਹ ਫਿਰ ਸਰਕਾਰ ਵੱਲੋਂ ਚੱਲੂਗਾ। ਉਹ 'ਚ ਅਨਾਜ ਤਾਂ ਹਰ ਤਰ੍ਹਾਂ ਦੇ ਅਨਾਜ ਮਿਲਣਗੇ ਲੋਕਾਂ ਨੂੰ, ਆਟਾ ਵੀ ਮਿਲੂਗਾ, ਔਰ ਉਹਦੇ 'ਚ ਦਾਲਾਂ ਵੀ ਮਿਲਦੀਆਂ ਉਹਨਾਂ ਨੂੰ ਸਾਰਿਆਂ ਨੂੰ। ਅਤੇ ਉਹ ਗਰੀਬ ਵਿਚਾਰੇ ਚਲੋ ਰੋਟੀ ਤਾਂ ਖਾਣਗੇ, ਚਾਹੇ ਵਿਚਾਰੇ ਫੁੱਟਪਾਥ 'ਤੇ ਖਾਣ, ਜੇ ਛੱਤ ਥੱਲੇ ਨਹੀਂ ਹੈਗੀ, ਜਾਂ ਵਿਚਾਰੇ ਕਿਤੇ ਬਹਿ ਕੇ ਖਾ ਲੈਣਗੇ, ਢਿੱਡ ਤਾਂ ਭਰਨਗੇ ਨਾ ਵਿਚਾਰੇ, ਤੁਰਨ ਜੋਗੇ ਤੇ ਰਹਿਣਗੇ ਨਾ। ਹਾਲਤ ਕੀ ਹੈਗੀ ਆ, ਮਤਲਬ ਦੇਸ਼ ਦੇ ਅੰਦਰ ਜੇ ਸੰਵਿਧਾਨ ਨੂੰ ਦੇਖਿਆ ਜਾਏ ਤਾਂ ਹਰ ਬੰਦੇ ਨੂੰ ਇੱਜ਼ਤ ਮਿਲਣੀ ਚਾਹੀਦੀ ਹੈ। ਇਹ ਅਸੀਂ ਇੱਜ਼ਤ ਦੇ ਰਹੇ ਹਾਂ 75 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਗਰੀਬ, ਔਰ ਇਹਦੇ 'ਚ ਬੜੀ ਸ਼ਾਨ ਨਾਲ ਕਵਾਂਗੇ ਅਸੀਂ ਗਰੀਬਾਂ ਨੂੰ ਮੁਫਤ ਅਨਾਜ ਦੇ ਰਹੇ ਹਾਂ। ਗਰੀਬ ਹੈਗੇ ਕਿਉਂ ਨੇ, ਮਤਲਬ ਤੁਸੀਂ ਦਾਤਾ ਹੋ ਗਏ ਦੇਣ ਵਾਲੇ, ਔਰ ਉਹ ਲੈਣ ਵਾਲੇ ਹੋ ਗਏ। 75 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਇਹ ਮੁਫਤ ਅਨਾਜ ਦੇਣ ਦੀ ਸਮੱਸਿਆ ਹਜੇ ਵੀ ਹੈਗੀ ਆ। ਇਹਦਾ ਮਤਲਬ ਇਹ ਹੈ ਕਿ ਅਮੀਰ ਹੋਰ ਅਮੀਰ, ਗਰੀਬ ਹੋਰ ਗਰੀਬ, ਔਰ ਇਹ ਜਿਹੜਾ ਗੈਪ ਹੈ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ। ਦੌਲਤ ਇੱਕ ਥਾਂ ਦੇ ਉੱਤੇ ਕੇਂਦਰਿਤ ਹੁੰਦੀ ਜਾ ਰਹੀ ਹੈ, ਔਰ ਇਹਨਾਂ ਦਾ ਹੀ ਜੋ ਹੱਕ ਹੈ, ਜਿਹਨੂੰ ਆਪਾਂ ਗਰੀਬ ਕਹਿੰਦੇ, ਉਹਨਾਂ ਦਾ ਹੱਕ ਹੀ ਮਾਰਿਆ ਹੋਇਆ, ਜਿਹੜੇ ਅਮੀਰ ਬਣੇ ਹੋਏ ਨੇ।
ਔਰ ਉਹਨਾਂ ਦਾ ਹੱਕ ਮਾਰ ਕੇ ਫਿਰ ਅੱਗੋਂ ਉਹਨਾਂ ਨੂੰ ਮੁਫਤ ਅਨਾਜ ਦਿੰਦੇ ਨੇ। ਸੋ ਇਹ ਦੇਖਿਆ ਜਾਵੇ ਤੇ ਬਿਲਕੁਲ ਅਜੀਬ ਜੀ ਸਾਡੇ ਸੰਵਿਧਾਨ ਦੇ ਮੁਤਾਬਿਕ ਇਹ ਬੜੀ ਅਜੀਬ ਜੀ ਗੱਲ ਬਣੀ ਹੋਈ ਹੈ, ਪਰ ਇਹ ਚੱਲਦਾ ਹੈ। ਤੁਹਾਡੀ ਗੱਲ ਠੀਕ ਹੈ, ਰੋਟੀ ਮਿਲਦੀ ਪਈ ਹੈ, ਠੀਕ ਹੈ। ਹੁਣ ਗਵਰਨਮੈਂਟ ਦੀਆਂ ਪਾਲਿਸੀਆਂ ਇੱਦਾਂ ਦੀਆਂ ਨੇ ਔਰ ਇਸ ਚੀਜ਼ ਦੇ ਉੱਤੇ ਇਹ ਕਹਿਣਗੇ ਕਿ ਅਸੀਂ ਤੁਹਾਨੂੰ ਅਨਾਜ ਦਿੰਦੇ ਪਏ ਨਾ ਫ੍ਰੀ, ਤੁਸੀਂ ਸਾਨੂੰ ਵੋਟ ਪਾਉਣੀ ਹੈ, ਸਾਡੀ ਸਰਕਾਰ ਤੁਹਾਨੂੰ ਫ੍ਰੀ ਅਨਾਜ ਦਿੰਦੀ ਹੈ, ਇਸ ਕਰਕੇ ਸਾਨੂੰ ਵੋਟ ਪਾਉਣੀ ਹੈ। ਇਹ ਫਿਰ ਇਹਨੂੰ ਵੀ ਕੈਸ਼ ਕਰਨਗੇ। ਮੈਨੂੰ ਤਾਂ ਲੱਗਦਾ ਇਹ ਗਰੀਬ ਰੱਖਣਾ ਜ਼ਰੂਰੀ ਹੈ ਇਹਨਾਂ ਦੀਆਂ ਵੋਟ ਬੈਂਕ ਵਾਸਤੇ, ਕਿਉਂਕਿ ਗਰੀਬਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ, ਫ੍ਰੀ ਬੀਜ਼ ਪੋਲਿਟਿਕਸ ਹੋਏਗਾ, ਫਿਰ ਉਸ ਬੇਸ ਦੇ ਉੱਤੇ ਵੋਟਾਂ ਲਿੱਤੀਆਂ ਜਾਣਗੀਆਂ। ਇਸ ਕਰਕੇ ਗਰੀਬੀ ਰੱਖਣ ਵਾਸਤੇ ਜ਼ਰੂਰੀ ਹੈ ਕਿ ਇਹ ਸਾਰੀਆਂ ਪਾਲਿਸੀਜ਼ ਬਣਨ, ਲੋਕਾਂ ਨੂੰ ਗਰੀਬ ਰੱਖਿਆ ਜਾਵੇ। ਕਈ ਵਾਰ ਇਹ ਲੱਗਦਾ ਕਿ ਇਹ ਇਹਨਾਂ ਦੀ ਪੋਲੀਟੀਕਲ ਗੇਮ ਦਾ ਹਿੱਸਾ ਹੈ। ਕਈ ਵਾਰ ਇਹ ਲੱਗਦਾ ਕਿ ਲੋਕ ਆਤਮ ਸਨਮਾਨ ਨਾਲ ਜੀ ਨਹੀਂ ਸਕਦੇ। ਜਿਹਨੂੰ ਮੁਫਤ ਦੇ ਵਿੱਚ ਲਾਈਨ ਦੇ ਵਿੱਚ ਲੱਗ ਕੇ ਇਹ ਅਨਾਜ ਲੈਣਾ ਪਵੇ, ਉਹ ਕਦੇ ਸਿਰ ਚੁੱਕ ਕੇ ਗੱਲ ਕਰੇਗਾ? ਇਹਨਾਂ ਲੋਕਾਂ ਦੇ ਅੱਗੇ ਜਿਹੜੇ ਇਹਨੂੰ ਮੁਫਤ ਅਨਾਜ ਦਿੰਦੇ ਪਏ ਨੇ, ਕਦੇ ਸਿਰ ਨਹੀਂ ਚੁੱਕੇਗਾ, ਹਿੰਮਤ ਨਹੀਂ ਪਏਗੀ। ਤੂੰ ਸਾਨੂੰ ਵੋਟ ਪਾਉਣੀ, ਅੱਛਾ ਜੀ ਮਾਈ ਬਾਪ ਜ਼ਰੂਰ, ਤੁਸੀਂ ਰੋਟੀ ਦਿੰਦੇ ਹੋ, ਕਿਉਂ ਨਹੀਂ ਪਾਵਾਂਗੇ? ਇੱਥੇ ਗੱਲ ਰੱਖੀ ਹੋਈ ਹੈ। ਹੁਣ ਇਹ ਹੈ ਰਾਜਨੀਤੀ ਦੀ ਗੇਮ। ਤੁਸੀਂ ਦੇਖੋ ਕਿੱਦਾਂ ਦੀਆਂ ਖੇਡਾਂ ਚੱਲਦੀਆਂ ਪਈਆਂ ਨੇ ਸਾਡੇ ਦੇਸ਼ ਦੇ ਵਿੱਚ। ਇਹ ਸੋਚਣ ਵਾਲੀ ਗੱਲ ਹੈ। ਜਿਸ ਤਰ੍ਹਾਂ ਦੱਸੀ ਨਾ ਗੱਲ ਕਿ ਜਿਹੜੇ ਗਰੀਬਾਂ ਨੂੰ ਫ੍ਰੀ ਅਨਾਜ ਦਿੱਤਾ ਜਾਂਦਾ, ਇਹ ਵੈਸੇ ਸਟੋਰ ਕਰ ਲੈਂਦੇ, ਪਹਿਲਾਂ ਸਟੋਰ ਹੁੰਦਾ, ਸਟੋਰ ਤੋਂ ਬਾਅਦ ਜੇ ਵੰਡਿਆ ਗਿਆ ਨਹੀਂ ਵੰਡਿਆ ਗਿਆ ਤਾਂ ਕਈ ਵਾਰੀ ਸਾੜਦੇ ਵੀ ਰਹੇ ਆ, ਖਰਾਬ ਵੀ ਹੁੰਦਾ ਰਿਹਾ, ਬੜਾ ਕੁਝ ਜਾਂਦਾ। ਪਰ ਜੇ ਸਰਪਲਸ ਤੌਰ 'ਤੇ ਵਾਧੂ ਕਰਕੇ ਜੇ ਦੇ ਦਿੰਦੇ ਆ ਗਰੀਬਾਂ ਨੂੰ ਤਾਂ ਮਾੜੀ ਗਲਤ ਨਹੀਂ। ਇਹ ਜੇ ਨਹੀਂ ਗਰੀਬਾਂ ਨੂੰ ਦੇਣਗੇ ਫਿਰ ਡੰਗਰਾਂ ਨੂੰ ਪਾਉਣਗੇ, ਫਿਰ ਬਾਕੀ ਜਿਹੜੇ ਆ ਚਿੜੀਆਂ ਕਾਵਾਂ ਨੂੰ ਪਾਉਣਗੇ, ਹੋਰ ਕਿੱਥੇ ਪਾਉਣਗੇ? ਬਿਲਕੁਲ ਸਹੀ। ਉਹੀ ਚੀਜ਼ ਹੈ ਜਿਹੜੀ ਵਾਧੂ ਹੋ ਗਈ ਆਮ ਲੋਕਾਂ ਤੋਂ, ਤਕੜੇ ਲੋਕਾਂ ਨੇ ਖਾ ਕੇ ਵਾਧੂ ਕਰ ਦਿੱਤੀ, ਉਹ ਵੰਡ ਵੰਡਾਈ ਹੈ। ਆਪਾਂ ਕੀ ਗੱਲ ਕਰਦੇ ਹਾਂ ਕਿ 60% ਤਾਂ ਇਕੱਲਾ ਪੰਜਾਬ ਹੀ ਦਿੰਦਾ ਸੈਂਟਰ ਨੂੰ, 60 ਬੋਰੀਆਂ ਤਾਂ ਪੰਜਾਬ 'ਚੋਂ ਕਣਕ ਤੇ ਝੋਨੇ ਦੀਆਂ ਜਾਂਦੀਆਂ, ਔਰ ਬਾਕੀ ਸਟੇਟ ਕਿੰਨੇ ਬਾਕੀ ਬਚਦੇ ਜਿਹੜੇ ਉਹ ਕੀ ਦਿੰਦੇ ਹੋਣਗੇ ਤੇ ਕੀ ਕਰਦੇ ਆ? ਉਹ ਖਾਂਦੇ ਆ। ਹਰਿਆਣਾ ਵੀ ਨਾਲ ਦੇ ਰਿਹਾ, ਹਰਿਆਣਾ ਬਰਾਬਰ ਦਾ ਦੇ ਰਿਹਾ। ਹਿਮਾਚਲ 'ਚ ਉਨੀ ਕਣਕ ਹੁੰਦੀ ਹੈ ਜਿੰਨੀ ਉਹਨਾਂ ਨੇ ਆਪ ਖਾਣੀ ਹੈ, ਬਾਹਰ ਨਹੀਂ ਦੇ ਸਕਦੇ। ਔਰ ਪੰਜਾਬ ਜੇ ਸਾਰਿਆਂ ਨੂੰ ਦਿੰਦਾ, ਰੋਟੀ ਦਿੰਦਾ, ਸਭ ਕੁਛ ਹੈ, ਤਾਂ ਫਿਰ ਪੰਜਾਬ ਦੀਆਂ ਸਹੂਲਤਾਂ ਬੰਦ ਹੋ ਜਾਂਦੀਆਂ। ਜੇ ਹੁਣ ਪਤਾ ਲੱਗਾ ਵਿਕਾਸ ਯੋਜਨਾ ਸੈਂਟਰ ਨੇ ਬੰਦ ਕਰ ਦਿੱਤੀਆਂ, ਪਰ ਸੈਂਟਰ ਦੇ ਜਿਹੜੇ ਉੱਥੇ ਸੂਝਵਾਨ ਲੋਕ ਬੈਠੇ ਨੇ, ਮੰਤਰੀ ਬੈਠੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਅਨਾਜ ਕਿੱਥੋਂ ਆ ਰਿਹਾ। ਬਾਕੀ ਇਹਨਾਂ ਨੂੰ ਚਾਹੀਦਾ ਕਿ ਜੇ ਕਿਸਾਨ ਵਿਚਾਰੇ, ਆਪਾਂ ਗੱਲ ਕਰਦੇ ਰਹੇ ਕਿੰਨਾ ਜਦੋਜਹਿਦ ਕਰਦੇ ਰਹੇ, 1.5 ਸਾਲ ਤੋਂ ਉੱਥੇ ਸੜਕਾਂ 'ਤੇ ਰੋਲਦੇ ਰਹੇ, ਮਰ ਖੱਪ ਗਏ ਕਈ ਵਿਚਾਰੇ, ਕਈ ਕੁਛ ਹੋ ਗਏ। ਜਿਹੜਾ ਲੋਕਾਂ ਨੂੰ ਅਨਾਜ ਦੇਣ ਵਾਲੇ ਆ, ਲੋਕਾਂ ਦਾ ਢਿੱਡ ਭਰਨ ਵਾਲੇ ਆ, ਉਹ ਤਾਂ ਵਿਚਾਰੇ ਹਰ ਗੱਲ ਤੋਂ ਆਤਰ ਹੋ ਜਾਂਦੇ ਆ। ਅਤੇ ਫਿਰ ਸਰਦਾਰੀ ਕਿਹਨਾਂ ਦੀ ਹੁੰਦੀ ਹੈ? ਜਿਹੜੇ ਡੱਕੇ ਦਾ ਕੰਮ ਨਹੀਂ ਕਰਦੇ, ਜਿਹੜੇ ਵਿਹਲੜ ਨੇ ਉਹ ਸਰਦਾਰ ਹੋ ਜਾਂਦੇ ਆ, ਉਹ ਸਾਰੀ ਹਕੂਮਤ ਨੂੰ ਚਲਾਉਂਦੇ ਆ। ਅਤੇ ਕੰਮ ਕਰਨ ਵਾਲਾ ਬੰਦਾ ਸੱਪਾਂ ਦੀਆਂ ਸਿਰੀਆਂ ਨੂੰ ਮਿੱਧਦਾ, ਵੱਟਾਂ 'ਤੇ ਡਿੱਗਦਾ, ਠੰਡ 'ਚ ਮਰਦਾ, ਇੱਧਰ ਨੂੰ ਤੁਰਿਆ ਫਿਰਦਾ, ਰੋਟੀ ਤੋਂ ਫਿਰ ਆਤਰ। ਇਹ ਹੈ ਸਾਡਾ ਸਿਸਟਮ ਹੀ ਬਣਿਆ ਹੋਇਆ। ਕਿਉਂ ਨਹੀਂ ਹਰ ਇੱਕ ਬੰਦੇ ਕੋਲ ਕੰਮ ਹੈਗਾ? ਹਰ ਇੱਕ ਬੰਦੇ ਨੂੰ ਕਿਉਂ ਨਹੀਂ ਕੰਮ ਮਿਲੇ ਤਾਂ ਕਿ ਉਹ ਆਪਣਾ ਕਮਾਏ ਤੇ ਆਪਣੀ ਖਾਏ ਇੱਜ਼ਤ ਦੇ ਨਾਲ? ਇਹਦੇ 'ਚ ਇੱਜ਼ਤ ਨਹੀਂ ਹੈ। ਮੁਫਤ ਦਾ ਅਨਾਜ ਮਿਲਣਾ ਇੱਜ਼ਤ ਨਹੀਂ ਹੈ। ਉਹ ਬੰਦਾ ਸਿਰ ਨਹੀਂ ਚੁੱਕ ਸਕਦਾ, ਦਬ ਕੇ ਰਹਿੰਦਾ। ਹਰੇਕ ਨੂੰ ਕੰਮ ਦਿੱਤਾ ਜਾਵੇ ਔਰ ਹਰੇਕ ਬੰਦਾ ਆਪਣੀ ਕਮਾਏ, ਆਪਣੀ ਖਾਏ, ਇੱਜ਼ਤ ਨਾਲ ਰਵੇ। ਇਹ ਜ਼ਰੂਰੀ ਹੈ। ਕਿਸੇ ਵੀ ਦੇਸ਼ ਦੇ ਅੰਦਰ ਜਦੋਂ ਤੁਸੀਂ ਆਪਣੇ ਸਿਟੀਜ਼ਨਸ ਨੂੰ, ਆਪਣੇ ਨਾਗਰਿਕਾਂ ਨੂੰ ਆਤਮ ਸਨਮਾਨ ਦਿੰਦੇ ਹੋ, ਉਹ ਤਾਂ ਦੇਸ਼ ਤਰੱਕੀ ਕਰਦੇ ਨੇ, ਤਾਂ ਖੜੇ ਹੁੰਦੇ ਨੇ। ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਹੋਰ ਕਈ ਥਾਵਾਂ ਦੀ ਗੱਲ ਕਰਦੇ ਹਾਂ। ਆਫ ਕੋਰਸ ਮਦਦ ਉੱਥੇ ਵੀ ਹੈ ਜਿੱਥੇ ਮਦਦ ਦੀ ਲੋੜ ਹੈ, ਹਰ ਥਾਂ ਤੇ ਮਦਦ ਹੈ, ਪਰ ਇੱਦਾਂ ਨਹੀਂ ਹੈ ਕਿ ਇਸ ਮਦਦ ਦੇ ਸਿਰ ਦੇ ਉੱਤੇ ਵੋਟ ਬੈਂਕ ਕਾਇਮ ਕਰਨਾ, ਵੋਟਾਂ ਲੈਣੀਆਂ, ਇਹ ਮਦਦ ਨਹੀਂ ਹੈ। ਉੱਥੇ ਵੱਡੇ ਵੱਡੇ ਕੰਟਰੀਜ਼ ਦੇ ਵਿੱਚ, ਜਿਹੜੇ ਸੁਪਰ ਕੰਟਰੀਜ਼ ਨੇ, ਉੱਥੇ ਹਰੇਕ ਕੋਲ ਕੰਮ ਹੈ, ਬੇਰੁਜ਼ਗਾਰੀ ਉੱਥੇ ਵੀ ਹੈ, ਪਰ ਕੰਮ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਇੱਥੇ ਅਸੀਂ ਕਹਿੰਦੇ ਹਾਂ ਡੈਮੋਕ੍ਰੇਸੀ ਹੈ। ਜਿਸ ਬੰਦੇ ਨੂੰ ਇਲੈਕਸ਼ਨਸ ਦੇ ਵਿੱਚ ਵੋਟਾਂ ਦੇ ਕੇ ਪਬਲਿਕ ਨੇ ਜਿਤਾਇਆ, ਉਸ ਬੰਦੇ ਨੂੰ, ਉਸ ਲੀਡਰ ਨੂੰ ਇਹ ਵੱਡੀਆਂ ਵੱਡੀਆਂ ਪੋਲੀਟੀਕਲ ਪਾਰਟੀਆਂ ਤੋੜ ਕੇ ਆਪਣੀ ਪਾਰਟੀ ਸ਼ਾਮਿਲ ਕਰ ਲੈਂਦੀਆਂ ਨੇ। ਮਤਲਬ ਇਹ ਹੈ ਕਿ ਜਿਹੜੀ ਲੋਕਾਂ ਨੇ ਚੋਣ ਕੀਤੀ ਉਹਨੂੰ ਤਾਂ ਕੋਈ ਵੈਲਿਊ ਨਹੀਂ ਨਾ ਦਿੱਤੀ। ਲੋਕਾਂ ਦੀ ਚੋਣ ਨੂੰ ਤੁਸੀਂ ਦਰਕਿਨਾਰ ਕਰ ਦਿੱਤਾ ਔਰ ਉਸ ਬੰਦੇ ਨੂੰ ਪੈਸੇ ਦੇ ਬੇਸ ਦੇ ਉੱਤੇ ਜਾਂ ਕਿਸੇ ਲਾਲਚ ਦੇ ਬੇਸ ਦੇ ਉੱਤੇ ਉਸ ਪਾਰਟੀ ਨਾਲੋਂ ਤੋੜ ਕੇ ਆਪਣੀ ਪਾਰਟੀ 'ਚ ਮਿਲਾ ਲਿਆ, ਤੇ ਡੈਮੋਕ੍ਰੇਸੀ ਕਿੱਥੇ ਰਹਿ ਗਈ? ਇਹ ਤਾਂ ਫਿਰ ਡਿਕਟੇਟਰਸ਼ਿਪ ਹੋ ਗਈ। ਸੋ ਇਹ ਅਸੀਂ ਡੈਮੋਕ੍ਰੇਸੀ ਦਾ ਮੁੱਲ ਪਾਉਂਦੇ ਹਾਂ, ਤੇ ਇਹ ਅਸੀਂ ਲੋਕਾਂ ਦਾ ਮੁੱਲ ਪਾਉਂਦੇ ਹਾਂ ਕਿ ਲਾਈਨ 'ਚ ਖੜੇ ਹੋ ਜਾਓ, ਤੁਹਾਨੂੰ ਖੈਰਾਤ ਵੰਡਦੇ ਪਏ ਆ, ਤੁਸੀਂ ਲਵੋ। ਕਿਉਂ ਨਹੀਂ ਉਹਨਾਂ ਨੂੰ ਕੰਮ ਦਿੱਤਾ ਜਾਂਦਾ? ਠੀਕ ਹੈ, ਇੱਕ ਤਰ੍ਹਾਂ ਨਾਲ ਇਹ ਠੀਕ ਲੱਗਦਾ ਤੁਹਾਡੀ ਗੱਲ ਵੀ, ਚਲੋ ਕਿਤੇ ਸੁੱਟਣ ਨਾਲੋਂ ਕਿਸੇ ਦੇ ਮੂੰਹ ਪਊਗਾ, ਕਿਸੇ ਦੇ ਕੰਮ ਆਊਗਾ, ਪਰ ਇਹ ਕੋਈ ਸਿਸਟਮ ਨਹੀਂ। ਕੋਈ ਵੀ ਬੰਦਾ ਲਾਈਨ 'ਚ ਲਾ ਕੇ ਨਾ, ਬਲਕਾਰ ਜੀ, ਇੱਦਾਂ ਲੈਣਾ ਨਹੀਂ ਚਾਹੁੰਦਾ। ਹਰ ਬੰਦਾ ਇੱਜ਼ਤ ਨਾਲ ਕਮਾਉਣਾ ਚਾਹੁੰਦਾ, ਇੱਜ਼ਤ ਦਿਖਾਉਣਾ ਚਾਹੁੰਦਾ, ਔਰ ਜਿਹੜਾ ਲੈ ਰਿਹਾ ਉਹਨੂੰ ਵੀ ਮਜਬੂਰੀ ਆ। ਕੋਈ ਚੁਆਇਸ ਨਾਲ ਭਿਖਾਰੀ ਨਹੀਂ ਬਣੇਗਾ, ਉਹਨੂੰ ਭਿਖਾਰੀ ਬਣਨਾ ਉਹਦੀ ਮਜਬੂਰੀ ਹੋ ਜਾਂਦੀ ਹੈ। ਸੋ ਦੈਟ ਇਜ਼ ਦਾ ਕੇਸ। ਔਰ ਅਸੀਂ ਆਤਮ ਸਨਮਾਨ ਦਈਏ, ਔਰ 75 ਸਾਲ ਤੋਂ ਜ਼ਿਆਦਾ ਹੋ ਗਏ ਆਜ਼ਾਦੀ ਨੂੰ, ਜੇ ਅਸੀਂ ਉਸ ਪਾਸੇ ਤੁਰੀਏ। ਹੁਣ ਜਿਹੜੀ ਨਵੀਂ ਜਨਰੇਸ਼ਨ ਉੱਠਦੀ ਪਈ ਹੈ, ਉਹ ਇਸ ਪਾਸੇ ਤੁਰੇ। ਪੁਰਾਣੀ ਜਨਰੇਸ਼ਨ ਨੇ ਤਾਂ ਜੋ ਕਰਨਾ ਉਹ ਤਾਂ ਕਰਦੀ ਪਈ ਹੈ। ਜਿਹੜੀ ਨਵੀਂ ਜਨਰੇਸ਼ਨ ਹੈ, ਨਵੀਂ ਸੋਚ ਨਾਲ ਤੁਰੇ ਕਿ ਡਿਗਨਿਟੀ ਆਫ ਲਾਈਫ ਹੋਣੀ ਚਾਹੀਦੀ ਹੈ, ਜੀਵਨ ਨੂੰ ਸਨਮਾਨ ਮਿਲਣਾ ਚਾਹੀਦਾ। ਨਵੀਂ ਸੋਚ ਦੇ ਲਿਹਾਜ਼ ਨਾਲ ਗੱਲ ਕਰਨੀ ਚਾਹਾਂਗਾ ਦਰਸ਼ਕਾਂ ਦੇ ਨਾਲ ਤੇ ਤੁਹਾਡੇ ਨਾਲ
ਗੱਲ ਇਹ ਹੈ ਕਿ ਨਵਾਂ ਸਾਲ ਆਇਆ, ਨਵੇਂ ਸਾਲ ਦੇ ਵਿੱਚ ਨਵੀਂ ਸੋਚ ਤਾਂ ਇਹ ਹੋਣੀ ਚਾਹੀਦੀ ਜਿੱਥੇ ਇਹਨਾਂ ਨੇ ਫ੍ਰੀ ਅਨਾਜ ਦੇ ਰਹੇ ਆ, ਜਿੱਥੇ ਪੰਜਾਬ ਗੌਰਮੈਂਟ ਨੇ ਤੇ ਬਾਕੀ ਗੌਰਮੈਂਟ ਜਿਹੜੀ ਸੂਬਿਆਂ ਦੀਆਂ ਉਹਨਾਂ ਨੇ ਲੋਕਾਂ ਦੇ ਥੱਲਿਓਂ ਕਬਜ਼ੇ ਦੀ ਜ਼ਮੀਨ ਕਢਾਈ ਹੈ। ਉਹ ਸਰਪਲਸ ਜ਼ਮੀਨ ਹੈ, ਸ਼ਾਮਲਾਟ ਜ਼ਮੀਨ ਆ, ਚੱਕਬੰਦੀ ਦੇ ਲਿਹਾਜ਼ ਨੇ ਜਦੋਂ ਪਾਕਿਸਤਾਨ ਤੋਂ ਲੋਕ ਉੱਜੜ ਕੇ ਆਏ ਸੀਗੇ ਬਹੁਤ ਜ਼ਮੀਨਾਂ ਖਾਲੀ ਪਈਆਂ ਸੀ, ਉੱਤੇ ਬਹੁਤ ਲੋਕਾਂ ਨੇ ਕਬਜ਼ੇ ਕਰ ਲਏ। ਬਾਬਾ ਬੰਦਾ ਬਹਾਦਰ ਦੇ ਟਾਈਮ ਤੇ ਹਜ਼ਾਰੇਦਾਰੀ ਤੋੜੀ ਗਈ, ਜਿਹਦੇ ਵਿੱਚ ਸਾਰੀ ਸਰਮਾਏਦਾਰੀ ਤੋੜੀ ਗਈ, ਜ਼ਮੀਨਾਂ ਲੋਕਾਂ 'ਚ ਵੰਡੀਆਂ ਗਈਆਂ ਔਰ ਉਦੋਂ ਬਾਅਦ ਫਿਰ ਹਫੜਾ ਦਫੜੀ ਪੈ ਗਈ। ਖਾਲਸਾ ਦੇ ਰਾਜ ਵਿੱਚ ਲੋਕਾਂ ਨੇ ਇਕੁਐਲਿਟੀ ਦੇ ਕੇ ਲੋਕਾਂ ਨੂੰ ਜ਼ਮੀਨਾਂ ਵੰਡ ਦਿੱਤੀਆਂ ਸੀ। ਹੁਣ ਜਿੱਥੇ ਆਂਦੇ ਵੀ ਖੈਰਾਤ ਦੇ ਰਹੇ ਹਾਂ ਅਸੀਂ, ਅਨਾਜ ਫ੍ਰੀ ਦੇ ਰਹੇ ਹਾਂ, ਕਿਉਂ ਨਹੀਂ ਜ਼ਮੀਨ ਉਹਨਾਂ ਨੂੰ ਦਿੰਦੇ? ਜੇ ਜ਼ਮੀਨ ਉਹਨਾਂ ਨੂੰ ਦਿੱਤੀ ਜਾਵੇ ਉਹ ਲੋਕ ਬੀਜਣਗੇ, ਵਧੇਰੇ ਝਾੜ ਲੈਣਗੇ, ਮਿਹਨਤ ਕਰਨਗੇ, ਫਿਰ ਅਨਾਜ ਸਰਪਲਸ ਹੋ ਜਾਊਗਾ, ਫਿਰ ਸਟੋਰ ਭਰੇ ਜਾਣਗੇ, ਬਹੁਤ ਕੁਝ ਹੋ ਜਾਊਗਾ। ਇਸੇ ਜ਼ਮੀਨ ਤੋਂ ਹੀ ਇੰਨੇ ਹੈਕਟੇਅਰ ਤੇ ਜ਼ਮੀਨ ਤੇ ਜੇ ਕਣਕ ਦੁਬਾਰਾ ਬੀਜਣਗੇ ਉਹ ਲੋਕ, ਉਹ ਤਕੜੇ ਲੋਕ ਆ, ਕੰਮ ਕਰਨ ਦੇ ਬਿਲਕੁਲ ਜਾਣਦੇ, ਕੰਮ ਖੇਤੀਬਾੜੀ ਜਾਣਦੇ ਆ, ਉਹ ਕੰਮ ਕਰਕੇ ਲੋਕਾਂ ਨੂੰ ਦੱਸ ਦੇਣਗੇ ਕਿ ਸਾਨੂੰ ਲੋੜ ਹੀ ਨਹੀਂ ਮੰਗਣ ਦੀ, ਅਸੀਂ ਨਾਲੇ ਮਿਹਨਤ ਕਰਦੇ ਹਾਂ, ਨਾਲੇ ਅਸੀਂ ਕੰਮ ਕਰਾਂਗੇ, ਨਾਲੇ ਅਨਾਜ ਤੁਹਾਡੇ ਲਈ ਉਗਾਵਾਂਗੇ। ਇਹ ਜੇ ਪਾਲਿਸੀ ਦੁਬਾਰਾ ਇਹ ਕਰ ਲੈਣਗੇ ਗੌਰਮੈਂਟ ਤੇ ਵਧੀਆ ਗੱਲ ਹੋ ਜੂ। ਨਹੀਂ ਤੇ ਤੁਹਾਡੇ ਵਾਲੀ ਗੱਲ ਤੇ ਉਹੀ ਗੱਲ ਹੈ, ਇਹਨਾਂ ਨੇ ਗਰੀਬ ਰੱਖਣਾ ਉਹਨਾਂ ਨੂੰ। ਜੇ ਗਰੀਬੀ ਦੂਰ ਕਰ ਦੇਣਗੇ ਫਿਰ ਇਹਨਾਂ ਨੇ ਖੈਰਾਤ ਅਤੇ ਵੋਟਾਂ ਤੇ ਉਹ ਸਾਰਾ ਕੁਝ ਕਿੱਥੇ ਲੈਣਾ ਉਹਨਾਂ ਨੇ? ਇਹ ਪਾਲਿਸੀ, ਇਹ ਸਿਸਟਮ, ਇਹ ਸਾਰਾ ਗੜਬੜਾ ਇਸੇ ਤਰ੍ਹਾਂ ਜਾਂਦਾ ਕਿ ਲੋਕਾਂ ਨੂੰ ਕਹਿੰਦੇ ਫੁੱਟਪਾਥ 'ਤੇ ਰਹਿਣਗੇ, ਇਹ ਬੋਰਡ ਦੀ ਛਾਂ ਥੱਲੇ ਬੈਠੇ ਰਹਿਣਗੇ, ਇਹ ਰਜਾਈ ਤੋਂ ਬੈਠੇ ਰਹਿਣਗੇ, ਇਹ ਸਾਡੇ ਅੱਗੇ ਹੱਥ ਅੱਡਣਗੇ ਤਦ ਅਸੀਂ ਇਹਨਾਂ ਨੂੰ ਦੇਵਾਂਗੇ। ਇਹ ਸਰਮਾਏਦਾਰੀ ਰਹੂਗੀ, ਇਹ ਹਜ਼ਾਰੇਦਾਰੀ ਰਹੂਗੀ, ਇਹੀ ਤਨਾੜਪੁਣਾ ਰਹੂਗਾ, ਇਹ ਸਾਰਾ ਕੁਝ ਰਹੂਗਾ ਤੇ ਲੋਕ ਵਿਚਾਰੇ ਅਨਾਜ ਮੰਗਦੇ ਰਹਿਣਗੇ। ਇਹ ਗੱਲ ਹੈ। ਇਟ ਇਜ਼ ਡਰਟੀ ਪੋਲਿਟਿਕਸ, ਨਥਿੰਗ ਐਲਸ। ਸੋ ਡਰਟੀ ਪੋਲਿਟਿਕਸ। ਹਾਂ, ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਅਗਲੀ ਗੱਲ ਇਹ ਹੈ ਕਿ ਕਾਨੂੰਨ ਪ੍ਰਬੰਧਾਂ ਵੱਲ ਧਿਆਨ ਦੇਵੇ ਆਪ ਸਰਕਾਰ। ਇਹ ਵਿਰੋਧੀ ਧਿਰ ਕਹਿ ਰਹੇ ਨੇ ਕਿ ਐਡਮਿਨਿਸਟ੍ਰੇਸ਼ਨ ਦੀ ਪ੍ਰੋਬਲਮ ਆ ਰਹੀ ਹੈ, ਕ੍ਰਾਈਮ ਰੇਟ ਵੱਧਦਾ ਪਿਆ ਪੰਜਾਬ ਦੇ ਅੰਦਰ, ਇਸ ਕਰਕੇ ਇਹਦੇ ਵੱਲ ਧਿਆਨ ਦੇਵੇ ਪੰਜਾਬ ਸਰਕਾਰ। ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ, ਤਾਂ ਹੀ ਇਨਵੈਸਟਮੈਂਟਸ ਹੋਣਗੀਆਂ, ਤਾਂ ਹੀ ਬਾਹਰਲੇ ਸੂਬਿਆਂ ਤੋਂ ਜਾਂ ਬਾਹਰਲੇ ਦੇਸ਼ਾਂ ਤੋਂ ਲੋਕ ਪੰਜਾਬ ਦੇ ਵਿੱਚ ਪੈਸਾ ਲਗਾਉਣਗੇ। ਜੇ ਉਹਨਾਂ ਨੂੰ ਕੋਈ ਸਿਕਿਉਰਿਟੀ ਦਿਖੇਗੀ, ਜੇ ਇੱਥੇ ਹੀ ਸਟੇਬਿਲਿਟੀ ਨਹੀਂ ਹੈਗੀ, ਇੱਥੇ ਸਥਿਰਤਾ ਨਹੀਂ ਹੈਗੀ, ਆਏ ਦਿਨ ਕਤਲ, ਆਏ ਦਿਨ ਗੋਲੀਆਂ, ਆਏ ਦਿਨ ਗੈਂਗਸਟਰਸ, ਆਏ ਦਿਨ ਧਮਕੀ ਭਰੇ ਫੋਨ, ਇਹ ਸਭ ਕੁਝ ਚੱਲਦਾ ਪਿਆ, ਤਾਂ ਫਿਰ ਇਹ ਉਥਲ ਪੁਥਲ ਦੇ ਵਿੱਚ ਪੰਜਾਬ ਦੀ ਤਰੱਕੀ ਕਿਵੇਂ ਹੋ ਸਕਦੀ ਹੈ? ਹਾਂ, ਇਹ ਮੇਰੇ ਖਿਆਲ ਖਾਸ ਤੌਰ 'ਤੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਨੇਤਾ ਸੁਖਬੀਰ ਬਾਦਲ ਦੇ ਬਿਆਨ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਜਾਂ ਕਾਨੂੰਨ ਦਾ ਪ੍ਰਬੰਧ ਹੈ ਉਹ ਇਸ ਵੇਲੇ ਡਿੱਗਦਾ ਜਾ ਰਿਹਾ, ਢਲਦੇ ਸੂਰਜ ਵਾਂਗ ਛਿਪ ਰਿਹਾ। ਔਰ ਉਹਨਾਂ ਨੇ ਇਹ ਕਹਿਤਾ ਕਿ ਜੇ ਪੰਜਾਬ ਦੇ ਪਿਛਲੇ ਸਾਲ ਦੇ ਵੱਲ ਝਾਤੀ ਮਾਰੀਏ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਬੜੇ ਹਾਦਸੇ ਹੋਏ ਆ, ਕਤਲੋ ਗਾਰਤ ਹੋਈ ਆ, ਮਾਰ ਧਾੜ ਹੋਈ ਆ, ਗੈਂਗਸਟਰ ਸਾਹਮਣੇ ਆਏ ਆ, ਨਵੇਂ ਤਰ੍ਹਾਂ ਦੇ ਜਿਹੜੇ ਕਨਸੈਪਟ ਬਣੇ ਆ ਲੁੱਟਣ ਦੇ, ਬੜਾ ਕੁਝ ਹੋਇਆ। ਔਰ ਸੋਸ਼ਲ ਮੀਡੀਆ 'ਤੇ ਇਹ ਰਹੀ ਉਹਨਾਂ ਦੀ ਸਾਰੀ ਰੌਲਾ ਰੱਪਾ ਕਿ ਅਸੀਂ ਪੈਸਾ ਇਕੱਠਾ ਇਸ ਤਰ੍ਹਾਂ ਕਰਨਾ, ਧਮਕੀਆਂ ਆਈਆਂ। ਔਰ ਉਹਨਾਂ ਨੇ ਕਿਹਾ ਕਾਨੂੰਨ ਦੀ ਵਿਵਸਥਾ ਨੂੰ ਥੋੜ੍ਹਾ ਜਿਹਾ ਇਸ ਵੇਲੇ ਫਿਰ ਦੁਬਾਰਾ ਹੋਣ ਲੱਗ ਗਿਆ, ਫਿਰ ਦੁਬਾਰਾ ਉਹ ਉਸੇ ਤਰ੍ਹਾਂ ਨਹੀਂ ਕੰਮ ਕਰ ਰਹੀ। ਔਰ ਮੇਰਾ ਖਿਆਲ ਹੈ ਠੀਕ ਗੱਲ ਉਹਨਾਂ ਦੀ, ਕਿਉਂਕਿ ਵੈਸੇ ਤਾਂ ਜੇ ਤੁਸੀਂ ਗੱਲ ਕੀਤੀ ਤਾਂ ਆਜ਼ਾਦੀ ਤੋਂ ਹੁਣ ਤੱਕ ਜੇ ਅਸੀਂ ਪਿਛਲੇ ਵੀ ਰਾਜ 'ਤੇ ਝਾਤ ਮਾਰੀਏ ਤਾਂ ਪੰਜਾਬ ਸੁਖੀ ਰਿਹਾ ਹੀ ਨਹੀਂ। ਔਰ ਬਾਕੀ ਸੂਬਿਆਂ 'ਚ ਵੀ ਮਾਰ ਤਾੜ ਰਹੀ ਆ, ਜਿੰਨੀ ਕੁ ਹੋਣਾ ਉਨੀ ਉਦੋਂ ਰਹੀ ਆ, ਕਿਉਂਕਿ ਹੁਣ ਤਾਂ ਜਿਹੜਾ ਡੈਥ ਰੇਟ, ਕ੍ਰਾਈਮ ਰੇਟ ਨਿਕਲ ਆਉਂਦਾ ਉਸੇ ਵੇਲੇ। ਔਰ ਜਿੰਨਾ ਵੀ ਨੈਸ਼ਨਲ ਕ੍ਰਾਈਮ ਏਜੰਸੀਆਂ ਨੇ ਕੱਢਿਆ ਰੇਟ ਹੈ ਪੰਜਾਬ 'ਚ ਉਹ ਨਾ ਹੈ ਨਹੀਂ ਜਿੰਨਾ ਬਾਹਰਲੀ ਸੂਬਿਆਂ 'ਚ ਕੰਪੈਰੇਟਿਵਲੀ ਉਹਨਾਂ ਨੇ ਕਿਹਾ। ਪਰ ਜਿਸ ਧਰਤੀ 'ਤੇ ਅਸੀਂ ਬੈਠੇ ਹਾਂ, ਜੇ ਗੁਰੂਆਂ ਪੀਰਾਂ ਦੀ ਧਰਤੀ 'ਤੇ ਅਸੀਂ ਗੱਲ ਕਰਦੇ ਹਾਂ, ਗੁਰੂਆਂ ਦੇ ਉਪਦੇਸ਼ਾਂ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਇਹ ਮਾੜਾ ਮੋਟਾ ਵੀ ਜਿਹੜਾ ਆਟੇ 'ਚ ਲੂਣ ਹੈ ਵੀ ਬੁਰਾ ਲੱਗਦਾ। ਇਸ ਕਰਕੇ ਬੁਰਾ ਲੱਗਦਾ ਕਿ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਆ, ਕਿਉਂਕਿ ਕਦੀ ਟਿਕ ਕੇ ਨਹੀਂ ਬੈਠੇ। ਦਰਾ ਖੈਬਰ ਇੱਧਰ ਆਉਂਦਾ ਰਿਹਾ, ਖੁੱਲ੍ਹਦਾ ਰਿਹਾ, ਘੋੜੇ ਇੱਧਰ ਨੂੰ ਟਾਪਾਂ ਖੜਕਾਉਂਦੇ ਰਿਹਾ, ਬੰਦੂਕਾਂ ਤੋਪਾਂ ਇੱਧਰ ਚੱਲਦੀਆਂ ਰਹੀਆਂ, ਬਾਬਰ ਵਰਗੇ, ਹਮਾਯੂ ਵਰਗੇ ਇੱਥੇ ਹੀ ਆਉਂਦੇ ਰਹੇ ਆ, ਨਾਦਰ ਅਬਦਾਲੀ ਇੱਥੇ ਹੀ ਆਏ ਆ। ਇਸ ਧਰਤੀ ਦੇ ਲੋਕ ਚਾਹੁੰਦੇ ਆ ਕਿ ਕੋਈ ਸ਼ਾਂਤੀ ਮਿਲੇ, ਤਦੇ ਕੋਈ ਕ੍ਰੀਏਟਿਵ ਕੰਮ ਨਹੀਂ ਹੋਇਆ ਇੱਥੇ। ਸਾਡੇ ਕੋਈ ਵੀ ਇਮਾਰਤ ਦੇਖ ਲਓ, ਕੋਈ ਕ੍ਰੀਏਸ਼ਨ ਨਹੀਂ ਆ। ਉਹ ਜ਼ਮਾਨਾ ਵੀ ਰਿਹਾ ਜਦੋਂ ਨੀਹਾਂ ਵੀ ਬਹੁਤ ਡੂੰਘੀਆਂ ਨਹੀਂ ਸੀ ਰੱਖਦੇ ਕਿ ਟੁੱਟ ਜਾਣੀਆਂ, ਨੌਜਵਾਨ ਤਾਂ ਰਹਿਣੇ ਨਹੀਂ ਇੱਥੇ। ਇਹ ਜ਼ਮਾਨੇ 'ਚ ਲੋਕਾਂ ਦਾ ਇਹ ਸੋਚ ਹੁੰਦੀ ਸੀ ਵੀ ਸਾਰੇ ਜਗ੍ਹਾ 'ਤੇ ਬਲੱਡ ਸ਼ੈੱਡ ਹੋਣੀ ਆ, ਖੂਨ ਖਰਾਬਾ ਹੋਣਾ। ਔਰ ਹਰ 10ਵੇਂ 25 30 50 ਤੋਂ ਬਾਅਦ ਲੜਾਈ ਹੁੰਦੀ ਸੀ ਔਰ ਬੰਦੂਕਾਂ ਚੱਲਦੀਆਂ ਸੀਗੀਆਂ। ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹੋਗੇ ਤਾਂ ਉਹਦੇ ਵਿੱਚ ਇਹਨਾਂ ਲਿਖਿਆ, ਹਮਾਯੂ ਜਦੋਂ ਆਇਆ ਇੱਥੇ ਤੋਪਾਂ ਚੱਲੀਆਂ, ਸਾਰਾ ਕੁਛ ਆਇਆ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਚੱਕੀਆਂ ਚੱਲੀਆਂ ਸੀ, ਗੁਰੂ ਨਾਨਕ ਦੇਵ ਜੀ ਨੂੰ ਵੀ ਇਤਿਹਾਸ ਦੱਸਦਾ ਕਿ ਉਹਨਾਂ ਨੂੰ ਵੀ ਇਹਨਾਂ ਨੇ ਕੈਦ ਕਰ ਲਿਆ ਸੀਗਾ ਅਤੇ ਚੱਕੀਆਂ ਆਪੇ ਚੱਲੀਆਂ ਸੀ, ਬੜਾ ਕੁਛ ਹੋਇਆ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜ਼ੋਰੀ ਮੰਗੇ ਦਾਨ ਵੇ ਲਾ ਲਓ, ਸ਼ਰਮ ਧਰਮ ਦੋਵੇਂ ਛਿਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲਓ। ਕੂੜ ਤਾਂ ਸੱਚ ਦੀ ਜਗ੍ਹਾ ਹੀ ਨਹੀਂ, ਸਾਰੇ ਪਾਸੇ ਕੂੜ ਸੀਗਾ। ਇਸ ਕਰਕੇ ਇਹ ਗੱਲ ਤਾਂ ਉਹਨਾਂ ਦੀ ਸਹੀ ਹੈ ਕਿ
ਕਿ ਪੰਜਾਬੀ ਚਾਹੁੰਦੇ ਆ ਕਿ ਕਿਤੇ ਸ਼ਾਂਤੀ ਮਿਲ ਜੇ। ਕੰਪੈਰੀਟਿਵਲੀ ਸਾਨੂੰ ਬਾਹਰਲੇ ਸੂਬਿਆਂ ਨਾਲ ਨਹੀਂ ਵੇਖਣਾ ਚਾਹੀਦਾ, ਸਾਨੂੰ ਇਸ ਧਰਤੀ ਵੱਲ ਵੇਖਣਾ ਚਾਹੀਦਾ ਕਿ ਇੱਥੇ ਸ਼ਾਂਤੀ ਹੋ ਜੇ, ਸਨੈਚਿੰਗ ਨਾ ਹੋਵੇ, ਮਾਰ ਧਾੜ ਨਾ ਹੋਵੇ। ਕਿਤੇ ਵੇਖੋ ਵੈਸੇ ਰੋਜ਼ ਦਿਹਾੜੀ ਪਿੰਡਾਂ 'ਚ ਲੋਕ ਮਰਦੇ ਜਾ ਰਹੇ ਆ, ਕੁੜੀਆਂ ਨੂੰ ਵੀ ਮਾਰਦੇ ਆ, ਬੜਾ ਕੁਝ ਹੁੰਦਾ। ਔਰ ਇਹ ਸਾਰਾ ਤਸ਼ੱਦਦ ਕੌਣ ਕਰਦਾ? ਅਸੀਂ ਆਪਾਂ ਮਿਲ ਕੇ ਕਰ ਰਹੇ ਸਾਰਾ ਕੁਝ। ਪੰਜਾਬ ਦੇ ਲੋਕ ਹੀ ਆ ਨਾ, ਬਾਹਰੋਂ ਧਾੜ ਵੀ ਤਾਂ ਨਹੀਂ ਆ ਰਹੇ। ਨਹੀਂ, ਕਈ ਵਾਰ ਇਹ ਦੇਖਣ ਨੂੰ ਮਿਲਦਾ ਕਿ ਜਿਹੜੇ ਇਹ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਨਾ ਕਿ ਇੱਕ ਪੈਰਲਲ ਗਵਰਨਮੈਂਟ ਚੱਲਦੀ ਪਈ ਆ, ਇੱਕ ਤਾਂ ਸਰਕਾਰ ਸਾਡੀ ਚੱਲਦੀ ਪਈ, ਪੈਰਲਲ ਗਵਰਨਮੈਂਟ ਕਹਿੰਦੀ ਗੈਂਗਸਟਰਸ ਦੀ ਸਰੇਆਮ ਧਮਕੀਆਂ। ਬਿਲਕੁਲ ਬਿਲਕੁਲ ਇਦਾਂ ਦੀ ਜ਼ਬਰਦਸਤ ਇਹਨਾਂ ਦੀ ਪੈਰਲਲ ਗਵਰਨਮੈਂਟ ਹੈ ਔਰ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ, ਕੋਈ ਠੱਲ ਪਾਉਣ ਵਾਲਾ ਨਹੀਂ। ਠੀਕ ਹੈ, ਗੌਰਵ ਯਾਦਵ ਜੀ ਠੀਕ ਹੈ ਲੱਗੇ ਹੋਏ ਨੇ, ਬਟ ਫਿਰ ਵੀ ਰਿਜ਼ਲਟਸ ਦੇਖ ਲਓ ਕੀ ਆ ਰਹੇ ਨੇ, ਕੀ ਕਰੂਗੀ ਉਹ ਜੌਬ ਕਰਦੇ ਆ, ਉਹ ਨੌਕਰੀ ਕਰਨੀ ਆ, ਉਹ ਵੀ ਆਪਣੇ ਬੱਚੇ ਪਾਲਦੇ ਆ। ਉਹਨਾਂ ਤੇ ਇਹ ਨਹੀਂ ਫਿਰ ਲੋਕਾਂ ਦੇ ਅੱਗੇ ਸਾਹਮਣੇ ਆ ਕੇ ਤੇ ਮਾਰੇ ਜਾਣਗੇ। ਉਹਨਾਂ ਨੇ ਤਾਂ ਇਹ ਕਰਨਾ ਕਿ ਲੋਕਾਂ ਨੂੰ ਸੁਧਾਰਨ ਲਈ ਯਤਨ ਆ ਉਹਨਾਂ ਦੇ। ਇਹ ਨਹੀਂ ਹੈਗਾ ਕਿ ਹੁਣ ਬੰਦੂਕ ਚਲਾ ਕੇ ਤੇ ਬੰਦੇ ਮਾਰੀ ਜਾਣਗੇ, ਤੁਰੇ ਆਉਂਦੇ ਨੂੰ ਮਾਰੀ ਜਾਣਗੇ। ਇਹ ਤਾਂ ਕਾਬਲ ਕੰਧਾਰ ਤੇ ਦੂਸਰਾ ਅਫਗਾਨਿਸਤਾਨ ਨਹੀਂ ਗਾ ਕਿ ਮੋਟਰ ਗਨਾਂ ਨਾਲ ਮਾਰੀ ਜਾਣਗੇ। ਫਿਰ ਵੀ ਪੰਜਾਬ ਹੈ, ਫਿਰ ਵੀ ਅਸੀਂ ਤਰਸ ਕਰਦੇ ਹਾਂ, ਪਰ ਇੰਨੀ ਸਖਤੀ ਨਹੀਂ ਹੋ ਸਕਦੀ ਜੋ ਸਖਤੀ ਇਸਲਾਮਿਕ ਕੰਟਰੀਆਂ ਦੇ ਵਿੱਚ ਹੈਗੀ ਆ। ਜਿਹੜੀ ਇਰਾਨ, ਇਰਾਕ, ਬਾਕੀ ਸੂਬਿਆਂ 'ਚ ਦੇਖੋਗੇ ਸਾਜ਼ਿਸ਼ ਕਰਦਾ ਜਾਂ ਮਾਰਦਾ ਫੜਿਆ ਗਿਆ, ਸਜ਼ਾ ਵੀ ਪੁਰਾਣੀ ਆ, ਉਹਨੂੰ ਜ਼ਮੀਨ 'ਚ ਗੱਡ ਕੇ ਉੱਤੇ ਦਹੀਂ ਪਾ ਕੇ ਕੁੱਤੇ ਛੱਡਦੇ ਆ। ਇਸ ਤਰ੍ਹਾਂ ਦੀ ਗੱਲਾਂ। ਜਿੱਥੇ ਸਖਤ ਸਜ਼ਾ ਹੈਗਾ ਉੱਥੇ ਫਿਰ ਤੁਹਾਨੂੰ ਪਤਾ ਉੱਥੇ ਕ੍ਰਾਈਮ ਘੱਟ ਹੋਊਗਾ। ਸਾਡੇ ਜਿਹੜੀ ਹੈ ਜੁਡੀਸ਼ਰੀ ਵਾਲੇ ਪਾਸੇ ਆ ਗਿਆ, 6 ਮਹੀਨੇ 6 ਸਾਲ 15 ਸਾਲ 20 ਸਾਲ ਗੁਜ਼ਰ ਜਾਂਦੇ ਆ। ਕਾਨੂੰਨ ਕੀ ਕਹਿੰਦਾ? ਕੁਛ ਨਹੀਂ। ਕੀ ਹੱਥ 'ਚ ਆਇਆ? ਕੁਛ ਵੀ ਨਹੀਂ। ਕਿਉਂ ਬੰਦਾ ਬਰੀ ਹੋ ਗਿਆ? ਗਵਾਹ ਨਹੀਂ ਮਿਲ ਰਹੇ ਜੀ। ਉਹ 'ਚ ਕੀ ਆ? ਅਗਲੇ ਪਾਸੇ ਸਬੂਤ ਨਹੀਂ ਮਿਲੇ। ਇਹ ਗੱਲਾਂ ਹੁੰਦੀਆਂ। ਇੱਥੋਂ ਤੱਕ ਕਿ ਰਾਜਨੀਤੀ ਦੇ ਵਿੱਚ ਵੀ ਕ੍ਰਿਮੀਨਲਸ ਦੀ ਐਂਟਰੀ ਹੋ ਚੁੱਕੀ ਹੈ। ਰਾਜਨੀਤੀ ਦੇ ਵਿੱਚ ਵੀ ਕ੍ਰਾਈਮ ਕਰਨ ਵਾਲੇ ਲੋਕ ਬੈਠੇ ਨੇ, ਜਿਹੜੇ ਨੇਤਾ ਬਣੇ ਹੋਏ ਨੇ। ਕਈ ਨੇਤਾ ਇਦਾਂ ਦੇ ਨੇ ਜਿਨ੍ਹਾਂ ਦਾ ਜੋ ਬੈਕਗ੍ਰਾਉਂਡ ਹਿਸਟਰੀ ਹੈ ਉਹ ਕ੍ਰਿਮੀਨਲ ਹਿਸਟਰੀ, ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸਿਸ ਨੇ। ਸਹੀ ਆ। ਸੋ ਇਸ ਤਰ੍ਹਾਂ ਦੀ ਸੋਚ ਦੇ ਲੋਕ ਜਦੋਂ ਰਾਜਨੀਤੀ ਦੇ ਵਿੱਚ ਆਏ ਹੋਏ ਨੇ ਤਾਂ ਨੈਚੁਰਲੀ ਉਹਨਾਂ ਦੇ ਜਿਹੜੇ ਚੇਲੇ ਚਪਾਟੇ ਹੈਗੇ ਨੇ, ਜਿਹੜੇ ਪਿੱਛੇ ਉਹ ਛੱਡ ਕੇ ਆਏ ਨੇ, ਜਿਨ੍ਹਾਂ ਦੇ ਸਪੋਰਟ ਨਾਲ ਉਹ ਇੱਥੇ ਆਏ ਨੇ, ਹੁਣ ਉਹ ਚੇਲੇ ਚਪਾਟਿਆਂ ਨੂੰ ਵੀ ਤਾਂ ਕੰਮ ਦੇਣਾ ਹੀ ਹੈ ਨਾ। ਉਹਨਾਂ ਨੇ ਕੋਈ ਨੌਕਰੀਆਂ ਤਾਂ ਕਰਨੀਆਂ ਨਹੀਂ, ਸਾਰੇ ਰੱਖੇ ਤੇ ਉਹਨਾਂ ਨੇ ਇਹੀ ਕੁਝ ਕਰਨਾ ਹੈ। ਉੱਥੋਂ ਲੁੱਟਾਂ ਤੇ ਉੱਥੋਂ ਖੋਹਾਂ, ਉਹਨਾਂ ਦੇ ਪੈਸੇ ਦਾ ਪ੍ਰਬੰਧ ਕਿੱਥੋਂ ਕਰਨਾ? ਸਹੀ ਗੱਲ। ਇਸ ਕਰਕੇ ਰਾਜਨੀਤੀ ਦੇ ਵਿੱਚ ਵੀ ਅਪਰਾਧੀਕਰਨ ਹੋ ਰਿਹਾ ਔਰ ਕਪਲੇ ਕਿਉਂ ਵੱਧਦੇ ਪਏ ਨੇ? ਕਿਉਂਕਿ ਜਿਹੜੇ ਸਰਕਾਰੀ ਖਜ਼ਾਨੇ ਨੇ ਉਹਦੇ ਵਿੱਚੋਂ ਹੀ ਪੈਸਾ ਕੱਢਣਾ ਹੈ ਨਾ, ਇਹਨਾਂ ਆਪਣੇ ਚੇਲੇ ਚਪਾਟਿਆਂ ਨੂੰ ਪਾਲਣ ਵਾਸਤੇ। ਉਹਨਾਂ ਨੂੰ ਕਿੱਥੋਂ ਪੈਸੇ ਦੇਣੇ ਨੇ? ਵੈਸੇ ਸਿਆਸਤ 'ਚ ਨਾ ਜਿਹੜਾ ਸ਼ਰੀਫ ਆਦਮੀ ਆ, ਜਿਹੜਾ ਵਿਚਾਰਾ ਚੰਗੇ ਕਿਰਦਾਰ ਦਾ, ਜਿਹੜਾ ਵਿਚਾਰਾ ਬਹੁਤ ਮਤਲਬ ਸੋਚਵਾਨ ਆ, ਜਿਹਨੇ ਚੰਗੀ ਸੋਚ ਵਾਲਾ ਬੰਦਾ, ਉਹ ਆ ਕੇ ਖੁਸ਼ ਹੀ ਨਹੀਂਗਾ। ਆਉਂਦੇ ਕੌਣ ਨੇ? ਜਿੱਦਾਂ ਤੂੰ ਕਿਹਾ ਚੇਲੇ ਚਪਟੇ ਲੈ ਕੇ, ਦੂਸਰੇ ਬੰਦੇ ਮਾਰ ਧਾੜ ਕਰਨ ਵਾਲੇ, ਡਾਂਗ ਸੋਟਾ ਕਰਨ ਵਾਲੇ, ਗੁੱਥਮ ਗੁੱਥਾ ਹੋਣ ਵਾਲੇ, ਉਹ ਲੋਕ ਆਉਂਦੇ ਆ। ਸ਼ਰੀਫ ਵੀ ਬੈਠੇ ਨੇ, ਇੰਟੈਲੀਜੈਂਟ ਸਭ ਬੈਠੇ ਨੇ, ਪਰ ਨੁਕਰੇ ਲਾਏ ਹੋਏ ਨੇ। ਨੁਕਰੇ ਲਾਏ ਕਿਸੇ ਵੀ ਪਾਰਟੀ ਦੇ ਵਿੱਚ ਉਹ ਸ਼ੋਅ ਪੀਸ ਨੇ। ਉਹਨਾਂ ਕੋਲ ਕੋਈ ਕੰਮ ਨਹੀਂ, ਉਹਨਾਂ ਕੋਲ ਕੋਈ ਪਾਵਰ ਨਹੀਂ ਹੈਗੀ। ਪਾਵਰ ਕੰਮ ਉਹਨਾਂ ਕੋਲ ਹੈ ਜਿਹੜਾ ਕਮਾਊ ਪੁੱਤ ਹੈ, ਜਿਹੜਾ ਕਮਾ ਕੇ ਦੇ ਸਕਦਾ ਪਾਰਟੀ ਨੂੰ, ਭਾਵੇਂ ਉਹ ਪਾਰਟੀ ਫੰਡ ਹੋਵੇ, ਭਾਵੇਂ ਇਹਨਾਂ ਦੀ ਨਿੱਜੀ ਜਾਇਦਾਦ, ਨਿੱਜੀ ਸੰਪत्ति ਹੋਵੇ। ਜਿਹੜਾ ਕਮਾਊ ਪੁੱਤ ਹੈ ਨਾ, ਕਮਾ ਕੇ ਦੇ ਸਕਦਾ, ਉਹਦੇ ਕੋਲ ਸਾਰੀ ਪਾਵਰ ਹੈ, ਉਹਦੇ ਕੋਲ ਸਾਰੀ ਦੇਖ ਰੇਖ ਹੈ। ਉਹ ਬਾਕੀ ਜਿਹੜੇ ਸ਼ਰੀਫ ਆਦਮੀ ਨੇ ਉਹ ਤਾਂ ਸ਼ੋਅ ਪੀਸ ਨੇ ਕਿ ਸਾਡੇ ਕੋਲ ਆ ਵੀ ਬੜਾ ਵਧੀਆ ਬੰਦਾ ਹੈ ਜੀ, ਆਦਰਸ਼ਵਾਦੀ ਬੈਠਾ, ਉਹ ਤਾਂ ਲੋਕਾਂ ਨੂੰ ਦਿਖਾਉਣ ਵਾਸਤੇ ਨੇ। ਉਹ ਹਾਥੀ ਦੇ ਦੰਦ ਨੇ ਦਿਖਾਉਣ ਵਾਸਤੇ। ਜਿਹੜੇ ਖਾਣ ਵਾਲੇ ਹਾਥੀ ਦੇ ਦੰਦ ਨੇ ਉਹ ਤਾਂ ਲੁਕੇ ਹੋਏ ਨੇ ਪਿੱਛੇ। ਹੂ ਹੋਲਡ ਦਾ ਕੀ ਦੈਟ ਹੋਲਡ ਦਾ ਪਾਵਰ। ਜਿਹੜੇ ਬੰਦੇ ਕੋਲ ਚਾਬੀ ਹੈ ਘਰ ਦੀ, ਉਹਨੇ ਪਾਵਰ ਖੋਲ ਲਈ। ਪਾਵਰ ਉਹਦੇ ਕੋਲ ਹੈ, ਪੈਸੇ ਨਾਲ ਪਾਵਰ ਹੁੰਦੀ ਹੈ। ਗ੍ਰਹਿ ਮੰਤਰੀ ਆ ਉਹ ਘਰ ਦਾ, ਉਹਨੇ ਸਾਰਾ ਕੁਝ ਕਰਨਾ। ਔਰ ਦੇਖੋ ਘਰਾਂ ਦੀ ਪੋਲੀਟਿਕਸ ਜਿਹੜੀ ਹੈਗੀ ਬਿਲਕੁਲ ਸੇਮ ਬਾਹਰਲੀ ਪੋਲੀਟਿਕਸ ਵਰਗੀ ਹੈ, ਸਿਆਸਤ ਵਰ। ਜੋ ਬੰਦੇ ਕੰਮ ਕਰ ਰਹੇ ਆ, ਜੇ ਸਾਰੀ ਦਿਹਾੜੀ ਟੋਕਾ ਚਲਾਉਂਦੇ ਆ, ਪੱਠੇ ਕੁਤਰਦੇ ਆ, ਡੰਗਰਾਂ ਨੂੰ ਪਾਣੀ ਪਿਆਉਂਦੇ ਆ, ਘਰ ਦੇ ਹਲ ਵਾਹੁੰਦੇ ਆ, ਸਾਰਾ ਕੁਝ, ਉਹ ਵਿਚਾਰੇ ਪਿੱਛੇ ਆ। ਕੌਣ ਆ ਅੱਗੇ? ਜਿਹਦੇ ਕੋਲ ਪੈਸੇ ਆ, ਜਿਹੜਾ ਬਾਹਰ ਉਹ ਖਰੀਦਦਾਰੀ ਕਰਦਾ, ਜਿਹਨੂੰ ਪਤਾ ਹੈਗਾ ਕੰਮ। ਉਹ ਇੱਕ ਦੋ ਬੰਦੇ ਹੈਗਾ ਸਾਰੇ ਟੱਬਰ ਨੂੰ ਚਲਾਉਣ ਵਾਲੇ, ਤੇ ਕੰਮ ਕਰਨ ਵਾਲੇ ਹੋਰ ਹੀ ਆ, ਬੋਰੀਆਂ ਭਰਨ ਵਾਲੇ ਹੋਰ ਹੀ ਆ, ਹੈ ਨਾ, ਚੁੱਲ੍ਹਾ ਚੌਂਕਾ ਕੰਮ ਕਰਨ ਵਾਲੇ ਉਹੀ ਆ। ਨੌ ਉਹੀ ਅੱਗੇ ਆ ਜਿਹੜੀ ਨੌ ਨੂੰ ਗੱਲਬਾਤ ਕਰਨੀ ਆਉਂਦੀ ਆ, ਜਿਹਨੇ ਨੌ ਨੇ ਸਮਾਨ ਦੀ ਖਰੀਦੋ ਫਰੋਖਤ ਕਰਨੀ ਆ, ਜਿਹਦੇ ਕੋਲ ਚਾਬੀ ਆ ਸਾਰੇ ਪੈਸਿਆਂ ਦੀ, ਗੱਲੇ ਦੀ ਚਾਬੀ, ਉਹ ਨੌ ਅੱਗੇ ਆ। ਤੇ ਕੰਮ ਵਾਲੀਆਂ ਨੌ ਰੋਟੀ ਪਕਾਉਣ ਵਾਲੀਆਂ। ਇਹ ਗੱਲ ਚਲੋ, ਰੋਟੀ ਪਕਾਉਣ ਵਾਲੀ ਵੀ ਤਾਂ ਕੋਈ ਚਾਹੀਦੀ ਹੈ ਨਾ, ਸਾਰਾ ਟੱਬਰ ਰੋਟੀ ਵੀ ਤਾਂ ਖਾਵੇ। ਬਿਲਕੁਲ। ਸੋ ਅੱਗੇ ਚੱਲਦੇ ਆ ਜੀ। ਅਕਾਲੀ ਦਲ ਨੇ ਇਹ ਕਿਹਾ ਹੈ ਕਿ ਕਾਨੂੰਨ ਪ੍ਰਬੰਧ ਠੀਕ ਹੋਣੇ ਚਾਹੀਦੇ ਨੇ, ਤੇ ਅਗਲੀ ਇਹ ਜੋ ਹੈਡਲਾਈਨ ਹੈ ਉਹ ਇਹ ਹੈ ਕਿ ਅਕਾਲੀ ਦਲ ਤੇ ਢੀਂਡਸਾ ਗਰੁੱਪ ਪੰਜਾਬ ਸਿਹਤ ਸਹੂਲਤ ਵਿੱਚ ਬਣੇ ਅੜਿੱਕਾ। ਇਹ ਕੀ ਗੱਲ ਬਣੀ ਜੀ? ਅੜਿੱਕਾ ਇਹ ਹੈਗਾ ਕਿ ਜਿਹੜੇ ਮੈਡੀਕਲ ਕਾਲਜ ਬਣ ਰਹੇ ਆ, ਹੁਣੇ ਭਗਵੰਤ ਮਾਨ ਨੇ ਰਿਪੋਰਟ ਕੀਤੀ ਆ ਕਿ ਜਿਹੜਾ ਸੰਗਰੂਰ 'ਚ ਤੇ ਮਸਤੂਆਣਾ ਸਾਹਿਬ 'ਚ ਮੈਡੀਕਲ ਕਾਲਜ ਬਣਾਉਣ ਦੀ ਤਜਵੀਜ਼ ਰੱਖੀ ਹੈ। ਉਹਦੇ ਵਿੱਚ ਅਕਾਲੀ ਦਲ ਨੇ ਅੜਿੱਕਾ ਡਾਇਆ ਕਿ ਨਹੀਂ ਇੱਥੇ ਬਣਨਾ ਚਾਹੀਦਾ, ਨਹੀਂ ਬਣ ਦੇਵਾਂਗੇ। ਉਹਦੇ 'ਚ ਲੋਕਾਂ ਨੇ ਆ ਕੇ ਰੌਲਾ ਪਾਇਆ ਜਦੋਂ ਕਿ ਉਹਨਾਂ ਨੇ ਨੀਂਹ ਪੱਥਰ ਰੱਖਣ ਦੀ ਕੋਈ ਯੋਜਨਾ ਬਣਾਈ ਸੀ। ਉਹਦੇ ਵਿੱਚ ਜਿੰਨੇ ਵੀ ਹੈਲਥ ਸੈਂਟਰ ਬਣਾਉਣ 'ਤੇ ਆ, ਉੱਥੇ ਵੀ ਅੜਿੱਕਾ ਡਾ ਰਹੇ ਆ। ਔਰ ਉਹਨਾਂ ਦੀ ਜਿਹੜੀ ਤਜਵੀਜ਼ ਆ ਜਾਂ ਰੋਡ ਮੈਪ ਆ, ਉਹਦੇ ਵਿੱਚ ਜੋ ਕਿਹਾ ਉਹਨਾਂ ਨੇ ਕਿਹਾ ਸੀਗਾ, ਕਪੂਰਥਲੇ ਵੀ ਇੱਕ ਮੈਡੀਕਲ ਕਾਲਜ ਦਾ ਸੀਗਾ ਗੱਲ।
ਔਰ ਪੰਜਾਬ 'ਚ ਇਹਨਾਂ ਨੇ 4 ਮੈਡੀਕਲ ਕਾਲਜ ਦਾ ਜਿਹੜਾ ਪੈਸਾ ਆ ਚੁੱਕਿਆ, ਬਜਟ 'ਚ ਆ ਚੁੱਕਿਆ, ਸਿਹਤ ਮੰਤਰੀ ਨੇ ਤਜਵੀਜ਼ ਕਰ ਦਿੱਤੀ ਹੈ, ਸਾਰਾ ਕੁਝ ਫਾਈਨਲ ਹੋ ਗਿਆ। ਪਰ ਉੱਥੇ ਆ ਕੇ ਵਿਰੋਧੀ ਪਾਰਟੀਆਂ 'ਚ ਇਹਨਾਂ ਨੇ ਨਾਂ ਲਿਆ ਹੈਗਾ ਅਕਾਲੀ ਦਲ ਦਾ, ਤੇ ਇੱਕ ਲਿਆ ਢੀਂਡਸਾ ਗਰੁੱਪ, ਜਿਹੜੇ ਸੁਖਦੇਵ ਸਿੰਘ ਢੀਂਡਸਾ ਦਾ ਗਰੁੱਪ ਹੈਗਾ। ਐਕਚੁਅਲੀ ਉਹ ਵੀ ਅਕਾਲੀ ਦਲ 'ਚੋਂ ਨਿਕਲੇ ਪਏ ਵੈਟਰਨ ਅਕਾਲੀ ਨੇਤਾ ਨੇ, ਉਹ ਬੜੇ ਮਹਾਨ ਤੇ ਪੁਰਾਣੇ ਨੇਤਾ। ਪਰ ਹੋ ਸਕਦਾ ਕਈ ਤਰ੍ਹਾਂ ਦੀਆਂ ਜਿਹੜੀਆਂ ਰੰਜਿਸ਼ ਹੁੰਦੀਆਂ, ਜਾਂ ਉਹਨਾਂ ਨੇ ਕਿਹਾ ਵੀ ਇੱਥੇ ਨੇ ਇੱਥੇ ਬਣਾ ਦਿਓ, ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਮਾਨ ਸਰਕਾਰ ਨੇ ਅੱਗੇ ਨਹੀਂ ਪੇਸ਼ ਕੀਤੀਆਂ ਲੋਕਾਂ ਦੇ। ਖਾਸ ਤੌਰ 'ਤੇ ਜਿਹੜੇ ਮੀਡੀਆ ਦੇ ਕਰਮਚਾਰੀ ਜਾਂ ਜਿਹੜੇ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਹੋਊਗਾ, ਚੈਨਲ ਵਾਲਿਆਂ ਨੂੰ। ਔਰ ਇਹਦੇ ਵਿੱਚ ਉਹਨਾਂ ਨੇ ਕਹਿਤਾ ਪੰਜਾਬ ਸਰਕਾਰ ਨੇ ਵੀ ਸਹੂਲਤਾਂ ਨੂੰ ਅੱਗੇ ਲਿਆਉਣ 'ਚ, ਲੋਕਾਂ ਤੱਕ ਸਹੂਲਤਾਂ ਪਹੁੰਚਾਉਣ 'ਚ ਇਹਨਾਂ ਨੇ ਰੌਲਾ ਪਾ ਦਿੱਤਾ, ਅੜਿੱਕਾ ਡਾ ਦਿੱਤਾ ਵਾ। ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਹੂਲਤਾਂ ਲੋਕਾਂ ਨੂੰ ਉਸੇ ਤਰ੍ਹਾਂ ਮਿਲਣ। ਅਤੇ ਕਈ ਨੂੰ ਇਹਨਾਂ ਨੇ ਮਰਜ਼ ਵੀ ਕਰ ਦਿੱਤਾ, ਜਿੱਥੇ ਸਿਵਲ ਹਸਪੀਟਲ ਉਹਦੇ ਵਿੱਚ ਵੀ ਉਹਦੇ ਵਿੱਚ ਉਹੀ ਜਿਹੜੇ ਇਹਨਾਂ ਦੇ ਸਹੂਲਤਾਂ ਦੇ ਜਿਹੜੇ ਕੇਂਦਰ ਨੇ, ਸਿਹਤ ਕੇਂਦਰ ਉਹ ਬਣਾਉਣੇ ਸੀਗੇ ਇਹਨਾਂ ਨੇ, ਉਹਦਾ ਵੀ ਰੌਲਾ ਪਿਆ। ਔਰ ਦੂਜੀ ਗੱਲ, ਇਹਨਾਂ ਨੇ ਜਿਹੜੇ ਸਿਹਤ ਕਰਮਚਾਰੀ ਨੇ, ਡਾਕਟਰ ਨੇ, ਨਰਸਾਂ ਨੇ, ਹੈ ਨਾ, ਉਹਨਾਂ ਦੀ ਰਿਕਰੂਟਮੈਂਟ ਜਿਹੜੇ ਆ, ਕਲੀਨਿਕ ਬਣਾ ਰਹੇ ਨਵੇਂ, ਜਿਹੜੇ ਆਪ ਕਲੀਨਿਕ ਬਣ ਰਹੇ, ਉਹਨਾਂ 'ਚ ਨਵੀਂ ਰਿਕਰੂਟਮੈਂਟ ਵੀ ਕੀਤੀ ਹੈ। ਔਰ ਉਹਦੇ 'ਚ ਮੈਨੂੰ ਲੱਗਦਾ ਕਿ ਲੋਕ ਅਜੇ ਪੂਰੀ ਤਰ੍ਹਾਂ ਖੁਸ਼ ਨੇ, ਖੁਸ਼ ਇਸ ਤਰ੍ਹਾਂ ਨਹੀਂ ਹੋਏ, ਸਹੂਲਤਾਂ ਉੱਤੇ ਕੁਛ ਨਹੀਂ ਗਾ, ਔਰ ਜੋ ਲੋਕ ਚਾਹੁੰਦੇ ਨੇ ਉਹ ਹੈ ਨਹੀਂ। ਮੈਡੀਕਲ ਸਟੈਂਡਰਡ ਕੁਛ ਨਹੀਂ, ਜਿੱਥੇ ਕੁਛ ਚਾਹੀਦਾ ਲੋਕਾਂ ਲਈ, ਟੈਸਟ ਰਿਪੋਰਟਾਂ ਪੂਰੀਆਂ ਦੀਆਂ ਪੂਰੀਆਂ ਉਹ ਹੈ ਨਹੀਂ, ਮਸ਼ੀਨਾਂ ਹੈ ਨਹੀਂ, ਕਰਮਚਾਰੀ ਇਕੱਲੇ ਕੀ ਉੱਥੇ ਬੈਠੇ ਕਰਨਗੇ ਜੇ ਪੈਸਾ ਹੀ ਤੁਹਾਡੇ ਕੋਲ ਹੈ ਨਹੀਂ, ਅਤੇ ਫਿਰ ਸਿਹਤ ਸਹੂਲਤਾਂ ਕੀ ਮੁਹੱਈਆ ਕਰੋਗੇ। ਦੂਜੀ ਗੱਲ ਅੜਿੱਕੇ ਵਾਲੀ ਹੈ, ਤਾਂ ਗੱਲ ਸਹੀ ਹੈ, ਕਿਉਂਕਿ ਵਿਰੋਧੀ ਪਾਰਟੀਆਂ ਕਈ ਜਗ੍ਹਾ 'ਤੇ ਨਹੀਂ ਕਰਨ ਦਿੰਦੀਆਂ, ਇਸ ਕਰਕੇ ਨਹੀਂ ਕਰਨ ਦਿੰਦੀਆਂ ਵੀ ਇਹਨਾਂ ਦਾ ਨਾਂ ਤਾਂ ਜ਼ਿਆਦਾ ਹੋ ਜੂ ਯਾਰ। ਅਸੀਂ ਪਿੰਡਾਂ 'ਚ ਅਜੇ ਗਏ ਹੀ ਨਹੀਂ ਗਏ, ਅਸੀਂ ਸੰਗਤ ਦਰਸ਼ਨ ਕਰਦੇ ਰਹੇ, ਲੋਕਾਂ ਦੀ ਡਿਮਾਂਡ ਪੁੱਛਦੇ ਰਹੇ ਹਾਂ, ਅਤੇ ਪੂਰੀਆਂ ਇਹ ਕਰੀ ਜਾਂਦੇ ਆ। ਕਈ ਚੀਜ਼ਾਂ ਵੇਖਣ 'ਚ ਆ ਰਹੀਆਂ ਮੀਡੀਆ ਨੂੰ, ਕਰਮਚਾਰੀਆਂ ਨੂੰ, ਬੈਠਿਆਂ ਨੂੰ, ਪਰ ਜਿਹੜੇ ਸਰਕਾਰੀ ਕਰਮਚਾਰੀ ਆ ਉਹ ਘੱਟ ਬੋਲਣਗੇ। ਇਸ ਕਰਕੇ ਬੋਲਣਗੇ ਨਹੀਂ ਕਿ ਸਰਕਾਰ ਦੇ ਅਗੇਂਸਟ ਨਹੀਂ ਬੋਲਣਗੇ, ਕਿਉਂਕਿ ਉਹ ਆਈ ਸਰਕਾਰ, ਹਰ ਸਰਕਾਰ ਦੇ ਉਹ ਕਰਿੰਦੇ ਆ, ਹਰ ਸਰਕਾਰ ਦਾ ਕੰਮ ਕਰਨ ਵਾਲੇ। ਉਹਨਾਂ ਤਨਖਾਹ ਕਿਹਦੇ ਕੋਲ ਲੈਣੀ ਹੈ? ਤਨਖਾਹ ਮੌਕੇ ਦੀ ਹਕੂਮਤ ਤੋਂ ਲੈਣੀ ਹੈ, ਤਨਖਾਹ ਵਿਰੋਧੀ ਪਾਰਟੀਆਂ ਕੋਲ ਨਹੀਂ ਲੈਣੀ। ਜਦੋਂ ਉਹ ਆਂਦੇ ਇਹ ਆ ਜਾਣਗੇ ਉਦੋਂ ਵੇਖੀ ਜਾਓ, ਉਦੋਂ ਤੱਕ ਤਾਂ ਉਹਨਾਂ ਦੀਆਂ ਵਿਚਾਰੀਆਂ ਦੀ ਰਿਟਾਇਰਮੈਂਟਾਂ ਹੋ ਜਾਣੀਆਂ, ਸੇਵਾ ਮੁਕਤ ਹੋ ਜਾਣਾ ਉਹਨਾਂ ਨੇ। ਇਹ ਗੱਲਾਂ ਹੈਗੀਆਂ ਸਾਰੀਆਂ। ਚਲੋ ਹੁਣ ਸੇਵਾ ਮੁਕਤ ਹੋ ਜਾਂਦੇ ਆ ਆਪਾਂ ਵੀ ਇਸ ਵਕਤ, ਕਿਉਂਕਿ ਆਪਾਂ ਟਾਈਮ ਪੂਰਾ ਹੋ ਗਿਆ ਆਪਣਾ, ਸੋ ਚੱਲਿਆ ਜਾਵੇ। ਔਰ ਇੱਕ ਵਾਰੀ ਫਿਰ ਤੋਂ ਨਵੇਂ ਸਾਲ ਦੀ ਸਭ ਨੂੰ ਵਧਾਈ, ਕਿਉਂਕਿ ਇਹ ਪਹਿਲਾ ਪ੍ਰੋਗਰਾਮ ਹੈ ਸਾਡਾ ਨਵੇਂ ਸਾਲ ਦਾ। ਤਾਂ ਤੁਸੀਂ ਵੀ ਸਾਨੂੰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਔਰ ਇਨਬਾਕਸ ਕਰੋ। ਤੇ ਵਿੱਚ ਚੱਲੀਏ ਜੀ ਫਿਰ। ਹਾਂਜੀ ਬਿਲਕੁਲ ਜੀ। ਤੇ ਸਾਡਾ ਚੈਨਲ ਜਿਹੜਾ ਨਾ ਪੰਜਾਬ ਮੇਲ USA TV ਹੈ, ਜ਼ਰੂਰ ਸਬਸਕ੍ਰਾਈਬ ਕਰੋ। ਬਿਲਕੁਲ ਸਹੀ ਗੱਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।